ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਅਗਸਤ ਮਹੀਨੇ ਦੇ ਕਰੰਟ ਅਫੇਅਰ ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਅਗਸਤ ਮਹੀਨੇ ਦੇ ਟੌਪ 100 ਕੁਐਸਚਨ ਕਰਾਂਗੇ। ਤੇ ਇਸ ਤੋਂ ਪਹਿਲਾਂ ਆਪਣੀਆਂ ਜੀ 4 ਕਲਾਸਾਂ ਹੋ ਚੁੱਕੀਆਂ ਨੇ ਤੇ ਇਹ 5 ਨੰਬਰ ਕਲਾਸ ਹੈ। ਠੀਕ ਹੈ ਜੀ, 4 ਕਲਾਸਾਂ ਦੇ ਵਿੱਚ ਆਪਾਂ ਇਸ ਤੋਂ ਪਹਿਲਾਂ ਜੂਨ ਦੇ ਆਪਾਂ ਟੌਪ 100 MCQ ਕੀਤੇ ਸੀ, ਇੱਕ ਆਪਾਂ ਜੁਲਾਈ ਦੇ 100 MCQ ਕੀਤੇ ਸੀ। ਇਹ ਜਿਹੜੇ MCQ ਨੇ ਇਹ ਸਿਰਫ ਤੁਹਾਡੀ ਕੁਇਕ ਰਿਵੀਜ਼ਨ ਲਈ ਆ, ਚਾਹੇ ਤੁਸੀਂ ਕਿਸੇ ਵੀ ਸੋਰਸ ਨੂੰ ਫੋਲੋ ਕਰ ਰਹੇ ਹੋ ਕਰੰਟ ਅਫੇਅਰ ਦੀ, ਚਾਹੇ ਕੋਈ ਮੈਗਜ਼ੀਨ ਪੜ੍ਹ ਰਹੇ ਹੋ, ਚਾਹੇ ਕੋਈ YouTube ਚੈਨਲ ਤੋਂ ਜਾਂ ਕੋਈ PDF ਰਿਵਾਈਜ਼ ਕਰਦੇ ਪਏ ਹੋ। ਇਹ ਜਿਹੜੇ 100 MCQ ਆਪਾਂ ਕਰਵਾ ਰਹੇ ਹਾਂ ਤੁਹਾਨੂੰ, ਇਹਦੇ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲ ਸਕਦੇ ਨੇ, ਕਿਉਂਕਿ ਰੀਸੈਂਟਲੀ ਜਿਹੜੇ ਪੇਪਰ ਹੋਏ ਸੀਗੇ, ਜਿਹੜੇ 2021 ਚ ਚਾਹੇ ਪੰਜਾਬ ਪੁਲਿਸ ਦੇ ਹੋਏ ਸੀ, ਚਾਹੇ PSSB ਦੇ ਹੋਏ ਸੀ, ਇਹੋ ਜਿਹੇ ਕੁਐਸਚਨ ਹੀ ਪੇਪਰ ਦੇ ਵਿੱਚ ਜ਼ਿਆਦਾਤਰ ਪੁੱਛੇ ਜਾਂਦੇ ਨੇ। ਸੋ ਮੇਨ ਜਿਹੜੇ ਹੁੰਦੇ ਨੇ ਆਪਣੇ ਫੈਕਟ, ਠੀਕ ਹੈ, ਫੈਕਟ ਜਿਹੜੇ ਕਿ ਸਪੋਰਟਸ ਨਾਲ ਰਿਲੇਟਡ ਹੋ ਗਏ, ਰੀਸੈਂਟਲੀ ਅਪਾਇੰਟਮੈਂਟ ਹੋ ਗਈਆਂ, ਜਾਂ ਸਾਇੰਸ ਐਂਡ ਟੈਕ ਹੋ ਗਏ, ਜਾਂ এনवायरमेंट ਇਸ਼ੂ ਦੇ ਨਾਲ ਰਿਲੇਟਡ ਕੋਈ ਕਰੰਟ ਅਫੇਅਰ ਬਣਦਾ, ਜਾਂ ਕੋਈ ਰੀਸੈਂਟ ਅਪਾਇੰਟਮੈਂਟ ਹੁੰਦੀ ਆ, ਇਹੋ ਜਿਹੇ MCQ ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਬਣਦੇ ਨੇ, ਉਹ ਆਪਾਂ ਖਾਸ ਤੁਹਾਡੇ ਲਈ ਇਹਦੇ ਵਿੱਚ ਲੱਭ ਕੇ ਲਿਆ ਕੇ ਤਿਆਰ ਕੀਤੇ ਨੇ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਅੱਜ ਦਾ MCQ। ਠੀਕ ਹੈ ਜੀ, ਸੋ ਇਹਨੂੰ ਆਪਾਂ ਜ਼ਿਆਦਾ ਸਮਾਂ ਨਹੀਂ ਲਵਾਂਗੇ, ਤੁਹਾਨੂੰ ਸਿਰਫ ਇੱਕ 10 ਸੈਕਿੰਡ ਦਾ ਟਾਈਮ ਮਿਲੇਗਾ, ਤਾਂ ਤੁਸੀਂ 10 ਸੈਕਿੰਡ ਦੇ ਵਿੱਚ ਚਾਹੇ ਵੀਡੀਓ ਪੌਜ਼ ਕਰ ਲੈਣੀ ਆ, ਤੁਸੀਂ ਦੇਖ ਕੇ ਇੱਕ ਵਾਰੀ ਆਪਦੇ ਦਿਮਾਗ ਦੇ ਵਿੱਚ ਆਪਦਾ ਉਹਦਾ ਆਨਸਰ ਸੋਚਣਾ ਵਾ। ਜੇਕਰ ਤੁਹਾਨੂੰ ਨਹੀਂ ਪਤਾ ਲੱਗੇਗਾ ਤਾਂ 10 ਸੈਕਿੰਡ ਬਾਅਦ ਆਪਾਂ ਤੁਹਾਨੂੰ ਦੱਸ ਦੇਵਾਂਗੇ। ਸੋ ਐਕਸਪਲੇਨ ਸਿਰਫ ਆਪਾਂ ਉਹਨੂੰ ਹੀ ਕਰਾਂਗੇ ਜਿਹਨੂੰ ਆਪਾਂ ਨੂੰ ਲੋੜ ਮਹਿਸੂਸ ਹੋਊਗੀ ਇਹਨੂੰ ਐਕਸਪਲੇਨ ਕਰਨਾ ਚਾਹੀਦਾ, ਕਿਉਂਕਿ ਆਪਾਂ ਜ਼ਿਆਦਾ ਟਾਈਮ ਵੀ ਨਹੀਂ ਖਰਾਬ ਕਰਨਾ ਤੁਹਾਡਾ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ। ਠੀਕ ਹੈ ਜੀ, 5 ਨੰਬਰ ਕਲਾਸ ਆ ਜੀ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ। ਤਾਂ ਜੀ ਪਹਿਲਾ MCQ ਸਾਡਾ ਹੈਗਾ ਜੀ, ਦੇਸ਼ ਦੇ ਵਿੱਚ ਪਹਿਲੀ ਆਨਲਾਈਨ ਟੈਕਸੀ ਸੇਵਾ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਬਣ ਗਿਆ ਹੈ ਜੀ? ਪੰਜਾਬ, ਤਾਮਿਲਨਾਡੂ, ਹਰਿਆਣਾ ਜਾਂ ਕੇਰਲਾ। ਸੋ ਤੁਹਾਨੂੰ 10 ਸੈਕਿੰਡ ਦਾ ਟਾਈਮ ਮਿਲੇਗਾ। ਠੀਕ ਹੈ, ਆਪਾਂ ਪੁਆਇੰਟ ਟੂ ਦਾ ਪੁਆਇੰਟ ਹੀ ਗੱਲ ਕਰਾਂਗੇ ਇਹਦੇ ਵਿੱਚ। ਠੀਕ ਹੈ ਜੀ, ਕਲਾਸ ਦੇ ਵਿੱਚ। ਸੋ ਜੀ ਇਹਦਾ ਆਪਣਾ ਹੁੰਦਾ ਜੀ, ਦੇਸ਼ ਦੇ ਵਿੱਚ ਆਨਲਾਈਨ ਟੈਕਸੀ ਸੇਵਾ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਬਣਿਆ ਜੀ? ਕੇਰਲਾ। ਠੀਕ ਹੈ ਜੀ, ਡੀ ਆਪਸ਼ਨ ਇਹਦੀ ਤੁਹਾਡੀ ਸਹੀ ਬਣਦੀ ਆ। ਸੋ ਦੂਜੇ MCQ ਤੇ ਚੱਲਦੇ ਹਾਂ ਜੀ ਆਪਾਂ। ਹਾਂ ਜੀ, ਕੇਂਦਰ ਸਰਕਾਰ, ਠੀਕ ਹੈ ਜੀ, ਆਪਣੀ ਸੈਂਟਰ ਗਵਰਨਮੈਂਟ ਨੇ ਹੁਣੀ ਦੇਸ਼ ਭਰ ਦੇ ਵਿੱਚ ਨਾ ਇੱਕ ਮੰਨ ਲਓ ਕਿਹੜੀ ਗਤੀਵਿਧੀ ਉਹਨਾਂ ਨੇ ਪੁੱਛਿਆ ਕਿ ਉਹਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਖਣਿਜ ਪੁਰਸਕਾਰ ਦੀ ਸਥਾਪਨਾ ਕੀਤੀ ਆ। ਠੀਕ ਆ, ਸੋ ਨਵਾਂ ਜੇਕਰ ਆਪਾਂ ਦੇਖੀਏ ਕਿ ਨਵਾਂ ਪੁਰਸਕਾਰ ਅਵਾਰਡ ਕੋਈ ਇਹ ਕਰ ਰਹੇ ਨੇ, ਠੀਕ ਹੈ, ਸੈਂਟਰ ਸਰਕਾਰ ਦਾ, ਤਾਂ ਉਹ ਇੰਪੋਰਟੈਂਟ ਬਣਦਾ ਵਾ। ਠੀਕ ਆ, ਸੋ ਕਿਹਦੇ ਲਈ ਆ ਇਹ ਜਿਹੜਾ ਨਵਾਂ ਪੁਰਸਕਾਰ ਇਹਨਾਂ ਨੇ ਐਸਟੈਬਲਿਸ਼ ਕੀਤਾ ਵਾ? ਸੋ ਫਾਰਮਿੰਗ ਲਈ ਆ, ਕਾਟੇਜ ਲਈ ਆ, ਮਾਈਨਿੰਗ ਲਈ ਆ, ਜਾਂ ਸਪੋਰਟਸ ਲਈ ਆ। ਇਹਦਾ ਤੁਸੀਂ ਸਹੀ ਆਨਸਰ ਦੇਣਾ ਵਾ ਜੀ। ਜੇਕਰ ਤੁਸੀਂ ਪਹਿਲਾਂ ਕਰੰਟ ਅਫੇਅਰ ਕਰ ਚੁੱਕੇ ਹੋ ਤਾਂ ਤੁਹਾਨੂੰ ਇਹ ਹੁਣੇ ਆਉਣਾ ਚਾਹੀਦਾ ਵਾ। ਠੀਕ ਹੈ ਜੀ ਆਨਸਰ। ਸੋ ਮਾਈਨਿੰਗ ਦੇ ਵਿੱਚ ਇਹ ਨਵਾਂ ਪੁਰਸਕਾਰ ਦੇਣ ਦਾ ਐਲਾਨ ਕੀਤਾ ਵਾ। ਸੋ ਜੀ 3 ਨੰਬਰ ਕੁਐਸਚਨ ਤੇ ਆ ਗਏ ਆਪਾਂ। ਹੁਣ ਉਹ ਕਹਿੰਦੇ ਜੀ, ਭਾਰਤ ਨੇ ਪਹਿਲੇ ਸਵਦੇਸ਼ੀ 에ਅਰਕ੍ਰਾਫਟ ਕੈਰੀਅਰ ਦਾ ਨਾਮ ਕੀ ਆ ਜਿਹਨੇ ਹਾਲ ਹੀ ਦੇ ਵਿੱਚ ਭਾਰਤੀ ਜਲ ਸੈਨਾ ਨੂੰ ਦਿੱਤਾ? ਠੀਕ ਹੈ, ਇੰਡੀਅਨ ਨੇਵੀ ਨੂੰ ਦਿੱਤਾ ਗਿਆ। ਕੀ ਵਾ ਜੀ? ਵਿਕਰਾਂਤ ਵਾ, ਵਿਕਾਸ ਵਾ, ਵਿਕਰਮ ਆ, ਜਾਂ ਵਿਕਰਮ ਆਦਿਤਿਆ ਵਾ। ਸੋ ਇਹੋ ਜਿਹੇ ਕੁਐਸਚਨ ਵੀ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਠੀਕ ਹੈ, ਸੋ 에ਅਰਕ੍ਰਾਫਟ, ਠੀਕ ਹੈ, ਪੂਰਾ ਮਤਲਬ ਸਵਦੇਸ਼ੀ ਹੁੰਦਾ, ਪੂਰਾ ਇੰਡੀਜੀਨੀਅਸ 에ਅਰਕ੍ਰਾਫਟ ਕੈਰੀਅਰ ਇਹ ਹੈਗਾ ਜੀ ਆਪਣਾ ਵਿਕਰਾਂਤ। ਸੋ ਇਹਦਾ ਤੀਜੇ ਦਾ ਆਨਸਰ ਬਣਦਾ ਜੀ ਵਿਕਰਾਂਤ ਵਾ, ਜਿਹੜਾ ਕਿ ਪਹਿਲਾ ਸਵਦੇਸ਼ੀ 에ਅਰਕ੍ਰਾਫਟ ਕੈਰੀਅਰ ਆ। ਨੈਕਸਟ ਚੱਲਦੇ ਹਾਂ ਜੀ ਆਪਾਂ। ਸੋ ਏਸ਼ੀਆ ਕੱਪ ਜੀ, ਏਸ਼ੀਆ ਕੱਪ ਜਿਹੜਾ 2022 ਦਾ ਵਾ, ਇਹਨਾਂ ਦੇ ਵਿੱਚੋਂ ਕਿਹੜੇ ਦੇਸ਼ 'ਚ ਹੋਵੇਗਾ? UAE 'ਚ ਹੋਏਗਾ, ਸਾਊਦੀ ਅਰੇਬੀਆ 'ਚ ਹੋਏਗਾ, ਸ਼੍ਰੀਲੰਕਾ 'ਚ ਹੋਏਗਾ, ਜਾਂ ਸਾਊਥ ਕੋਰੀਆ ਦੇ ਵਿੱਚ ਹੋਏਗਾ। ਸੋ ਇਹ ਵੀ ਬਹੁਤ ਇੰਪੋਰਟੈਂਟ ਬਣਦਾ। ਠੀਕ ਹੈ, ਕ੍ਰਿਕਟ ਟੂਰਨਾਮੈਂਟ ਹੁੰਦਾ ਜਿਹੜਾ ਇਹ ਏਸ਼ੀਆ ਕੱਪ ਦੀ ਗੱਲ ਹੋ ਰਹੀ ਹੈ ਨਾ, ਠੀਕ ਹੈ, 2022 ਦੇ ਕ੍ਰਿਕਟ ਟੂਰਨਾਮੈਂਟ ਦੀ। ਸੋ ਪਹਿਲੀ ਗੱਲ ਤਾਂ ਜੀ ਇਹ UAE ਦੇ ਵਿੱਚ ਹੋਏਗਾ। ਸੋ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਮੇਰੇ ਅਕੋਰਡਿੰਗ ਮੈਨੂੰ ਕਰਨਾ ਚਾਹੀਦਾ ਵਾ। ਠੀਕ ਹੈ, UAE ਦੇ ਵਿੱਚ ਹੋਏਗਾ ਇਹ। ਤੇ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀਆਂ ਏਸ਼ੀਅਨ ਕੰਟਰੀਜ਼ ਹੁੰਦੀਆਂ, ਠੀਕ ਹੈ, ਇਸ ਟਾਈਮ ਦੇ ਉੱਤੇ 6 ਕੰਟਰੀਜ਼ ਇਹਦੇ ਵਿੱਚ ਭਾਗ ਲੈਣਗੀਆਂ। ਕਿਹੜੀਆਂ ਜੀ? ਆਪਣੀ ਇੰਡੀਆ ਹੋ ਗਈ, ਠੀਕ ਹੈ ਜੀ, ਆਪਣਾ ਗੁਆਂਢੀ ਰਾਜ ਪਾਕਿਸਤਾਨ ਹੋ ਗਿਆ ਜੀ, ਬੰਗਲਾਦੇਸ਼ ਹੋ ਗਿਆ ਜੀ, ਅਫਗਾਨਿਸਤਾਨ ਹੋ ਗਿਆ ਜੀ, ਤੇ ਨਾਲ ਹੀ ਆਪਣਾ ਸ਼੍ਰੀਲੰਕਾ। ਠੀਕ ਆ, ਹੁਣ ਇਹ 5 ਕੰਟਰੀਜ਼ ਆ, 1 2 3 4 5 ਕੰਟਰੀਜ਼ ਹੋ ਗਏ ਹੋਰ, ਤੇ 6ਵੀਂ ਇੱਕ ਕੰਟਰੀ ਹੋਰ ਹੋਏਗੀ ਜਿਹਦਾ ਕਿ ਕੁਆਲੀਫਾਇਰ ਮੈਚ ਚੱਲ ਰਹੇ ਨੇ। ਹੁਣ ਇਹ ਟੂਰਨਾਮੈਂਟ ਕਿੱਥੇ ਖੇਡਿਆ ਜਾਏਗਾ? ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ UAE ਦੇ ਵਿੱਚ ਖੇਡਿਆ ਜਾਏਗਾ, ਪਹਿਲੀ ਗੱਲ ਤਾਂ। ਠੀਕ ਆ, ACC ਜਿਹੜੀ ਕਿ ਆਪਣੀ ਏਸ਼ੀਅਨ ਕ੍ਰਿਕਟ ਕੰਟਰੋਲ ACC, ਠੀਕ ਹੈ, ਏਸ਼ੀਅਨ ਕ੍ਰਿਕਟ ਕੰਟਰੋਲ ਵਾ ਜਿਹੜੀ ਕੌਂਸਲ ਵਾ, ਇਹ ਆਪਣੀ ਇਹਨੂੰ ਹੈਲਡ ਕਰਦੀ ਆ, ਮਤਲਬ ਐਡਮਿਨਿਸਟ੍ਰੇਟ ਕਰਦੀ ਆ ਇਹਨੂੰ। ਤੇ ਜਿਹੜਾ ਟੂਰਨਾਮੈਂਟ ਆ ਇਹ ਸ਼ਾਇਦ 27 ਅਗਸਤ ਤੋਂ ਸ਼ੁਰੂ ਹੋਊਗਾ। ਠੀਕ ਆ, ਸੋ ਇਹ 10-12 ਦਿਨ ਦਾ ਟੂਰਨਾਮੈਂਟ, ਸੌਰੀ 1 ਮਹੀਨੇ ਦੇ ਲਗਭਗ ਟੂਰਨਾਮੈਂਟ ਹੋਊਗਾ। ਸੋ ਇਹਦੇ ਵਿੱਚੋਂ ਵੀ ਪੇਪਰ ਦੇ ਵਿੱਚ ਕੁਐਸਚਨ ਥੋੜੇ ਬਹੁਤ ਇਸ ਤਰ੍ਹਾਂ ਪੁੱਛ ਸਕਦਾ ਕਿ ਏਸ਼ੀਆ ਕੱਪ 2022 ਦਾ ਆਯੋਜਨ ਆ ਜਿਹੜਾ ਕਿੱਥੇ ਹੋ ਰਿਹਾ। ਤੇ ਇੱਕ ਚੀਜ਼ ਹੋਰ, ਇਹ T20 ਟੂਰਨਾਮੈਂਟ ਆ ਜੀ। ਨੈਕਸਟ। ਸੋ ਜੀ ਹੁਣ ਆ ਗਿਆ ਜੀ ਆਪਣਾ ਕੰਤਾਰ ਇੰਡੀਆ ਦੇ ਸਾਲਾਨਾ ਬ੍ਰਾਂਡ ਫੁੱਟਪ੍ਰਿੰਟ ਦੇ ਅਨੁਸਾਰ 2021 ਦੇ ਵਿੱਚ ਭਾਰਤ ਵਿੱਚ ਤੇਜ਼ੀ ਨਾਲ ਚੱਲਣ ਵਾਲੀਆਂ ਖਪਤਕਾਰਾਂ ਦੀਆਂ ਵਸਤਾਂ ਵਿੱਚ ਕਿਹੜਾ ਬ੍ਰਾਂਡ ਸਭ ਤੋਂ ਪ੍ਰਸਿੱਧ ਬ੍ਰਾਂਡ ਬਣਿਆ? ਇੱਕ ਚੀਜ਼ ਦਾ ਹੋਰ ਜੀ ਉੱਪਰ ਧਿਆਨ ਰੱਖ ਲਿਓ, ਇਹ ਵਾਲਾ ਨਾ ਪਹਿਲਾਂ ਜਿਹੜਾ ਏਸ਼ੀਆ ਕੱਪ ਸੀ ਇਹ ਪਹਿਲਾਂ ਕਾਫੀ ਜਗ੍ਹਾ ਦੇ ਉੱਤੇ ਰੀਸ਼ਡਿਊਲ ਹੋ ਰਿਹਾ ਵਾ ਬਾਰ-ਬਾਰ। ਮਤਲਬ ਪਹਿਲਾਂ ਇਹ ਕਿਤੇ ਹੋਰ ਰੱਖਿਆ ਗਿਆ ਸੀ, 2-3 ਵਾਰੀ ਇਹਦੇ ਵੈਨਿਊ ਚੇਂਜ ਹੋਏ ਨੇ, ਵਿੱਚ ਦੀ ਕੋਵਿਡ ਆ ਗਿਆ, ਇਹਨਾਂ ਸਿਚੁਏਸ਼ਨ ਕਰਕੇ। ਵੈਸੇ ਇਹ 2020 ਦੇ ਵਿੱਚ ਆਈ ਥਿੰਕ ਹੋਣਾ ਸੀ, ਸੋ ਪਹਿਲਾਂ ਫਿਰ ਇਹਨੂੰ 2021 ਚ ਕਰ ਦਿੱਤਾ ਗਿਆ। ਹੁਣ ਫਿਲਹਾਲ ਇਹ 2022 ਚ UAE ਚ ਹੋਇਆ। ਸੋ ਤੁਸੀਂ ਰੀਸੈਂਟ ਯਾਦ ਰੱਖਣਾ ਹੁੰਦਾ ਵਾ। ਠੀਕ ਹੈ ਜੀ।
ਹੁਣ ਆ ਗਿਆ ਜੀ ਕੰਤਾਰ ਇੰਡੀਆ ਦੇ ਸਾਲਾਨਾ ਬ੍ਰਾਂਡ ਫੁੱਟਪ੍ਰਿੰਟ ਦੇ ਅਨੁਸਾਰ 2021 ਵਿੱਚ ਭਾਰਤ ਵਿੱਚ ਤੇਜ਼ੀ ਨਾਲ ਚੱਲਣ ਵਾਲੀਆਂ ਖਪਤਕਾਰਾਂ ਦੀਆਂ ਵਸਤਾਂ ਦੇ ਵਿੱਚ ਇਹੋ ਜਿਹੀ ਕਿਹੜੀ ਖਪਤਕਾਰ ਆ ਜਿਹੜਾ ਬ੍ਰਾਂਡ ਸਭ ਤੋਂ ਪ੍ਰਸਿੱਧ ਬ੍ਰਾਂਡ ਬਣਿਆ ਹੋਇਆ ਵਾ, ਠੀਕ ਆ। ਜਿਹੜੀਆਂ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਸ ਨੇ, ਜਿਹੜੀਆਂ ਪਾਰਲੇ ਦੀਆਂ ਨੇ, ਅਮੁੱਲ ਦੀਆਂ ਨੇ, ਬ੍ਰਿਟਾਨੀਆ ਨੇ ਜਾਂ ਕਲੀਨਿਕ ਪਲੱਸ ਦੀਆਂ, ਦੱਸੋ ਜੀ ਕਿਹੜਾ ਬ੍ਰਾਂਡ ਰਿਹਾ ਜੀ। ਸੋ ਪੰਜਵੇਂ ਦਾ ਸਹੀ ਆਨਸਰ ਬਣਦਾ ਜੀ ਪਾਰਲੇ, ਠੀਕ ਆ ਜੀ। ਪਾਰਲੇ ਦੀਆਂ ਜਿਹੜੀਆਂ ਆਪਣੀਆਂ ਨੇ ਸੀਗਾ ਜੀ ਇਹਦੀਆਂ ਵਸਤੂਆਂ ਬ੍ਰਾਂਡ ਰਿਹਾ ਵਾ 1 ਨੰਬਰ ਤੇ। ਹਾਂਜੀ ਹੁਣੇ ਰੀਸੈਂਟਲੀ ਇੱਕ ਨਾ DSF ਇੰਸਟੀਚਿਊਟ ਆ, ਇਹਨੇ ਇੱਕ ਮਤਲਬ ਕਿ ਦਿਨੇਸ਼ ਸਹਾਰਾ ਲਾਈਫ ਟਾਈਮ ਅਵਾਰਡ ਫਾਰ ਐਕਸੀਲੈਂਸ ਦਾ ਐਲਾਨ ਕੀਤਾ, ਠੀਕ ਹੈ। ਦਿਨੇਸ਼ ਸਹਾਰਾ ਲਾਈਫ ਟਾਈਮ ਅਵਾਰਡ ਫਾਰ ਐਕਸੀਲੈਂਸ ਦਾ ਕਿਹੜੇ ਖੇਤਰ 'ਚ ਦਿੱਤਾ ਜਾਂਦਾ, ਠੀਕ ਹੈ। ਅਵਾਰਡ ਐਂਡ ਆਨਰ ਦੇ ਥੋੜਾ ਜਿਹਾ ਧਿਆਨ ਨਾਲ ਕਰ ਲਿਆ ਕਰੋ ਕਿਉਂਕਿ ਇਹ 'ਚੋਂ ਕੁਐਸਚਨ ਪੁੱਛੇ ਜਾਂਦੇ ਨੇ ਸਾਇੰਸ ਦੇ ਵਿੱਚ, ਮਿਊਜ਼ਿਕ 'ਚ, ਡਾਂਸ 'ਚ ਜਾਂ ਰਾਈਟਿੰਗ ਦੇ ਵਿੱਚ। ਸੋ ਇਹ ਜਿਹੜਾ ਅਵਾਰਡ ਆ ਜੀ ਦਿਨੇਸ਼ ਸਹਾਰਾ ਲਾਈਫ ਟਾਈਮ ਅਵਾਰਡ, ਇਹ ਅਚੀਵਮੈਂਟ ਐਕਸੀਲੈਂਟ ਅਵਾਰਡ ਕਿੱਥੇ ਮਿਲਦਾ ਜੀ, ਮਿਊਜ਼ਿਕ ਇੰਡਸਟਰੀ ਦੇ ਵਿੱਚ ਦੇਣ ਦਾ ਐਲਾਨ ਕੀਤਾ ਗਿਆ, ਠੀਕ ਹੈ। DSF ਇਹਦੀ ਸੰਸਥਾ ਵਾ। ਹੁਣ ਆ ਗਿਆ ਜੀ ਕਾਮਨਵੈਲਥ ਖੇਡਾਂ ਜਿਹੜੀਆਂ ਹੁਣੇ 2022 'ਚ ਹੋਈਆਂ, ਭਾਰਤੀ ਦਲ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਕੌਣ ਸੀ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਆ। ਸੋ ਉਹਦੇ ਵਿੱਚ ਮਿਸ ਹੋ ਗਿਆ ਸੀ ਜਿਹੜੀ ਕਾਮਨਵੈਲਥ ਗੇਮਸ ਦੀ ਮੈਂ ਤੁਹਾਨੂੰ ਕਲਾਸ ਇੱਕ ਪੂਰੀ ਪ੍ਰੋਵਾਈਡ ਕੀਤੀ ਹੋਈ ਆ, ਠੀਕ ਆ। 20-25 ਮਿੰਟ ਦੀ ਕਲਾਸ ਆ, ਉਹ ਜ਼ਰੂਰ ਦੇਖ ਲਿਓ। ਉਹ 'ਚ ਆਪਾਂ ਸਾਰੇ ਪੁਆਇੰਟ ਕਵਰ ਕੀਤੇ ਹੋਏ ਨੇ ਜਿਹੜੇ ਇੰਪੋਰਟੈਂਟ ਬਣਦੇ ਨੇ। ਸੋ ਜੀ ਇਹਦਾ ਬਣਦਾ ਅਨੁਜ ਕੁਮਾਰੀਆ, ਅਨਹੰਤ ਸਿੰਘ ਆ, ਅੰਚਲ ਅਗਰਵਾਲਾ ਜਾਂ ਅੰਕਿਤਾ ਜੋਸ਼ੀ ਆ। ਦੱਸੋ ਜੀ ਕੌਣ ਆ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਵਾ ਜੀ 2022 ਦੇ ਵਿੱਚ। ਸੋ ਇਹ ਆ ਜੀ ਅਨਾਹਤ ਸਿੰਘ, ਠੀਕ ਆ ਜੀ, ਅਨਾਹਤ ਸਿੰਘ ਚੰਗੀ ਤਰ੍ਹਾਂ, ਠੀਕ ਆ। ਇਹਨੂੰ ਕਰ ਲਿਓ, ਪੇਪਰ ਦੇ ਵਿੱਚ ਬਣ ਸਕਦਾ ਇਹ ਕੁਐਸਚਨ ਵੀ, ਠੀਕ ਆ ਜੀ। ਸਿਰਫ 14 ਸਾਲ ਦਾ ਵਾ ਇਹ, ਠੀਕ ਆ। 14 ਸਾਲ ਦਾ ਇਹ ਸਕੁਐਸ਼ ਪਲੇਅਰ ਆ ਇੱਕ। ਨੈਕਸਟ ਆ ਗਿਆ ਜੀ। ਸੋ ਜੀ ਨੈਕਸਟ ਆ ਗਿਆ ਜੀ ਤਾਬੋੜਾ ਟਾਈਗਰ ਰਿਜ਼ਰਵ, ਠੀਕ ਆ। ਜਿਹਨੇ ਗਲੋਬਲ ਟਾਈਗਰ ਡੇ ਸਮਾਰੋਹ ਦੀ ਮੇਜ਼ਬਾਨੀ ਕੀਤੀ ਤਾਂ ਉਹਦਾ ਭਾਰਤ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਸਥਿਤ ਆ, ਸਿੱਕਮ 'ਚ, ਮਹਾਰਾਸ਼ਟਰ 'ਚ, ਗੁਜਰਾਤ 'ਚ ਜਾਂ ਆਂਧਰਾ ਪ੍ਰਦੇਸ਼ 'ਚ। ਦੱਸੋ ਜੀ ਇਹਦਾ ਸਹੀ ਬਿਲਕੁਲ ਸਹੀ ਆਨਸਰ ਬਣਦਾ ਪਿਆ ਵਾ ਜੀ, ਇਹਦਾ ਮਹਾਰਾਸ਼ਟਰ ਦੇ ਵਿੱਚ ਸਥਿਤ ਆ, ਠੀਕ ਆ। ਜ਼ਿਆਦਾ ਟਾਈਮ ਮੈਂ ਤਾਂ ਨਹੀਂ ਲੈ ਰਿਹਾ ਤੁਹਾਡਾ, ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ। ਆਪਾਂ 60 ਕੁਐਸਚਨ ਕਰ ਦਿੰਦੇ ਹਾਂ, ਠੀਕ ਆ। ਸੋ ਜਲਦੀ ਤੋਂ ਜਲਦੀ ਕਰਨੇ ਆ। ਹੁਣ ਜਿਹੜੀ ਇੰਟਰਨੈਸ਼ਨਲ ਟਾਈਗਰ ਡੇ ਆ ਇਹ 29 ਜੁਲਾਈ ਨੂੰ ਸੈਲੀਬ੍ਰੇਟ ਕੀਤਾ ਗਿਆ ਤੇ ਟਾਈਗਰ ਡੇ ਪ੍ਰੋਗਰਾਮ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿੱਥੇ ਹੋ ਰਿਹਾ, ਟਬੋਡਾ ਮਹਾਰਾਸ਼ਟਰ 'ਚ। ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਆ। ਨੈਕਸਟ ਆ ਗਿਆ ਜੀ। ਹੁਣ ਜੀ ਕਿਹੜੇ ਦੇਸ਼ ਦੇ ਹੁਣੇ ਜਾਂ ਇੱਕ ਨਾ ਲਿਸਟਰ ਕ੍ਰਿਕਟ ਮੈਦਾਨ ਵਾ, ਉਹਦਾ ਨਾਮ ਬਦਲ ਕੇ ਆਪਣੇ ਭਾਰਤ ਦੇ ਜਿਹੜੇ ਪੂਰਵ ਕਪਤਾਨ ਨੇ, ਠੀਕ ਆ, ਆਪਣਾ ਖਿਡਾਰੀ ਨੇ, ਠੀਕ ਆ, ਬੈਟਸਮੈਨ ਸੁਨੀਲ ਗਾਵਸਕਰ ਦੇ ਨਾਮ ਦੇ ਉੱਤੇ ਰੱਖ ਦਿੱਤਾ ਗਿਆ। ਇੰਗਲੈਂਡ, ਨਿਊਜ਼ੀਲੈਂਡ, ਵੈਸਟ ਇੰਡੀਜ਼ ਜਾਂ ਸਾਊਥ ਅਫਰੀਕਾ, ਇਹੋ ਜਿਹੇ ਕੁਐਸਚਨ ਜ਼ਰੂਰ ਧਿਆਨ ਨਾਲ ਕਰਕੇ ਜਾਇਆ ਕਰੋ, ਮੋਸਟ ਇੰਪੋਰਟੈਂਟ ਹੈ। ਕਿਉਂਕਿ ਜਦੋਂ ਇਹੋ ਜਿਹੇ ਕੋਈ ਵੀ ਨੇਮ ਚੇਂਜ ਹੁੰਦੇ ਨੇ, ਠੀਕ ਆ। ਜਿਵੇਂ ਹੁਣੇ ਚੰਡੀਗੜ੍ਹ 에ਅਰਪੋਰਟ ਦਾ ਮੈਂ ਹੁਣੇ MCQ ਤੁਹਾਨੂੰ ਪਾਇਆ ਸੀਗਾ ਇੱਕ ਟੈਲੀਗ੍ਰਾਮ ਦੇ ਉੱਤੇ ਕਿ ਚੰਡੀਗੜ੍ਹ 에ਅਰਪੋਰਟ ਦਾ ਹੁਣੇ ਰੀਸੈਂਟਲੀ ਆਪਣੀ ਪੰਜਾਬ ਤੇ ਹਰਿਆਣਾ ਸਰਕਾਰ ਨੇ ਮਿਲ ਕੇ ਕੀ ਨਾਮ ਰੱਖਣ ਦਾ ਮਤਲਬ ਨਵਾਂ ਨਾਮ ਰੱਖਣ ਦੀ ਸਹਿਮਤੀ ਜਤਾਈ ਆ, ਸ਼ਹੀਦ ਭਗਤ ਸਿੰਘ, ਠੀਕ ਆ। ਇਹੋ ਜਿਹੇ ਕੁਐਸਚਨ ਦੇ ਉੱਤੇ ਮੇਨ ਫੋਕਸ ਰੱਖਿਆ ਕਰੋ ਕਿਉਂਕਿ ਇਹੋ ਜਿਹੇ ਪੇਪਰ ਦੇ ਵਿੱਚ ਡਾਇਰੈਕਟ ਪੁੱਛੇ ਜਾਂਦੇ ਨੇ ਕਰੰਟ ਅਫੇਅਰ ਦੇ ਵਿੱਚ। ਸੋ ਇਹ ਆ ਗਿਆ ਜੀ ਆਪਣਾ ਇੰਗਲੈਂਡ, ਠੀਕ ਆ ਜੀ। ਇੰਗਲੈਂਡ ਦਾ ਇਹ ਮੈਦਾਨ ਆ ਜਿਹਨੂੰ ਪਹਿਲਾਂ ਲਿਸਟਰ ਕ੍ਰਿਕਟ ਗਰਾਊਂਡ ਕਹਿੰਦੇ ਹੁੰਦੇ ਸੀ, ਠੀਕ ਆ। ਸੋ ਇਹਦਾ ਨਾਮ ਹੁਣ ਜੀ ਸੁਨੀਲ ਗਾਵਸਕਰ ਦੇ ਨਾਮ ਦੇ ਉੱਤੇ ਰੱਖਿਆ ਗਿਆ ਵਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਹਾਂਜੀ ਬੰਗਲਾਦੇਸ਼ ਦੇ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਵਜੋਂ ਕਿਹਨੂੰ ਨੋਮੀਨੇਟ ਕੀਤਾ ਗਿਆ, ਕਿਹਦਾ ਨਾਮ ਦਿੱਤਾ ਗਿਆ ਜੀ, ਪ੍ਰਣਵ ਕੁਮਾਰ ਵਰਮਾ, ਵਿਕਰਮ ਦੋਰਾਸਵਾਈ, ਆਰ ਮਾਧਵਨ ਤੇ ਦੁਸ਼ਯੰਤ ਜੋਸ਼ੀ। ਦੱਸੋ ਜੀ। ਸੋ ਇਹ ਨਹੀਂ ਜੀ ਬਣਦਾ ਪ੍ਰਣਵ ਕੁਮਾਰ ਵਰਮਾ। ਸੋ ਪਿਛਲੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀ ਕਿ ਭਾਰਤ ਕਿ ਬੰਗਲਾਦੇਸ਼ ਵੱਲੋਂ ਭਾਰਤ ਦਾ ਇਹ ਹਾਈ ਕਮਿਸ਼ਨਰ ਦੇ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ, ਉਹ ਤੁਸੀਂ ਮੈਨੂੰ ਆਪਣਾ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ, ਠੀਕ ਆ। ਮੈਂ ਕਰਵਾਇਆ ਹੋਇਆ ਵਾ ਤੁਹਾਨੂੰ, ਇਹ ਪਿਛਲੀ ਕਲਾਸ ਦੇ ਵਿੱਚ ਹੀ ਅਜੇ ਆਪਾਂ ਕਰਵਾਇਆ। ਹਾਲ ਹੀ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਆ ਜਿਹਨੇ ਮਿੰਜਰ ਮੇਲੇ ਦਾ ਆਯੋਜਨ ਕੀਤਾ ਵਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਸਿੱਕਮ ਜਾਂ ਮੇਘਾਲਿਆ, ਠੀਕ ਆ ਜੀ। ਮਿੰਜਰ ਮੇਲੇ ਨੂੰ ਆਰਗੇਨਾਈਜ਼ ਕੀਤਾ ਕਿਹੜੇ ਰਾਜ ਦੇ ਵਿੱਚ ਕੀਤਾ, ਇਹ ਕੀਤਾ ਜੀ ਹਿਮਾਚਲ ਪ੍ਰਦੇਸ਼, ਠੀਕ ਆ। ਚੰਗੀ ਤਰ੍ਹਾਂ ਯਾਦ ਕਰ ਲਿਓ, ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਮਿੰਜਰ ਮੇਲੇ ਦਾ। ਹੁਣ ਆਪਾਂ ਥੋੜੇ ਜਿਹੇ ਹੋਰ ਮੈਂ ਤੁਹਾਡੇ ਲਈ ਨਾ ਮੇਲੇ ਐਡ ਕੀਤੇ ਨੇ ਜਿਹੜੇ ਕਿ ਮਹੱਤਵਪੂਰਨ, ਜਿਹੜੇ ਫੈਸਟੀਵਲ ਵਗੈਰਾ ਕੋਈ ਵੀ ਸੈਲੀਬ੍ਰੇਟ ਕੀਤਾ ਜਾਂਦਾ ਵਾ, ਠੀਕ ਆ। ਸੋ ਇਹ ਮਿੰਜਰ ਦਾ ਆਪਾਂ ਕਰ ਲਿਆ, ਠੀਕ ਆ। ਇੱਕ ਹੁੰਦਾ ਜੀ ਬਤੇਸ਼ਵਰ, ਇਹ ਯੂਪੀ 'ਚ ਸੈਲੀਬ੍ਰੇਟ ਹੁੰਦਾ। ਸਈਦ ਸਲਾਰ ਮੇਲਾ ਯੂਪੀ ਦੇ ਵਿੱਚ, ਮਾਘ ਮੇਲਾ ਯੂਪੀ 'ਚ, ਤੇ ਤਾਰਾ ਤਰੀਨੀ ਮੇਲਾ ਜਿਹੜਾ ਵਾ ਆਪਣਾ ਫੈਸਟੀਵਲ ਆ ਤੇ ਇਹ ਆਪਣਾ ਸੈਲੀਬ੍ਰੇਟ ਹੁੰਦਾ ਉੜੀਸਾ 'ਚ। ਮੱਕਰ ਮੇਲਾ ਉੜੀਸਾ ਦੇ ਵਿੱਚ, ਸੂਰਜ ਕੁੰਡ ਹਰਿਆਣਾ ਦੇ ਵਿੱਚ, ਗੰਗਾ ਸਾਗਰ ਵੈਸਟ ਬੰਗਾਲ 'ਚ, ਅੰਬੂਚੀ ਅਸਾਮ ਦੇ ਵਿੱਚ, ਹਰੀਹਰ ਬਿਹਾਰ ਦੇ ਵਿੱਚ ਤੇ ਭੁਵਨੇਸ਼ਵਰ ਰਾਜਸਥਾਨ ਦੇ ਵਿੱਚ, ਠੀਕ ਆ। ਸੋ ਇਹ ਪੇਪਰ ਦੇ ਵਿੱਚ ਸਟੈਟਿਕ ਦੇ ਵਿੱਚ ਸਿੱਧੇ ਕੁਐਸਚਨ ਪੁੱਛੇ ਜਾਂਦੇ ਨੇ। ਨੈਕਸਟ ਆ ਗਿਆ ਜੀ। ਹੁਣ ਆਪਾਂ ਹੁਣੇ ਰੀਸੈਂਟਲੀ ਉਹ ਕਹਿੰਦੇ ਜੀ ਕਿਹੜੇ ਫਾਰਮੂਲਾ 1 ਚੈਂਪੀਅਨ ਨੇ ਅਨਾਊਂਸਮੈਂਟ ਕਰ ਦਿੱਤੀ ਆ ਕਿ ਹਾਂ ਵੀ ਮੈਂ ਰਿਟਾਇਰਮੈਂਟ ਕਰ ਰਿਹਾ, ਠੀਕ ਆ। ਰਿਟਾਇਰਮੈਂਟ ਦਾ ਐਲਾਨ ਕਰਤਾ। ਲੂਇਸ ਹੈਮਿਲਟਨ, ਮੈਕਸ ਕੈਂਪੈਲਾ ਜਾਂ ਆਪਣਾ ਸੈਬਸਟੇਨ ਵੈਟਲ ਆ ਜਾਂ ਨਨ ਆਫ ਥੀਸ ਆ। ਦੱਸੋ ਜੀ। ਆਪਾਂ ਤੁਹਾਨੂੰ 5-7 ਸੈਕਿੰਡ ਦਾ ਟਾਈਮ ਦੇਵਾਂਗੇ ਜੀ। ਸੋ ਇਹਦਾ ਆਨਸਰ ਬਣਦਾ ਜੀ ਸੈਬਸਟੇਨ ਵੈਟਲ ਆ। ਇਹਨੇ ਫਾਰਮੂਲਾ 1 ਚੈਂਪੀਅਨ ਆ ਤਾਂ ਇਹਨੇ ਹੁਣੇ ਰੀਸੈਂਟਲੀ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੋਇਆ। ਹੁਣ ਹੇਠ ਦਿੱਤਿਆਂ ਦੇ ਵਿੱਚੋਂ ਕਿਸ ਨੇ ਨਵਾਂ ਸੈਮੀ ਕੰਡਕਟਰ ਰਿਸਰਚ ਹੱਬ ਲਾਂਚ ਕੀਤਾ, ਠੀਕ ਹੈ ਜੀ। ਕਿਹੜਾ ਦੇਸ਼ ਆ ਉਹ ਕਹਿੰਦਾ ਜੀ ਜਿਹਨੇ ਇਹਨੇ ਸੈਮੀ ਕੰਡਕਟਰ ਰਿਸਰਚ ਹੱਬ ਲਾਂਚ ਕੀਤਾ। ਜਾਪਾਨ ਨੇ, ਅਮਰੀਕਾ ਨੇ, ਫਰਾਂਸ ਨੇ ਜਾਂ
A ਐਂਡ B ਦੋਨੇ ਦੱਸੋ ਜੀ, ਬਹੁਤ ਇੰਪੋਰਟੈਂਟ ਬਣਦਾ ਜੀ ਕੁਐਸਚਨ ਇਹ ਵੀ। ਸੋ ਇਹੋ ਜਿਹੇ ਕੁਐਸਚਨ ਆ ਨਾ ਜਿਹੜੇ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦੇ ਨੇ, ਠੀਕ ਆ। ਕਿ ਨਵਾਂ ਸੈਮੀ ਕੰਡਕਟਰ ਰਿਸਰਚ ਹੱਬ ਦੱਸੋ ਜੀ। ਸੋ ਇਹਦਾ ਬਣਦਾ ਜੀ ਬੋਥ A ਐਂਡ B, ਇਹਦਾ ਆਨਸਰ ਬਣਦਾ ਪਿਆ, ਠੀਕ ਆ ਜੀ। ਸੋ ਇਹਦਾ ਆਪਣਾ ਜਾਪਾਨ ਵੀ ਬਣ ਰਿਹਾ ਤੇ ਅਮਰੀਕਾ, ਠੀਕ ਆ। ਇਹਨਾਂ ਦੋਨਾਂ ਕੰਟਰੀਜ਼ ਨੇ ਇਹ ਲਾਂਚ ਕੀਤਾ ਸੈਮੀ ਕੰਡਕਟਰ ਰਿਸਰਚ ਹੱਬ। ਹੁਣ ਦੇਖੋ ਜੀ, ਇੱਕ ਨਾ ਹੁਣੇ ਨਾ ਗੁਜਰਾਤ ਦੀ ਸਟੇਟ ਢੋਲੇਰਾ ਸਿਟੀ ਦੇ ਵਿੱਚ ਇੱਕ ਨਾ ਨੈਸ਼ਨਲ ਹੱਬ ਆਫ ਸੈਮੀ ਕੰਡਕਟਰ ਇੰਡਸਟਰੀ ਇਨ ਇੰਡੀਆ ਬਣੂਗਾ। ਪੇਪਰ 'ਚ ਕੁਐਸਚਨ ਆ ਜਾਊਗਾ ਕਿ ਕਿਹੜੀ ਸਿਟੀ ਦੇ ਵਿੱਚ ਜਾਂ ਕਿਹੜੇ ਉਹਦੇ ਵਿੱਚ ਆਪਣਾ ਕਿਹੜੀ ਸਟੇਟ ਦੇ ਵਿੱਚ ਹੁਣੇ ਨੈਸ਼ਨਲ ਹੱਬ ਆਫ ਸੈਮੀ ਕੰਡਕਟਰ ਇੰਡਸਟਰੀ ਇਨ ਇੰਡੀਆ ਦਾ ਬਣੂਗਾ, ਠੀਕ ਆ। ਗੁਜਰਾਤ ਦੀ ਢੋਲੇਰਾ ਸਿਟੀ ਦੇ ਵਿੱਚ। ਨੈਕਸਟ ਹੁਣ ਜੀ ਇੰਡਸ, ਹੁਣ ਜੀ ਆਪ ਬਹੁਤ ਇੰਪੋਰਟੈਂਟ ਬਣਦਾ ਸਾਇੰਸ ਐਂਡ ਟੈਕ 'ਚੋਂ। ਤੁਸੀਂ ਬਾਰ-ਬਾਰ ਕਹਿੰਦੇ ਹੁੰਦੇ ਹੋ ਨਾ ਕਿ ਸਾਇੰਸ ਐਂਡ ਟੈਕ ਦੇ ਵਿੱਚੋਂ ਕਿਹੋ ਜਿਹੇ ਕੁਐਸਚਨ ਪੁੱਛੇ ਜਾਂਦੇ, ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ ਸਾਇੰਸ ਐਂਡ ਟੈਕ ਦੇ ਵਿੱਚੋਂ। ਇੰਡਸ ਇੰਟਰਨੈਸ਼ਨਲ ਸਕੂਲ ਦੁਆਰਾ ਪੇਸ਼ ਕੀਤੇ ਗਏ ਭਾਰਤ ਦੇ ਪਹਿਲੇ ਅਧਿਆਪਨ ਰੋਬੋਟ, ਠੀਕ ਆ ਜੀ। ਮਤਲਬ ਕਿ ਇਹਦਾ ਫਸਟ ਟੀਚਿੰਗ ਰੋਬੋਟ ਆ ਜਿਹੜਾ ਇੰਟਰੋਡਿਊਸ ਕੀਤਾ ਇੰਡਸ ਇੰਟਰਨੈਸ਼ਨਲ ਸਕੂਲ ਨੇ, ਉਹਦਾ ਨਾਂ ਦੱਸੋ ਕੀ ਆ। ਮੋਸਟ ਇੰਪੋਰਟੈਂਟ ਮੈਂ ਕਹਿ ਰਿਹਾ ਕਿ ਮੋਸਟ ਐਕਸਪੈਕਟਡ ਕੁਐਸਚਨ ਰਹੂਗਾ ਆਉਣ ਵਾਲੇ ਪੇਪਰਾਂ ਦੇ ਵਿੱਚ ਇਹ। ਕਾਈਟ ਰੋਬੋਟ ਆ, ਸਪੈਰੋ ਰੋਬੋਟ ਆ, ਈਗਲ ਰੋਬੋਟ ਆ ਜਾਂ ਟੈਕ ਰੋਬੋਟ ਆ, ਠੀਕ ਆ ਜੀ। ਸੋ ਟੀਚਿੰਗ ਲਈ, ਠੀਕ ਆ, ਟੀਚਿੰਗ ਫਸਟ ਟੀਚਿੰਗ ਰੋਬੋਟ ਇਹਨਾਂ ਨੇ ਇੰਟਰੋਡਿਊਸ ਕੀਤਾ ਵਾ। ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ ਪਿਆ ਜੀ ਈਗਲ ਰੋਬੋਟ ਆ ਇਹ ਜੀ, ਠੀਕ ਆ ਜੀ। ਸੋ ਇਹ ਆਪਣੇ 3 ਸਕੂਲਾਂ ਦੇ ਵਿੱਚ ਉਹ ਕੀਤਾ ਵਾ, ਠੀਕ ਆ ਜੀ। ਹੈਦਰਾਬਾਦ ਹੋ ਗਿਆ, ਹੈਦਰਾਬਾਦ ਤੇ ਬੈਂਗਲੌਰ ਤੇ ਪੂਨੇ ਦੇ ਵਿੱਚ, ਠੀਕ ਆ ਜੀ। ਸੋ ਇਹ 3 ਸਕੂਲ ਨੇ ਜਿਨ੍ਹਾਂ ਦੇ ਵਿੱਚ ਇਹ ਰੋਬੋਟ ਦਾ ਅਧਿਆਪਨ ਕੀਤਾ ਵਾ, ਠੀਕ ਆ ਜੀ। ਨੈਕਸਟ ਆਪਾਂ ਕਰਦੇ ਹਾਂ ਜੀ ਹੁਣ 15 ਨੰਬਰ ਕੁਐਸਚਨ ਤੇ ਆ ਗਏ ਹੋਏ ਆ ਜੀ। 2021 ਚ ਇੱਕ ਨਾ ਰਾਜ ਵਿਧਾਨ ਸਭਾ ਦੇ ਵਿੱਚ ਆਪਾਂ ਪਤਾ ਸਟੇਟ ਅਸੈਂਬਲੀਜ਼ ਦੇ ਵਿੱਚ ਮੀਟਿੰਗਸ ਹੁੰਦੀਆਂ ਨੇ, ਠੀਕ ਆ। ਸੋ ਸਟੇਟ ਸਰਕਾਰ ਸਰਕਾਰ ਦੇ ਜਿਹੜੇ ਨੁਮਾਇੰਦੇ ਉਹਦੇ ਵਿੱਚ ਮੀਟਿੰਗਸ ਕਰਦੇ ਹੁੰਦੇ ਨੇ, ਤਾਂ ਰਾਜ ਵਿਧਾਨ ਸਭਾ ਦੀਆਂ ਕਿਹੜੇ ਰਾਜ ਨੇ ਸਭ ਤੋਂ ਵੱਧ ਬੈਠਕਾਂ ਕੀਤੀਆਂ ਨੇ, ਠੀਕ ਆ। ਤਾਮਿਲਨਾਡੂ, ਕੇਰਲਾ, ਉੜੀਸਾ ਜਾਂ ਉੱਤਰ ਪ੍ਰਦੇਸ਼। ਇੰਪੋਰਟੈਂਟ ਕੁਐਸਚਨ ਬਣਦਾ ਜੀ ਇਹ ਵੀ। ਸੋ ਕੇਰਲਾ ਬਹੁਤ ਜ਼ਿਆਦਾ ਨਿਊਜ਼ 'ਚ ਆ, ਠੀਕ ਆ। ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਆ ਕੇਰਲਾ, ਠੀਕ ਆ। ਕੇਰਲਾ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ, ਬਹੁਤ ਚੀਜ਼ਾਂ ਕੇਰਲਾ ਦੇ ਵਿੱਚ ਹੋ ਰਹੀਆਂ ਨੇ, ਠੀਕ ਆ। ਸੋ 2021 ਚ ਰਾਜ ਵਿਧਾਨ ਸਭਾ ਦੀਆਂ ਸਭ ਤੋਂ ਵੱਧ ਬੈਠਕਾਂ ਕਿੱਥੇ ਹੋਈਆਂ ਨੇ ਜੀ? ਸਟੇਟ ਅਸੈਂਬਲੀ 2021 ਦੀਆਂ ਕੇਰਲ ਦੇ ਵਿੱਚ। ਨੈਕਸਟ ਚੱਲਦੇ ਹਾਂ ਜੀ ਆਪਾਂ 16 ਨੰਬਰ ਕੁਐਸਚਨ ਤੇ ਆ ਗਏ ਹੋਏ ਹਾਂ ਜੀ। 60 ਕੁਐਸਚਨ ਆਪਾਂ ਕਰਦੇ ਹਾਂ, ਠੀਕ ਆ ਜੀ। 15 ਹੋ ਗਿਆ, 45 ਰਹਿ ਗਏ ਆਪਣੇ। ਸੋ ਜੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੁਆਰਾ ਕਿਸ ਰਾਜ ਨੂੰ ਪੁਲਿਸ ਦੀ ਬਕਾਰੀ ਜਿਹੜਾ ਕਿ ਪ੍ਰੈਜ਼ੀਡੈਂਟ ਕਲਰ ਪ੍ਰਦਾਨ ਕੀਤਾ, ਠੀਕ ਹੈ, ਪ੍ਰੈਸਟੀਜੀਅਸ ਪ੍ਰੈਜ਼ੀਡੈਂਟਸ ਕਲਰ ਅਵਾਰਡ ਕੀਤਾ ਗਿਆ ਵੈਂਕਈਆ ਨਾਇਡੂ ਨੇ ਰਾਜ। ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਹੈ, ਖਾਸ ਕਰ ਪੰਜਾਬ ਪੁਲਿਸ ਲਈ। ਸੋ ਤਾਮਿਲਨਾਡੂ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਜਾਂ ਮੇਘਾਲਿਆ, ਇਹਨਾਂ ਦੇ ਵਿੱਚੋਂ ਕਿਹੜੀ ਆ ਜੀ ਦੱਸੋ। ਸੋ ਇਹਦਾ ਕਰੈਕਟ ਆਨਸਰ ਬਣਦਾ ਪਿਆ ਜੀ ਸਾਡਾ ਤਾਮਿਲਨਾਡੂ। ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ, ਉਸ ਟਾਈਮ ਦੇ ਉੱਤੇ ਜਦੋਂ ਇਹ ਆਪਣਾ ਆਹ ਰਾਸ਼ਟਰਪਤੀ ਦਾ ਮਤਲਬ ਪ੍ਰੈਜ਼ੀਡੈਂਟ ਦਾ ਜਿਹੜਾ ਕਲਰ ਅਵਾਰਡ ਦਿੱਤਾ ਗਿਆ ਵਾ, ਠੀਕ ਹੈ, ਉਸ ਟਾਈਮ ਤੇ ਵੈਂਕਈਆ ਨਾਇਡੂ ਆਪਣੇ ਉਪ ਰਾਸ਼ਟਰਪਤੀ ਸੀ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਗਦੀਪ ਧਨਕਰ ਰੀਸੈਂਟ ਅਪਾਇੰਟਮੈਂਟ ਹੋਈ ਆ, ਅੱਗੇ ਆਪਣਾ MCQ ਐਡ ਮੇਰਾ ਕੀਤਾ ਵੀ ਹੋਇਆ। ਜਗਦੀਪ ਧਨਕਰ ਨੇ ਜਿਹੜੇ ਆਪਣੇ 14ਵੇਂ ਉਪ ਰਾਸ਼ਟਰਪਤੀ ਬਣੇ ਨੇ, ਠੀਕ ਆ। ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦੱਸੋ ਜੀ ਕੌਣ ਸੀ? ਭਾਰਤ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਕੌਣ ਸੀ? ਮੈਂ ਬਹੁਤ ਵਾਰ ਕਰਵਾਇਆ ਹੋਇਆ ਤੁਹਾਨੂੰ ਕੁਐਸਚਨ। ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਜੀ 2021 ਦੇ PSSB ਦੇ ਇੱਕ ਪੇਪਰ ਦੇ ਵਿੱਚ, ਠੀਕ ਆ ਜੀ। ਸੋ ਨੈਕਸਟ ਕਰਦੇ ਹਾਂ ਜੀ ਆਪਣਾ, ਠੀਕ ਆ ਜੀ। 14ਵੇਂ ਰਾਸ਼ਟਰਪਤੀ ਹੁਣ ਬਣੇ ਨੇ, ਠੀਕ ਆ ਜੀ ਇਹ। ਸੋ ਕਿਹੜੇ ਫਾਰਮੂਲਾ 1 ਰੇਸਿੰਗ ਡਰਾਈਵਰ ਨੇ ਹੰਗਰੀਅਨ ਜਿਹੜਾ ਆਪਣੇ F1 ਦੀ ਗ੍ਰੈਂਡ ਪ੍ਰਿਕਸ ਜਿੱਤੀ ਆ? ਗ੍ਰੈਂਡ ਪ੍ਰਿਕਸ ਦੇ ਉੱਤੇ PSSB ਬਹੁਤ ਕੁਐਸਚਨ ਪੁੱਛਦਾ ਵਾ, ਠੀਕ ਆ। PSSB ਦਾ ਬਹੁਤ ਫੋਕਸ ਰਹਿੰਦਾ ਗ੍ਰੈਂਡ ਪ੍ਰਿਕਸ ਦੇ ਉੱਤੇ, ਇਹ ਜ਼ਰੂਰ ਕਰ ਲਿਓ ਜੀ, ਠੀਕ ਆ ਜੀ। ਕਾਰਲੋਸ ਸੈਂਜ਼ ਨੇ, ਲੂਇਸ ਹੈਮਿਲਟਨ ਨੇ, ਚਾਰਲਸ ਲੈਰਕ ਨੇ ਜਾਂ ਮੈਕਸ ਵੈਸਟਨ? ਦੱਸੋ ਜੀ। ਸੋ 17ਵੇਂ ਦਾ ਬਿਲਕੁਲ ਸਹੀ ਆਨਸਰ ਬਣਦਾ ਜੀ ਮੈਕਸ ਵੈਸਟਰਪਨ। ਸੋ ਇਹ ਬਹੁਤ ਜ਼ਿਆਦਾ ਆਪਣੀਆਂ ਇਹਨਾਂ ਦੀਆਂ ਫਾਰਮੂਲਾ 1 ਇਹਨੇ ਇਸ ਸਾਲ ਜਿੱਤੀਆਂ ਨੇ। ਆਹ ਦੇਖ ਲਓ ਜੀ, ਆ ਤੁਹਾਡੇ ਸਾਹਮਣੇ ਹੀ ਆ, 4 ਜਿੱਤ ਚੁੱਕਿਆ ਵਾ ਇਹ। ਸੋ ਜਿਹੜਾ ਆਪਣਾ ਸੀ ਲੈਕਰੈਕ ਆ, ਇਹਨੇ ਬਹਿਰੀਨ ਦੀ ਜਿੱਤੀ ਆ, ਆਸਟ੍ਰੇਲੀਅਨ ਜਿੱਤੀ ਆ, ਐਸ ਅਰੇਬੀਅਨ ਗ੍ਰੈਂਡ ਪ੍ਰਿਕਸ ਜਿੱਤੀ ਆ ਜੀ। ਆਹ 4 ਦੇਖ ਲਓ ਜੀ ਆਪਣਾ, ਐਸ ਅਰੇਬੀਅਨ ਇਹਨੇ ਜਿੱਤੀ ਆ, ਹੰਗਰੀਅਨ ਇਹਨੇ ਜਿੱਤੀ ਆ, ਐਸ ਰੋਮਾਂਗਾ ਇਹਦੀ ਆ, ਮਿਆਮੀ ਵੀ ਇਹਨੇ ਜਿੱਤੀ ਆ। ਐਮ ਵੈਸਟਰਪਨ ਦਾ ਨਾਮ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ, ਠੀਕ ਹੈ ਜੀ। ਇਹ 'ਚੋਂ ਕੁਐਸਚਨ ਬਣ ਸਕਦਾ। ਇਹਨਾਂ ਦੇ ਵਿੱਚੋਂ ਕਿਹੜੀ ਸਰਕਾਰ ਨੇ ਕਿਹੜੀ ਰਾਜ ਸਰਕਾਰ ਨੇ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਅੰਡਰ ਟੂ ਕੋਲੇਸ਼ਨ ਟੂ ਚੈੱਕ ਗਲੋਬਲ ਵਾਰਮਿੰਗ ਨਾਮਕ ਗਲੋਬਲ ਨੈਟਵਰਕ ਦਾ ਮੈਂਬਰ ਬਣਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤਾ, ਠੀਕ ਹੈ ਜੀ। ਗਲੋਬਲ ਵਾਰਮਿੰਗ ਆ ਗਿਆ, ਸ਼ਬਦ ਆ ਗਿਆ, ਬਹੁਤ ਇੰਪੋਰਟੈਂਟ ਕੁਐਸਚਨ ਬਣੂਗਾ, ਠੀਕ ਹੈ। ਇਹਨੂੰ ਸਟਾਰ ਮਾਰਕ ਕਰ ਲਓ ਜੀ, ਪੇਪਰ ਦੇ ਵਿੱਚ ਇਹ ਰਿਪੀਟ ਹੋ ਸਕਦਾ ਵਾ। ਹਰਿਆਣਾ ਨੇ ਕੀਤਾ, ਤਾਮਿਲਨਾਡੂ ਨੇ ਕੀਤਾ, ਕਰਨਾਟਕਾ ਨੇ ਕੀਤਾ ਜਾਂ ਪੰਜਾਬ ਨੇ ਕੀਤਾ, ਠੀਕ ਹੈ ਜੀ। ਸੋ ਇਹ ਅੰਡਰ ਟੂ ਕੋਲੇਸ਼ਨ, ਠੀਕ ਹੈ ਜੀ, ਇਹਨਾਂ ਨਾਮ ਯਾਦ ਕਰ ਲਿਓ। ਸੋ ਇਹ ਕੀਤਾ ਜੀ ਆਪਣੀ ਹੀ ਸਰਕਾਰ, ਪੰਜਾਬ ਸਰਕਾਰ ਨੇ ਕੀਤਾ ਵਾ, ਠੀਕ ਆ। ਸੋ ਪੰਜਾਬ ਦਾ ਕਰੰਟ ਅਫੇਅਰ ਆ ਗਿਆ, ਸੋ ਇੰਪੋਰਟੈਂਟ ਬਣਦਾ ਵਾ, ਇਹ ਜ਼ਰੂਰ ਯਾਦ ਕਰ ਲਿਓ। ਹਾਂ ਜੀ, ਦਿੱਲੀ, ਠੀਕ ਆ ਜੀ, ਆਪਣੀ ਜਿਹੜੀ ਰਾਜਧਾਨੀ ਆ, ਠੀਕ ਆ, ਦਿੱਲੀ ਦੇ ਅਗਲੇ ਪੁਲਿਸ ਕਮਿਸ਼ਨਰ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ? ਵਿਵੇਕ ਚੌਹਾਨ, ਸੰਜੇ ਅਰੋੜਾ, ਰਵੀ ਦਹੀਨ ਜਾਂ ਆਪਣਾ ਸਤੀਸ਼ ਸਿੰਘਾਲ? ਦੱਸੋ ਜੀ ਇਹਦਾ ਸਹੀ ਆਨਸਰ ਕਿਹੜਾ ਬਣੇਗਾ ਜੀ।
ਸੋ ਤੁਸੀਂ ਸੋਚ ਰਿਹਾ ਹੋਏਗਾ ਜੀ ਇਹ ਆਪਣਾ ਸੰਜੇ ਅਰੋੜਾ ਨੇ ਜਿਹੜੇ ਕਿ ਦਿੱਲੀ ਦੇ ਨਵੇਂ ਅਗਲੇ ਆਪਣੇ ਦਿੱਲੀ ਦੇ ਪੁਲਿਸ ਕਮਿਸ਼ਨਰ ਰਹਿਣਗੇ। ਬਹੁਤ ਬਹੁਤ ਇੰਪੋਰਟੈਂਟ ਬਣਦਾ, ਠੀਕ ਹੈ। ਹੁਣ ਮੈਂ ਥੋੜੇ ਜਿਹੇ ਹੋਰ ਤੁਹਾਡੇ ਨਾਲ ਥੋੜੀਆਂ ਜਿਹੀਆਂ, ਠੀਕ ਹੈ ਜੀ, ਜੋ ਇਹਨਾਂ ਦੇ ਹੈੱਡ ਨੇ। ਇੰਡੀਅਨ ਕੋਸਟ ਗਾਰਡ ਦੇ ਕੌਣ ਨੇ ਜੀ? VS ਪਠਾਨੀਆ ਨੇ। VSF ਦੇ ਕੌਣ ਨੇ ਜੀ? ਪੰਕਜ ਕੁਮਾਰ ਸਿੰਘ ਨੇ। CRPF ਦੇ ਕੌਣ ਨੇ? ਕੁਲਦੀਪ ਸਿੰਘ ਨੇ। CISF ਦੇ ਕੌਣ ਨੇ ਜੀ? ਸ਼ੀਲ ਵਰਦਾਨ ਸਿੰਘ, ਠੀਕ ਹੈ। ਸੋ ਇਹ ਤੁਸੀਂ PDF ਤੋਂ ਰਿਵਾਈਜ਼ ਕਰ ਲਿਓ ਬਾਅਦ 'ਚ। ਸੋ ਆ ਹੋਰ ਵੀ ਦਿੱਤੇ ਹੋਏ ਨੇ ਜੀ, ਐਡ ਕੀਤੇ ਹੋਏ ਨੇ। ਆਪਣਾ IDBP ਦੇ ਕੌਣ ਨੇ? SL ਥੌਮਸਨ। SSB ਦੇ ਵੀ SL ਥੌਮਸਨ ਨੇ। IB ਦੇ, ਠੀਕ ਆ। ਸੋ ਇਹਦੇ ਕੌਣ ਨੇ? ਤੰਪਨਡੇਕਾ ਰॉ, ਠੀਕ ਹੈ ਜੀ। ਰॉ ਦੇ ਹੈਗੇ ਨੇ ਸਮਤ ਕੁਮਾਰ ਗੋਇਲ, ਇੰਪੋਰਟੈਂਟ ਬਣ ਰਿਹਾ ਜੀ, ਠੀਕ ਹੈ। CBI ਦੇ ਸੁਬੋਧ ਕੁਮਾਰ ਜੈਸਵਾਲ, ਇਹ ਵੀ ਇੰਪੋਰਟੈਂਟ ਬਣ ਰਿਹਾ ਵਾ। NCC ਦੇ ਕੌਣ ਨੇ ਜੀ? NCC ਦੇ ਗੁਰਬੀਰਪਾਲ ਸਿੰਘ, ਇਹ ਵੀ ਬਹੁਤ ਇੰਪੋਰਟੈਂਟ ਆ। NIA ਦੇ ਦਿਨਕਰ ਗੁਪਤਾ, ਠੀਕ ਹੈ। ਚੰਗੀ ਤਰ੍ਹਾਂ ਕਰ ਲਿਓ, ਇਹ ਸਾਰੇ ਇੰਪੋਰਟੈਂਟ ਬਣਦੇ ਨੇ, ਠੀਕ ਆ। ਸੋ ਇਹਦੇ ਵਿੱਚ ਤੁਹਾਡੇ 11-12 ਕੁਐਸਚਨ ਕਵਰ ਹੋ ਗਏ, ਠੀਕ ਹੈ, ਇੱਕ ਦੇ ਵਿੱਚ। ਸੋ ਜਿਹੜੇ ਇੰਪੋਰਟੈਂਟ ਫੈਕਟ ਬਣਦੇ ਨੇ ਹੁਣ ਮੈਂ ਨਾਲ ਹੀ ਕੋਸ਼ਿਸ਼ ਕਰ ਦਾਂਗੇ, ਨਾਲ ਹੀ ਤੁਹਾਨੂੰ ਐਡ ਕੀਤੇ ਜਾਣ, ਕਿਉਂਕਿ ਬਾਅਦ ਵਿੱਚ ਤੁਸੀਂ PDF ਦੇ ਵਿੱਚੋਂ ਵੀ ਉਹ ਚੀਜ਼ ਰਿਵਾਈਜ਼ ਕਰ ਸਕਦੇ ਹੋ। ਹਾਂਜੀ, ਵਰਲਡ ਦੀ ਬ੍ਰੈਸਟ ਫੀਡਿੰਗ ਵੀਕ ਜਿਹੜਾ ਹਫਤਾ 2022 ਦੇ ਵਿੱਚ ਕਿਹੜੇ ਇੱਕ ਹਫਤੇ ਦੇ ਵਿੱਚ ਮਨਾਇਆ ਗਿਆ? 4 ਤੋਂ 10 ਅਗਸਤ, 3 ਤੋਂ 9 ਅਗਸਤ, 2 ਤੋਂ 8 ਅਗਸਤ ਜਾਂ 1 ਤੋਂ 7 ਅਗਸਤ? ਦੱਸੋ ਜੀ ਇਹਦਾ ਕਿਹੜਾ ਆਨਸਰ ਬਿਲਕੁਲ ਸਹੀ ਬਣਦਾ ਭਾਈ। ਸੋ 1 ਤੋਂ 7 ਅਗਸਤ ਤੱਕ ਵਰਲਡ ਬ੍ਰੈਸਟ ਫੀਡਿੰਗ ਵੀਕ ਮਨਾਇਆ ਗਿਆ ਵਾ, ਠੀਕ ਹੈ, 2022 ਦਾ। ਕਰ ਲਿਓ ਜੀ। ਨੈਕਸਟ ਆ ਗਿਆ ਜੀ ਆਪਾਂ 21ਵੇਂ ਕੁਐਸਚਨ ਤੇ ਜੀ। 21ਵੇਂ ਕੁਐਸਚਨ ਤਾਂ ਰਹਿ ਗਏ 20 ਹੋ ਗਏ ਆਪਣੇ, 40 ਕੁਐਸਚਨ ਰਹਿ ਗਏ, ਠੀਕ ਹੈ ਜੀ। 60 ਕਰਨੇ ਆਪਣਾ। ਬਿਲ ਰਸਲ ਆ ਜੀ, ਇੱਕ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਦੱਸੋ ਜੀ ਇਹਨਾਂ ਚੋਂ ਕਿਹੜੀ ਫੀਲਡ ਦੇ ਨਾਲ ਸੰਬੰਧਿਤ ਰਹਿੰਦੇ ਸੀ, ਠੀਕ ਹੈ। ਪਰਸਨ ਇਨ ਨਿਊਜ਼ ਆ, ਠੀਕ ਹੈ। ਇਹਨਾਂ ਦਾ ਦੇਹਾਂਤ ਹੋਇਆ ਵਾ। ਸਪੋਰਟਸ ਤੋਂ ਸੀਗੇ, ਪੋਲੀਟਿਕਸ ਤੋਂ ਸੀਗੇ, ਰਾਈਟਿੰਗ ਤੋਂ ਸੀ ਜਾਂ ਜਰਨਲਿਜ਼ਮ ਤੋਂ ਸੀਗੇ? ਦੱਸਣਾ ਜੀ ਹੁਣ ਤੁਸੀਂ, ਇਹਦਾ ਸਹੀ ਆਨਸਰ ਕੀ ਬਣੇਗਾ ਜੀ। ਸੋ ਜੀ ਬਿਲ ਰਸਲ ਜਿਹੜੇ ਸੀਗੇ ਨਾ, ਇਹ ਆਪਣੇ ਸਪੋਰਟਸ, ਪਹਿਲਾਂ ਤਾਂ ਇਹਦਾ ਸਪੋਰਟਸ ਤੋਂ ਤਾਲੁਕਾਤ ਰੱਖਦੇ ਨੇ, ਠੀਕ ਹੈ, ਸਪੋਰਟਸ ਦੇ ਨਾਲ। ਉਹਦੇ ਵਿੱਚ ਵੀ ਇਹ ਕਿਹੜੇ ਪਲੇਅਰ ਸੀ? ਬਾਸਕਟਬਾਲ ਪਲੇਅਰ ਸੀ ਜੀ। ਇਹ ਬਹੁਤ ਮਸ਼ਹੂਰ ਪਲੇਅਰ ਸੀ, ਠੀਕ ਹੈ। ਬਾਸਕਟਬਾਲ ਪਲੇਅਰ ਸੀਗੇ, ਠੀਕ ਹੈ। USA ਤੋਂ ਸੀਗੇ ਇਹ, ਠੀਕ ਹੈ ਜੀ। ਸੋ ਇੰਪੋਰਟੈਂਟ ਬਣਦਾ ਬਾਈ, ਕਰ ਲਿਓ ਤੁਸੀਂ। 22 ਨੰਬਰ ਕੁਐਸਚਨ ਤੇ ਆ ਗਏ ਜੀ ਆਪਣਾ। ਹੁਣ ਆ ਰੀਸੈਂਟਲੀ ਨਾ ਹੋਰ ਵੀ ਬਹੁਤ ਸਾਰੇ ਮਤਲਬ ਸਪੋਰਟਸ ਪਰਸਨ ਹੋ ਗਏ, ਉਹਨਾਂ ਦੀ ਡੈਥ ਹੋਈ ਆ, ਜਾਂ ਕੋਈ ਵੀ ਮਤਲਬ ਐਕਟਰ ਜਾਂ ਪਲੇਅਰ ਹੋ ਗਏ, ਠੀਕ ਹੈ ਜੀ। ਸੋ ਬਿਲ ਰਸਲ ਮੈਂ ਤੁਹਾਨੂੰ ਕਰਾਤਾ, ਠੀਕ ਹੈ ਜੀ। USA ਤੋਂ। ਸ਼ੇਨ ਵਾਰਨ ਆਸਟ੍ਰੇਲੀਆ ਦੇ ਜਿਹੜੇ ਬਹੁਤ ਮਹਾਨ ਲੈਗ ਸਪਿਨਰ ਰਹੇ ਨੇ ਜੀ, ਕ੍ਰਿਕਟ ਖੇਡਦੇ ਸੀ, ਆਸਟ੍ਰੇਲੀਆ ਤੋਂ ਆ। ਇਹਦੇ ਤੋਂ ਮੇਰੇ ਅਕੋਰਡਿੰਗ 90% ਚਾਂਸ ਆ ਕਿ ਕਿਸੇ ਇੱਕ ਨਾ ਇੱਕ ਪੇਪਰ ਦੇ ਵਿੱਚ ਕੁਐਸਚਨ ਜ਼ਰੂਰ ਬਣੇਗਾ, ਠੀਕ ਹੈ ਜੀ, ਇਹ ਵਾਲਾ ਸ਼ੇਨ ਵਾਰਨ ਦੇ ਉੱਤੇ, ਕਿਉਂਕਿ ਬਹੁਤ ਹੀ ਜ਼ਬਰਦਸਤ ਲੈਗ ਸਪਿਨਰ ਸੀਗੇ, ਠੀਕ ਹੈ। ਦੁਨੀਆ ਦੇ ਦੂਜੇ ਨੰਬਰ ਦੇ ਉੱਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਬੋਲਰ ਸੀਗੇ। ਤਾਂ 1 ਨੰਬਰ ਤੇ ਕੌਣ ਸੀ ਜੀ? ਮੁਥਈਆ ਮੁਰਲੀਧਰਨ ਸੀਗੇ, ਲੈਗ ਸਪਿਨਰ, ਆਫ ਸਪਿਨਰ ਸੀ ਸ਼ਾਇਦ ਮੁਥਈਆ ਮੁਰਲੀਧਰਨ ਜੀ। ਐਂਡਰਿਊ ਸਾਈਮਨਸ, ਇਹ ਵੀ ਆਸਟ੍ਰੇਲੀਆ ਦੇ ਕ੍ਰਿਕਟਰ ਸੀ, ਇਹਨਾਂ ਦਾ ਵੀ ਰੀਸੈਂਟਲੀ ਹੁਣੇ ਦੇਹਾਂਤ ਹੋਇਆ। ਬਨੀ ਸਿਨਕਲੇਅਰ, ਇਹ ਜੀ ਨਿਊਜ਼ੀਲੈਂਡ ਤੋਂ ਸੀ, ਇਹ ਵੀ ਕ੍ਰਿਕਟ ਖੇਡਦਾ ਸੀ। ਸੋਨੀ ਰਾਮਦੀਨ, ਇਹ ਵੀ ਕ੍ਰਿਕਟ ਵੈਸਟ ਇੰਡੀਜ਼ ਤੋਂ ਖੇਡਦੇ ਸੀ ਜੀ। ਪ੍ਰਵੀਨ ਕੁਮਾਰ ਸੋਭਤੀ, ਇਹ ਐਕਟਰ ਵੀ ਸੀ ਤੇ ਪਲੇਅਰ ਵੀ ਸੀ। ਸੁਰਜੀਤ ਸੈਨਗੁਨਾ, ਇਹ ਆਪਣੇ ਫੁੱਟਬਾਲ ਖੇਡਦੇ ਸੀ। ਇਹਨਾਂ ਦੀਆਂ 6 ਦੇ 7 ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਇਹ ਰੀਸੈਂਟਲੀ ਇਹਨਾਂ ਦੀ ਡੈਥ ਹੋਈ ਆ। ਪੇਪਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਬਣਦੇ ਨੇ ਇਹੋ ਜਿਹੀਆਂ ਚੀਜ਼ਾਂ। ਨੈਕਸਟ ਆ ਗਏ ਜੀ ਆਪਾਂ। ਹੁਣ ਜੀ ਕੇਂਦਰ ਸਰਕਾਰ ਨੇ ਮੌਂਕੀ ਪੌਕਸ, ਹੁਣੇ ਆਪਾਂ ਨੂੰ ਪਤਾ ਕਿ ਇੱਕ ਨਵਾਂ ਵਾਇਰਸ ਫੈਲਿਆ ਵਾ ਜੀ ਮੌਂਕੀ ਪੌਕਸ, ਉਹਦੇ ਮਾਮਲਿਆਂ ਤੇ ਨਜ਼ਰ ਰੱਖਣ ਲਈ ਨਾ ਇਹ ਕਿਹਦੀ ਅਗਵਾਈ ਦੇ ਵਿੱਚ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਆ? RK ਗੁਪਤਾ, SK ਗੁਜਰਾਲ, VK ਪੌਲ ਜਾਂ ਇਹਨਾਂ ਚੋਂ ਕੋਈ ਵੀ ਨਹੀਂ? ਦੱਸੋ ਜੀ ਇਹਦਾ ਕਿਹੜਾ ਆਨਸਰ ਬਿਲਕੁਲ ਸਹੀ ਜਾਊਗਾ। ਇਹਦੇ ਲਈ ਜੀ ਇੱਕ ਸਪੈਸ਼ਲ ਟਾਸਕ ਫੋਰਸ ਬਣਾਇਆ ਕਿ ਜੇਕਰ ਇਹਦੇ ਵਿੱਚ ਕੋਈ ਵੀ ਕੇਸ ਮੰਕੀ ਪੌਕਸ ਦੇ ਕੇਸ ਆਉਂਦੇ ਨੇ ਤਾਂ ਉਹਦੇ ਉੱਤੇ ਨਜ਼ਰ ਰੱਖੀ ਜਾਵੇ, ਠੀਕ ਹੈ ਜੀ। ਸੋ ਤਾਂ ਕਿ ਜ਼ਿਆਦਾ ਫੈਲ ਨਾ ਸਕੇ। ਤਾਂ VK ਪੌਲ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਟਾਸਕ ਫੋਰਸ ਬਣਾਈ ਹੈ। ਹਾਂਜੀ, ਚੀਨ ਦੇ ਯਾਂਗ ਹੋਇਨ ਨੂੰ ਪਛਾੜ ਕੇ ਬਣੀ ਏਸ਼ੀਆ ਦੀ ਸਭ ਤੋਂ ਅਮੀਰ ਔਰਤ ਦੱਸੋ ਜੀ ਕਿਹੜੀ ਸੀਗਾ? ਪਹਿਲਾਂ ਕੌਣ ਸੀਗੀ ਜੀ? ਚਾਈਨਾ ਦੀ ਹੁਇਨ ਸੀਗੀ, ਯਾਨ ਹੁਇਨ ਸੀਗੀ, ਠੀਕ ਆ। ਹੁਣ ਉਹਨਾਂ ਨੇ ਪੁੱਛਿਆ ਕਿ ਏਸ਼ੀਆ ਦੀ ਰਿਚੈਸਟ ਕੌਣ ਆ ਜੀ। ਸੋ ਦੱਸਣਾ ਜੀ ਤੁਸੀਂ ਇਹਦਾ ਆਨਸਰ ਕੀ ਬਣੇਗਾ। ਸਵਿਤਾ ਜਿੰਦਲ, ਰੋਸ਼ਨੀ ਨਾਦਾਰ, ਨੀਤਾ ਅੰਬਾਨੀ ਜਾਂ ਫਲੋਗ ਨਾਇਰ? ਸੋ ਇਹਦਾ ਸਹੀ ਆਨਸਰ ਬਣਦਾ ਜੀ ਸਵਿਤਾ ਜਿੰਦਲ, ਤੁਹਾਡਾ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਜੀ, ਠੀਕ ਹੈ ਜੀ। 24 ਨੰਬਰ ਕੁਐਸਚਨ ਤੇ ਆ ਗਈ ਜੀ। ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਹੁਣੇ ਰੀਸੈਂਟਲੀ ਕਿਹੜੇ ਰਾਜ ਦੇ ਵਿੱਚ ਮੌਂਕੀ ਪੌਕਸ ਦੇ ਨਾਲ ਪਹਿਲੀ ਮੌਤ ਰਿਪੋਰਟ ਕੀਤੀ ਗਈ? ਕਰਨਾਟਕ, ਤਾਮਿਲਨਾਡੂ, ਕੇਰਲਾ ਜਾਂ ਆਂਧਰਾ ਪ੍ਰਦੇਸ਼? ਦੱਸੋ ਜੀ। ਸੋ ਇਹ ਮੌਤ ਕਿੱਥੇ ਹੋਈ ਆ ਜੀ? ਹੁਣੇ ਰੀਸੈਂਟਲੀ ਹੋਈ ਆ ਜੀ, ਕੇਰਲ ਦੇ ਵਿੱਚ ਪਹਿਲੀ ਮੌਤ ਹੋਈ ਆ ਮੌਂਕੀ ਪੌਕਸ ਦੇ ਨਾਲ। ਇਹਦੀ ਮੌਂਕੀ ਪੌਕਸ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਪਿਛਲੇ ਕਲਾਸ ਦੇ ਵਿੱਚ ਇੱਕ ਕੁਐਸਚਨ ਕਰਵਾਇਆ ਸੀ, ਉਹਦਾ ਆਨਸਰ ਤੁਸੀਂ ਦੇਣਾ ਵਾ ਕਿ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਆਪਣੇ ਦੇ ਵਿੱਚ ਪਹਿਲਾ ਮੌਂਕੀ ਪੌਕਸ ਕੇਸ ਕਿਹੜੀ ਸਟੇਟ ਦੇ ਵਿੱਚ ਕੀਤਾ ਗਿਆ, ਠੀਕ ਆ ਜੀ, ਲੱਭਿਆ ਗਿਆ, ਠੀਕ ਆ, ਪਾਇਆ ਗਿਆ ਵੀ ਹਾਂ ਵੀ ਪੋਜ਼ਿਟਿਵ ਆ ਇਹ ਵਾਲੇ ਬੰਦੇ ਨੂੰ ਮੌਂਕੀ ਪੌਕਸ ਆ। ਦੱਸੋ ਜੀ ਕਿਹੜੀ ਸਟੇਟ ਆ, ਠੀਕ ਹੈ। ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ, ਮੇਰਾ ਤੁਹਾਨੂੰ ਕਰਾਇਆ ਵਾ। ਹੁਣੇ ਰੀਸੈਂਟਲੀ ਨਾ 5G ਸਪੈਕਟਰਮ ਨਿਲਾਮੀ ਲਈ, ਠੀਕ ਹੈ, 5G ਸਪੈਕਟਰਮ ਦੀ ਆਕਸ਼ਨ ਹੋਈ ਆ ਹੁਣੇ ਰੀਸੈਂਟਲੀ 5G ਨੈਟਵਰਕ ਲਈ। ਤਾਂ ਸਭ ਤੋਂ ਉੱਚੀ ਬੋਲੀ ਦੱਸੋ ਜੀ, ਸਭ ਤੋਂ ਉੱਚੀ ਬੋਲੀ ਬਿਡਰ ਕੌਣ ਰਿਹਾ ਵਾ ਜੀ? ਭਾਰਤੀ ਏਅਰਟੈਲ, ਭਾਰਤ ਸੰਚਾਰ ਨਿਗਮ, ਰਿਲਾਇੰਸ ਜੀਓ ਜਾਂ ਵੋਡਾਫੋਨ ਆਈਡੀਆ ਲਿਮਟਿਡ? ਸੋ ਇਹਦੇ ਲਈ ਤਾਂ ਤੁਹਾਨੂੰ ਸੋਚਣ ਦੀ ਜ਼ਰੂਰਤ ਨਹੀਂ, ਰਿਲਾਇੰਸ ਜੀਓ ਟੈਕ ਲਾਵਾ ਤੁਸੀਂ, ਠੀਕ ਹੈ ਜੀ। ਰਿਲਾਇੰਸ ਜੀਓ ਨੇ 5G ਲਈ ਵੀ ਪੂਰੀ ਤਿਆਰੀ ਕਰ ਲਈ ਹੋਈ ਆ। ਸੋ ਇਹਨਾਂ ਨੇ ਸਭ ਤੋਂ ਵੱਡੀ ਬਿਡਿੰਗ ਉਹ ਲਾਈ ਆ, ਠੀਕ ਹੈ ਜੀ, ਬੋਲੀ।
ਭਾਰਤ ਲਈ ਵਿਸ਼ਵ ਬੈਂਕ ਦਾ ਨਵਾਂ ਕੰਟਰੀ ਡਾਇਰੈਕਟਰ ਕਿਹਨੂੰ ਨਿਯੁਕਤ ਕੀਤਾ ਗਿਆ? ਅਗਸਤੇ ਟੋਨੋਕੋਮ ਜਾਂ ਆਪਣਾ ਜੁਨੈਦ ਕਮਾਲ ਅਹਿਮਦ, ਜੁਨਯੰਤੀ ਘੋਸ਼ ਜਾਂ ਆਪਣਾ ਅਭਿਜੀਤ ਸਨੇਵਾਲ? ਦੱਸੋ ਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ ਭਾਰਤ ਲਈ ਵਿਸ਼ਵ ਬੈਂਕ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ ਅਗਸਟੋ ਟੋਨੋਕੋਮੇ। ਠੀਕ ਹੈ ਜੀ, ਸੋ ਇਹਨੂੰ ਯਾਦ ਕਰ ਲਓ। ਠੀਕ ਹੈ ਜੀ, ਨਵਾਂ ਕੰਪਨੀ ਡਾਇਰੈਕਟਰ ਬਣਿਆ ਵਾ। ਇਹਦੇ ਵਿੱਚੋਂ ਇੱਕ ਕੁਐਸਚਨ ਬਾਰ-ਬਾਰ ਬਹੁਤ ਵਾਰ ਪੇਪਰ 'ਚ ਪੁੱਛਿਆ ਜਾਂਦਾ ਕਿ ਜਿਹੜੀ ਵਰਲਡ ਬੈਂਕ ਆ ਇਹਦਾ ਆਪਣਾ ਹੈੱਡਕੁਆਟਰ ਕਿੱਥੇ ਸਥਿਤ ਆ। ਠੀਕ ਹੈ, ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਜੀ, ਵਾਸ਼ਿੰਗਟਨ DC ਦੇ ਵਿੱਚ। ਠੀਕ ਹੈ ਜੀ, ਵਾਸ਼ਿੰਗਟਨ DC ਦੇ ਵਿੱਚ ਆ। ਮੈਂ ਤੁਹਾਡੇ ਇਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੱਕ ਡਾਟਾ ਵੀ ਪਾਇਆ ਸੀ, ਉਹਦੇ ਵਿੱਚ ਹੈੱਡਕੁਆਟਰ ਸਾਰੇ ਦਿੱਤੇ ਹੋਏ ਨੇ। ਠੀਕ ਆ, ਸੋ ਇਹ ਜ਼ਰੂਰ ਯਾਦ ਕਰ ਲਿਓ, ਆਪਦੇ ਕੋਲ ਲਿਖ ਕੇ ਰੱਖ ਲਿਆ ਕਰੋ। ਇਹੋ ਜਿਹੀਆਂ ਚੀਜ਼ਾਂ ਨਾ ਕਈ ਵਾਰ ਇਹੋ ਜਿਹੇ ਜਿਹੜੇ ਪੁਆਇੰਟ ਹੁੰਦੇ ਨੇ ਉਹ ਤੁਹਾਨੂੰ ਕਿਸੇ PDF ਦੇ ਵਿੱਚ ਜਾਂ ਬੁੱਕਸ ਦੇ ਵਿੱਚ ਥੋੜ੍ਹਾ ਜਿਹਾ ਘੱਟ ਦੇਖਣ ਨੂੰ ਮਿਲਦੇ ਨੇ। ਠੀਕ ਆ, ਸੋ ਲੱਭਣੇ ਵੀ ਬਾਅਦ 'ਚ ਔਖੇ ਹੋ ਜਾਂਦੇ ਨੇ। ਜਿਹੜੇ ਇਹੋ ਜਿਹੇ ਪੁਆਇੰਟ ਹੁੰਦੇ ਨੇ ਉਹ ਅਲੱਗ ਤੋਂ ਆਪਦੀ ਇੱਕ ਕਾਪੀ ਲਗਾਓ, ਉਹਦੇ ਵਿੱਚ ਚਾਹੇ ਸਟੈਟਿਕ ਪੁਆਇੰਟ ਆ ਚਾਹੇ ਕਰੰਟ ਅਫੇਅਰ ਦੀ ਮਤਲਬ ਇੱਕ ਅਲੱਗ ਤੋਂ ਛੋਟੀ ਜਿਹੀ ਕਾਪੀ ਲਾ ਲਓ, ਸਟੈਟਿਕ ਦੀ ਇੱਕ ਅਲੱਗ ਤੋਂ ਕਾਪੀ ਲਾ ਲਓ, ਜਿਹੜੀ ਤੁਹਾਨੂੰ ਪਤਾ ਕਿ ਚੇਂਜ ਹੋ ਹੀ ਨਹੀਂ ਸਕਦੇ। ਹੁਣ ਦੇਖੋ ਜੀ, ਆ ਵਰਲਡ ਬੈਂਕ ਦਾ ਆਪਾਂ ਐਡ ਵੀ ਕਰਤਾ ਹੋਇਆ ਤੁਹਾਨੂੰ, ਚਲੋ ਇਹਦੇ 'ਚ ਤੁਹਾਨੂੰ ਫਾਇਦਾ ਹੋ ਜਾਊਗਾ। ਵਾਸ਼ਿੰਗਟਨ DC ਦੇ ਵਿੱਚ ਇਹਦਾ ਮੈਂਬਰ ਕੰਟਰੀਆਂ ਕਿੰਨੀਆਂ ਨੇ ਜੀ? 100 ਆਪਣੀਆਂ ਹੈਗੀਆਂ ਨੇ ਜੀ। ਸੋ ਜੀ ਇਹਦੀਆਂ ਮੈਂਬਰ ਕੰਟਰੀਜ਼ 189 ਆ। ਪ੍ਰੈਜ਼ੀਡੈਂਟ ਦਾ ਨਾਮ ਜ਼ਰੂਰ ਯਾਦ ਕਰ ਲਿਓ ਜੀ, ਡੇਵਿਡ ਮਲਪਾਸ ਇਹਨਾਂ ਦੇ ਪ੍ਰੈਜ਼ੀਡੈਂਟ ਰਹੇ। ਅਗਲੇ ਕੁਐਸਚਨ ਤੇ ਆ ਗਏ ਜੀ। ਹੁਣ ਆਪਾਂ ਦਰਾਸ ਸੈਕਟਰ ਦੇ ਵਿੱਚ, ਆ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਦਰਾਸ ਸੈਕਟਰ ਦੇ ਵਿੱਚ ਇੱਕ ਪੁਆਇੰਟ 15140 ਨਾਮ ਦਾ ਸੀਗਾ ਸੈਕਟਰ। ਠੀਕ ਆ ਜੀ, ਸੋ ਉਹਨੂੰ ਆਪਰੇਸ਼ਨ ਦੇ ਦੌਰਾਨ ਜਿਹੜੇ ਭਾਰਤ ਦੇ ਜਿਹੜੇ ਆਰਮਡ ਫੋਰਸਸ ਸੀਗੀਆਂ, ਹਥਿਆਰਬੰਦ ਬਲਾਂ ਦੀ ਜਿੱਤ ਨੂੰ ਦਰਸਾਉਣ ਲਈ ਇੱਕ ਨਾ ਗਨ ਹਿੱਲ ਦਾ ਨਾਮ ਦਿੱਤਾ ਗਿਆ। ਦੱਸੋ ਜੀ ਉਹ ਆਪਣੇ ਕਿਹੜੇ ਆਪਰੇਸ਼ਨ ਦੇ ਨਾਲ ਸਥਿਤ ਨੇ? ਆਪਰੇਸ਼ਨ ਪੋਲੋ, ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਹੋ ਗਿਆ ਆਪਣਾ ਵਿਜੇ ਜਾਂ ਆਪਰੇਸ਼ਨ ਕਾਟਕਸ? ਦੱਸੋ ਜੀ ਕਿਹੜਾ ਬਣਦਾ? ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ ਇਹ। ਸੋ ਆਪਰੇਸ਼ਨ ਵਿਜੇ ਲਈ ਆ। ਜੇਕਰ ਆਪਾਂ ਨੂੰ ਕੁਐਸਚਨ ਆਵੇ ਕਿ ਵਿਜੇ ਦਿਵਸ ਕਦੋਂ ਮਨਾਇਆ ਜਾਂਦਾ ਜੀ? 26 ਜੁਲਾਈ ਨੂੰ ਵਿਜੇ ਦਿਵਸ ਮਨਾਇਆ ਜਾਂਦਾ ਵਾ। ਠੀਕ ਆ, ਜਿਹੜੀ ਕਾਰਗਿਲ ਦੀ ਵਾਰ ਆਪਾਂ ਨੂੰ ਯਾਦ ਹੋਣੀ ਚਾਹੀਦੀ ਆ। ਕਾਰਗਿਲ ਵਾਰ ਕਿਹੜੇ ਸਾਲ ਦੇ ਵਿੱਚ ਲੜੀ ਗਈ ਸੀ? ਠੀਕ ਆ ਜੀ, ਸੋ ਇਹ 1999 ਦੇ ਵਿੱਚ ਸੀ। ਠੀਕ ਹੈ ਜੀ, ਸੋ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਸੋ ਆ ਗਿਆ ਜੀ, ਚਲੋ ਐਡ ਕੀਤਾ ਹੋਇਆ, ਲਿਖਣ ਦੀ ਲੋੜ ਨਹੀਂ ਤੁਹਾਨੂੰ। ਠੀਕ ਆ, 26 ਜੁਲਾਈ ਇਹ ਹੋ ਗਿਆ। ਤੇ ਆਪਰੇਸ਼ਨ ਰਾਹਤ, ਆਹ ਥੋੜ੍ਹੇ ਜਿਹੇ ਨਾ ਆਪਰੇਸ਼ਨ ਮੈਂ ਤੁਹਾਨੂੰ ਐਡ ਕੀਤੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਪੇਪਰ ਦੇ ਵਿੱਚ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੇ ਤੇ ਪੁੱਛੇ ਜਾ ਸਕਦੇ ਆ। ਆਪਰੇਸ਼ਨ ਰਾਹਤ ਨਾ ਜਿਵੇਂ ਯਮਨ ਦੇ ਵਿੱਚ ਭਾਰਤੀ ਨਾਗਰਿਕਾਂ ਲਈ ਦੀ ਸੁਵਿਧਾ ਲਈ ਬਣਾਇਆ ਗਿਆ। ਹੁਣੇ ਆਪਰੇਸ਼ਨ ਦੇਵੀ ਸ਼ਕਤੀ ਬਣਾਇਆ ਗਿਆ, ਜਿਹਦੇ ਵਿੱਚ ਕਿ ਹੁਣੇ ਆਪਾਂ ਨੂੰ ਪਤਾ ਕਿ ਅਫਗਾਨਿਸਤਾਨ ਦੇ ਵਿੱਚ ਹਾਲਾਤ ਖਰਾਬ ਹੋ ਗਏ ਸੀ ਤਾਂ ਭਾਰਤ ਸਰਕਾਰ ਨੇ ਇੱਕ ਆਪਰੇਸ਼ਨ ਦੇਵੀ ਸ਼ਕਤੀ ਨਾਮ ਦਾ ਆਪਰੇਸ਼ਨ ਕੀਤਾ ਸੀ, ਜਿਹਦੇ ਵਿੱਚ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ ਭਾਰਤੀ ਨਾਗਰਿਕ ਫਸੇ ਹੋਏ ਸੀ ਉਹਨਾਂ ਨੂੰ ਵਾਪਸ ਇੰਡੀਆ ਦੇ ਵਿੱਚ ਲਿਆਂਦਾ ਗਿਆ ਸੀ। ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਿਹਾ ਸੀ। ਇਹਨੂੰ ਮੈਂ ਮੋਸਟ ਇੰਪੋਰਟੈਂਟ ਕਹਾਂਗਾ, ਇਹ ਪੇਪਰ ਦੇ ਵਿੱਚ ਰਿਪੀਟ ਹੋ ਸਕਦਾ। ਜ਼ਰੂਰੀ ਨਹੀਂ ਹੁੰਦਾਗਾ ਕਿ 2022 ਦੇ, ਜਿਵੇਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ। ਹੁਣ ਆਪਾਂ ਕਰੰਟ ਅਫੇਅਰ ਕਰ ਰਹੇ ਹਾਂ ਜੀ 1 ਜਨਵਰੀ। ਜੇਕਰ ਤੁਸੀਂ 1 ਜਨਵਰੀ 2022 ਤੋਂ ਕਰ ਰਹੇ ਹੋ, ਸਤੰਬਰ ਅਕਤੂਬਰ 'ਚ ਐਗਜ਼ਾਮ ਹੋਣਾ, ਜ਼ਰੂਰੀ ਨਹੀਂ ਹੁੰਦਾ ਕਿ ਪਿਛਲਾ ਉਹ ਕੁਝ ਵੀ ਨਹੀਂ ਪੁੱਛਣਗੇ 2021 'ਚ। ਤੁਸੀਂ ਪੇਪਰ ਜਾ ਕੇ ਦੇਖ ਲਓ, ਚਾਹੇ PPSC ਦੇ ਪੇਪਰ ਚੱਕ ਲਓ, ਚਾਹੇ PPSC ਦੇ ਚੱਕ ਲਓ, ਚਾਹੇ ਤੁਸੀਂ ਪੰਜਾਬ ਪੁਲਿਸ ਦੇ ਚੱਕ ਲਓ, ਕੁਛ ਕੁਐਸਚਨ ਪਿਛਲੇ ਵੀ ਆ ਜਾਂਦੇ ਹੁੰਦੇ ਨੇ। 2021 ਦੇ ਵੀ ਪੁੱਛ ਸਕਦੇ ਹੋ, 2020 ਦੇ ਵੀ ਪੁੱਛ ਸਕਦੇ ਹੋ, ਉਹਨਾਂ ਦਾ ਕੁਛ ਨਹੀਂ ਹੋਣਾ। ਕਰੰਟ ਅਫੇਅਰ ਦੇ ਵਿੱਚ ਬਸ ਇਹੀ ਆ ਕਿ ਆਪਾਂ ਨੂੰ ਨੇੜੇ ਵਾਲੇ ਜਿਹੜੇ ਕਿ 6 ਮਹੀਨੇ, ਜਿਵੇਂ ਹੁਣ ਜਿਹੜਾ ਕੈਂਡੀਡੇਟ ਹੁਣੇ ਰੀਸੈਂਟਲੀ ਤਿਆਰੀ ਕਰਨ ਲੱਗਿਆ ਵਾ ਉਹਨੂੰ 6 ਮਹੀਨੇ ਦੇ ਹੀ ਕਰਨੇ ਚਾਹੀਦੇ ਆ। ਉਸ ਕੈਂਡੀਡੇਟ ਨੂੰ 1 ਜਨਵਰੀ 2022 ਤੋਂ ਹੀ ਕਰਨੇ ਚਾਹੀਦੇ ਨੇ, ਕਿਉਂਕਿ ਇੰਨੇ ਕਰੰਟ ਅਫੇਅਰ ਉਹਦੇ ਤੋਂ ਕਵਰ ਵੀ ਨਹੀਂ ਹੋਣੇ ਕਿ 2020-19 ਦੇ ਵਿੱਚ ਕਰੀ ਜਾਵੇ ਤੇ ਉਹਦੇ ਵਿੱਚ ਸ਼ਾਇਦ ਕੁਐਸਚਨ 2 ਜਾਂ 3 ਮੰਨ। ਪਰ ਜੇਕਰ ਕੋਈ ਕੈਂਡੀਡੇਟ ਪਹਿਲਾਂ ਤੋਂ ਤਿਆਰੀ ਕਰ ਰਿਹਾ, ਉਹਦੇ ਨੋਟਸ ਬਣੇ ਹੋਏ ਨੇ, ਠੀਕ ਆ, ਇੱਕ ਅਲੱਗ ਤੋਂ ਮੇਨ ਪੁਆਇੰਟ ਉਹਨੇ ਲਗਾਏ ਹੋਏ ਨੇ ਕਰੰਟ ਅਫੇਅਰ ਦੀ, ਜਾਂ ਉਹਦੇ ਕੋਲ PDF ਪਈ ਆ, ਜਾਂ ਉਹਨੇ 2 ਵਾਰੀ ਪਹਿਲਾਂ ਪੜ੍ਹ ਚੁੱਕਿਆ, ਉਹ ਪੇਪਰ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਣ। ਠੀਕ ਆ ਜੀ, ਜਿਨ੍ਹਾਂ ਦਾ 2022 ਦੇ ਵਿੱਚ PPSC ਦਾ ਖਾਸ ਕਰ ਪੇਪਰ ਆ, PPSC ਲਈ ਮੈਂ ਸਪੈਸ਼ਲ ਗੱਲ ਕਰ ਰਿਹਾ ਵਾਂ, ਜਿਨ੍ਹਾਂ ਦਾ 2022 ਦੇ ਵਿੱਚ PPSC ਦਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਏਗਾ। ਠੀਕ ਆ, ਹੁਣ ਕੋਆਪਰੇਟਿਵ ਇੰਸਪੈਕਟਰ ਪੇਪਰ ਲਈ ਤੁਸੀਂ ਕੋਸ਼ਿਸ਼ ਕਰੋ ਕਿ 1 ਸਾਲ ਦੇ ਤਾਂ ਜ਼ਰੂਰ ਕਰਕੇ ਜਾਓ ਕਰੰਟ ਅਫੇਅਰ ਬਹੁਤ ਜ਼ਿਆਦਾ PPSC ਪੁੱਛਦਾ। PSSB ਲਈ ਤੁਹਾਡਾ ਸਰ ਜਾਏਗਾ ਅਗਰ ਤੁਸੀਂ ਜਨਵਰੀ 2022 ਤੋਂ ਕਰੋਗੇ, ਪਰ ਕੋਆਪਰੇਟਿਵ ਇੰਸਪੈਕਟਰ ਲਈ ਘੱਟੋ ਘੱਟ 1 ਸਾਲ ਦਾ, ਮਤਲਬ ਕਿ ਸਤੰਬਰ ਦੇ ਵਿੱਚ ਪੇਪਰ ਹੋ ਰਿਹਾ ਤਾਂ ਤੁਹਾਨੂੰ ਸਤੰਬਰ 2021 ਤੋਂ ਹੀ ਕਰੰਟ ਅਫੇਅਰ ਕਰਨੇ ਪੈਣੇ ਨੇ। ਠੀਕ ਆ, PPSC ਕੋਆਪਰੇਟਿਵ ਇੰਸਪੈਕਟਰ ਲਈ। ਪਰ ਜਿਹੜਾ ਕੈਂਡੀਡੇਟ ਤਿਆਰੀ ਹੀ ਹੁਣੇ ਰੀਸੈਂਟਲੀ 2 ਮਹੀਨੇ 3 ਮਹੀਨੇ 4 ਮਹੀਨੇ ਪਹਿਲਾਂ ਕਰਨ ਲੱਗਿਆ, ਉਹਦੇ ਲਈ ਇੰਨੇ ਜ਼ਿਆਦਾ ਕਰੰਟ ਅਫੇਅਰ ਕਰਨੇ ਪੋਸੀਬਲ ਨਹੀਂ ਹੁੰਦੇ। ਸੋ ਉਹ ਕੈਂਡੀਡੇਟ ਕੀ ਕਰੇ, ਉਹ ਸਿਰਫ ਸਿੰਪਲ ਜਨਵਰੀ 2022 ਤੋਂ ਲੈ ਕੇ ਟਿਲ ਐਗਜ਼ਾਮ ਤੱਕ ਜਦੋਂ ਤੱਕ ਵੀ ਉਹਦਾ ਜਿਹੜਾ ਵੀ ਪੇਪਰ ਵਾ ਉਹ ਜ਼ਰੂਰ ਕਰ ਲਵੇ। ਠੀਕ ਆ, ਪਰ ਜਿਹਨੇ ਪਹਿਲਾਂ ਕੀਤੇ ਹੋਏ ਨੇ 2021 ਦੇ, ਉਹ ਇੱਕ ਵਾਰੀ ਇੰਪੋਰਟੈਂਟ ਜਿਹੜੇ ਚਾਹੇ ਟੌਪ 100 ਦੇ ਉੱਤੇ ਹੀ ਇੱਕ ਵਾਰੀ ਨਿਗਾਹ ਮਾਰ ਲਵੇ। ਠੀਕ ਆ, ਸੋ ਇਹ ਤੇ ਧਿਆਨ ਦਿਓ, ਜ਼ਰੂਰੀ ਨਹੀਂ ਹੁੰਦਾ ਕਿ 2022 ਦੇ ਕੁਐਸਚਨ ਹੀ ਪੁੱਛੇ ਜਾਣਗੇ, ਪਰ PSSB ਦੇ ਵਿੱਚ ਘੱਟ ਕੁਐਸਚਨ ਪੁੱਛੇ ਜਾਂਦੇ ਨੇ। ਸੋ ਤੁਸੀਂ ਰੀਸੈਂਟਲੀ ਜਾਂ ਇੰਪੋਰਟੈਂਟ ਵੀ ਕਰ ਲਓਗੇ, ਠੀਕ ਆ, ਸੋ ਉਹ ਵੀ ਤੁਹਾਡਾ ਹੋ ਜਾਏਗਾ। ਸੋ ਆਪਰੇਸ਼ਨ ਦੇਵੀ ਸ਼ਕਤੀ, ਠੀਕ ਆ। ਹੁਣ ਆਪਰੇਸ਼ਨ ਗੰਗਾ, ਇਹ ਨਾ ਯੂਕਰੇਨ ਦੇ ਵਿੱਚ ਜਿਹੜੇ ਆਪਣੇ ਭਾਰਤੀ ਵਿਦਿਆਰਥੀਆਂ ਲਈ ਚਲਾਇਆ ਗਿਆ। ਠੀਕ ਆ ਜੀ, ਸੋ ਹੁਣੇ ਆਪਰੇਸ਼ਨ ਬਲੈਕ ਟੋਰੰਟੋ ਜਿਹੜਾ ਸੀ ਉਹ ਮੁੰਬਈ ਅੱਤਵਾਦੀ ਹਮਲੇ ਲਈ ਚਲਾਇਆ ਗਿਆ ਸੀ। ਠੀਕ ਆ, ਪਹਿਲਾਂ ਦੀ ਗੱਲ ਹੈ। ਹੁਣ ਆ ਗਿਆ ਜੀ ਸਾਡਾ ਨਵੀਂ ਦਿੱਲੀ ਦੇ ਵਿੱਚ ਇੰਡੋ ਤਿਬੇਤੀਅਨ ਬਾਰਡਰ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਕਾਰਜ ਕਿਹਨੇ ਸੰਭਾਲਿਆ ਜੀ? ਸੰਜੇ ਅਰੋੜਾ ਨੇ ਸੰਭਾਲਿਆ ਵਾ,
ਜਾਂ ਆਪਣਾ ਨੈਕਸਟ ਆ ਗਿਆ ਜੀ ਸਾਡਾ ਸੂਜੇ ਲਾਲ ਥੋਮਸਨ ਨੇ ਸੰਭਾਲਿਆ, ਪਰਾਕਰਮ ਅਯਰ ਨੇ ਸੰਭਾਲਿਆ ਜਾਂ ਆਰ ਕੇ ਗੁਪਤਾ ਨੇ। ਸੋ ਇਹਦਾ ਆਨਸਰ ਬਣਦਾ ਸੂਜੇ ਲਾਲ ਥੋਮਸਨ। ਸੋ ਜੀ ਨੈਕਸਟ ਕੁਐਸਚਨ ਤੇ ਆ ਗਏ ਜੀ ਆਪਣੇ 29 ਨੰਬਰ ਕੁਐਸਚਨ। ਕਿਹੜਾ ਸ਼ਹਿਰ, ਹੁਣੇ ਰੀਸੈਂਟਲੀ ਇੱਕ ਨਾ ਗੂਗਲ ਨੇ ਇੱਕ ਐਨਵਾਇਰਨਮੈਂਟ ਗੂਗਲ ਦੇ ਉੱਤੇ ਨਾ ਐਨਵਾਇਰਨਮੈਂਟਲ ਇਨਸੀਡੈਂਟ ਐਕਸਪਲੋਰਰ ਦੀ ਇੱਕ ਡੇਟਾ ਪ੍ਰਕਾਸ਼ਿਤ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ। ਠੀਕ ਆ, ਗੂਗਲ ਦੇ ਉੱਤੇ ਇਹਦੇ ਬਾਰੇ ਸਾਰਾ ਡੇਟਾ ਅਵੇਲੇਬਲ ਹੋਏਗਾ EIE ਦਾ। ਠੀਕ ਆ, ਐਨਵਾਇਰਨਮੈਂਟ ਇਨਸਾਈਟ ਐਕਸਪਲੋਰਰ ਦਾ। ਸੋ ਔਰੰਗਾਬਾਦ, ਦਿੱਲੀ, ਪੁਣੇ ਜਾਂ ਸੂਰਤ। ਸੋ ਜੀ ਔਰੰਗਾਬਾਦ ਬਿਲਕੁਲ ਸਹੀ ਜੀ, A ਨੰਬਰ ਬਣਦਾ। ਠੀਕ ਆ, ਐਨਵਾਇਰਨਮੈਂਟ ਦੇ ਨਾਲ ਰਿਲੇਟਡ ਬਣਦਾ ਵਾ, ਸੋ ਇਹ ਜ਼ਰੂਰ ਕਰ ਲਿਓ। ਕਿਹੜਾ ਦੇਸ਼ ਨੇ ਅਲ ਕਾਇਦਾ ਨੇਤਾ ਅਯਮਨ ਅਲ ਜ਼ਬੈਰੀ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ ਜੀ? ਤਾਲਿਬਾਨ ਨੇ ਕੀਤੀ ਆ, ਅਮਰੀਕਾ ਨੇ ਕੀਤੀ ਆ, ਇਰਾਨ ਨੇ ਕੀਤੀ ਆ ਜਾਂ ਇੰਡੀਆ ਨੇ ਕੀਤੀ ਆ? ਦੱਸੋ ਜੀ ਕਿਹੜੀ ਕੰਟਰੀ ਨੇ ਕਿਹਾ ਕਿ ਅਸੀਂ ਜਿਹੜਾ ਤਾਲਿਬਾਨ ਜਿਹੜਾ ਅਲ ਕਾਇਦਾ ਦਾ ਲੀਡਰ ਆ ਅਯਮਨ ਅਲ ਜ਼ੈਰੀ, ਠੀਕ ਆ ਜੀ ਜ਼ਬੈਰੀ, ਤਾਂ ਇਹ ਜੀ ਅਮਰੀਕਾ ਵਾ। ਠੀਕ ਆ, ਅਮਰੀਕਾ ਨੇ ਕਿਹਾ ਬਾਈ ਕਿ ਹਾਂਜੀ ਇਹਦੀ ਅਸੀਂ ਇਹਨੂੰ ਮਾਰ ਦਿੱਤਾ ਗਿਆ। ਸੋ ਜੀ ਹੁਣੇ ਭਾਰਤ ਦੇ ਵਿੱਚ 17 ਦੇਸ਼ਾਂ ਵਿਚਕਾਰ ਮੈਗਾ 에ਅਰ ਕੰਬੈਕਟ ਅਭਿਆਸ ਹੋਇਆ ਜਿਹਨੂੰ ਕਿ ਪਿਚ ਬਲੈਕ 2022 ਕਹਿੰਦੀ ਆ, ਉਹਦਾ ਹਿੱਸਾ ਹੋਊਗਾ। ਉਹਦੇ ਵਿੱਚ ਦੱਸੋ ਜੀ ਕਿਹੜੇ ਦੇਸ਼ ਦੇ ਉੱਤਰੀ ਪ੍ਰਦੇਸ਼ ਦੇ ਵਿੱਚ ਆਯੋਜਿਤ ਕੀਤਾ ਜਾਏਗਾ। ਸੋ 30 ਕੁਐਸਚਨ ਆਪਾਂ ਕਰ ਲਿਆ, ਅੱਧੇ ਕੁਐਸਚਨ ਆਪਾਂ ਕਰ ਲਿਆ, ਅੱਧੇ ਕੁਐਸਚਨ ਰਹਿ ਗਏ ਹੋਏ ਨੇ। ਠੀਕ ਆ, ਸੋ ਆਸਟ੍ਰੇਲੀਆ, ਕੈਨੇਡਾ, ਫਰਾਂਸ ਜਾਂ ਅਮਰੀਕਾ? ਦੱਸੋ। ਸੋ ਆਸਟ੍ਰੇਲੀਆ ਜੀ, ਆਸਟ੍ਰੇਲੀਆ ਬਿਲਕੁਲ ਸਹੀ ਜੀ। ਆਸਟ੍ਰੇਲੀਆ ਦੇ ਵਿੱਚ ਪਿਚ ਬਲੈਕ 2022 ਨਾਮ ਦਾ ਇੱਕ ਵਾ ਜਿਹੜਾ ਕਿ ਭਾਰਤ 17 ਦੇਸ਼ਾਂ ਦੇ ਨਾਲ ਕਰ ਰਿਹਾ ਵਾ। ਠੀਕ ਆ, ਪਿਚ ਬਲੈਕ 2022 ਕੰਬੈਕਟ ਐਕਸਰਸਾਈਜ਼ ਏਅਰ ਵਾਲੀ ਆ। ਠੀਕ ਆ ਜੀ, ਇਹ ਹਵਾਈ ਆ। ਸੋ ਜੀ ਇਹਨਾਂ ਦੇ ਵਿੱਚੋਂ ਕਿਹਨੇ ਡੇਂਜਰਸ ਅਰਥ ਨਾਮ ਦੀ ਆਪਣੀ ਕਿਤਾਬ ਲਿਖੀ ਆ ਜੀ? ਬਹੁਤ ਇੰਪੋਰਟੈਂਟ ਕੁਐਸਚਨ ਬਣਦਾ, ਬੁੱਕਸ ਦੇ ਉੱਤੇ ਵੀ ਜ਼ਰੂਰ ਇਹਦੇ ਉੱਤੇ ਥੋੜਾ ਜਿਹਾ ਨਿਗਾਹ ਮਾਰ ਲਿਆ ਕਰੋ। ਠੀਕ ਆ, ਬੁੱਕਸ ਵਗੈਰਾ ਦੇ ਉੱਤੇ ਜਿਹੜੀਆਂ ਇੰਪੋਰਟੈਂਟ ਬੁੱਕਸ ਨਿਊਜ਼ ਦੇ ਵਿੱਚ ਹੁੰਦੀਆਂ ਨੇ। ਸੋ ਇਹਦੇ ਬਣਦੇ ਨੇ ਜੀ ਆਨਸਰ, ਤੁਸੀਂ ਦੇਣਾ ਵਾ ਜੀ। ਸੋ ਇਹਦਾ ਆਨਸਰ ਬਣਦਾ ਜੀ ਐਲਨ ਪ੍ਰਾਗਰ ਨੇ ਇਹਦੇ। ਠੀਕ ਹੈ, ਡੇਂਜਰਸ ਬੁੱਕ ਦੇ ਜਿਹੜੇ ਰਾਈਟਰ ਨੇ, ਆਥਰ ਨੇ। ਸੋ ਜੀ ਆਹ ਥੋੜ੍ਹੀਆਂ ਜਿਹੀਆਂ ਮੈਂ ਬੁੱਕਸ ਮੈਂ ਤੁਹਾਡੇ ਲਈ ਐਡ ਕਰ ਦਿੱਤੀਆਂ ਹੋਈਆਂ ਨੇ, ਇਹ ਜ਼ਰੂਰ ਕਰ ਲਿਓ। ਠੀਕ ਆ ਜੀ, ਸੋ ਬਿਰਸਾ ਮੁੰਡਾ ਨਾਮ ਦੀ ਬੁੱਕ ਜੈਤਾ ਨਾਇਕ ਤੇ ਅਲੋਕ ਚੱਕਰਵਾਲ ਨੇ ਲਿਖੀ ਆ। ਇਹ ਪਲੇਸ ਕਾਲਡ ਹੋਮ, ਇਹ ਕਿਹਨੇ ਲਿਖੀ ਆ ਜੀ? ਇਹ ਲਿਖੀ ਆ ਪ੍ਰੀਤੀ ਸ਼ੋਨੇ ਨੇ। ਦਾ ਇੰਡੀਆ ਸਟੋਰੀ ਬਿਮਲ ਜਾਲਨ ਨੇ ਲਿਖੀ ਆ। ਹੀਅਰ ਯੂਅਰ ਸੈਲਫ, ਇਹ ਕਿਹਨੇ ਲਿਖੀ ਆ ਜੀ? ਪ੍ਰੇਮ ਰਾਵਤ ਨੇ। ਇਹ ਲਿਟਲ ਬੁੱਕ ਆਫ ਇੰਡੀਆ, ਇਹ ਰਸਕਿਨ ਬੌਂਡ ਦੀ ਬੁੱਕ ਆ। ਇਹਦੇ ਤੇ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਆ ਲਿਟਲ ਬੁੱਕ ਆਫ ਜੋਏ, ਇਹ ਦਲਾਈ ਲਾਮਾ ਐਂਡ ਦੇਸਮੌਂਡ ਟੋਟੂ ਨੇ ਲਿਖੀ ਆ। ਵੀ ਬਹੁਤ ਇੰਪੋਰਟੈਂਟ ਬੁੱਕ ਬਣ ਰਹੀ ਆ। ਠੀਕ ਆ ਜੀ, ਹੁਣੇ ਰੀਸੈਂਟਲੀ ਆਈ ਸੀ। ਇਹ ਵਾਲੀਆਂ ਬੁੱਕਸ ਚੰਗੀ ਤਰ੍ਹਾਂ ਯਾਦ ਕਰ ਦਿਓ। ਦਾ ਲੈਜੈਂਡ ਆਫ ਬਿਰਸਾ ਮੁੰਡਾ, ਠੀਕ ਆ, ਇਹ ਤੁਹੀਂ ਸਿਨਾ ਐਂਡ ਅੰਕਿਤਾ ਨੇ ਲਿਖੀ ਆ। ਸੋ ਆਹ ਬਿਰਸਾ ਮੁੰਡਾ ਅਲੱਗ ਆ, ਦਾ ਲੈਜੈਂਡ ਆਫ ਬਿਰਸਾ ਮੁੰਡਾ ਅਲੱਗ ਆ। ਅਸ਼ਟਾਂਗ ਯੋਗਾ, ਇਹ ਸੋਨੂ ਫੋਗਟ ਦੀ ਬੁੱਕ ਆ, ਇਹ ਜ਼ਰੂਰ ਕਰ ਲਿਓ। ਠੀਕ ਹੈ ਜੀ। ਸੋ ਜੀ ਹੁਣ ਆ ਗਏ ਜੀ ਆਪਾਂ 33 ਨੰਬਰ ਕੁਐਸਚਨ 'ਚ। ਹੁਣੇ ਚੌਥੀ ONGC ਪੈਰਾ ਖੇਡਾਂ ਦਾ ਉਦਘਾਟਨ ਆਪਣੇ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੀਤਾ। ਕਿੱਥੇ ਕੀਤਾ ਵਾ ਜੀ? ਦੱਸੋ ਜੀ। ਲਖਨਊ 'ਚ ਕੀਤਾ, ਦਿੱਲੀ 'ਚ ਕੀਤਾ, ਨਾਸਿਕ ਕੀਤਾ ਜਾਂ ਸ਼੍ਰੀਨਗਰ ਦੇ ਵਿੱਚ ਕੀਤਾ? ਸੋ ਆਪਣੇ ਮਾਈਂਡ ਦੇ ਵਿੱਚ ਤੁਸੀਂ ਸੋਚ ਲਿਆ ਹੋਏਗਾ। ਸੋ ਇਹ ਕਿੱਥੇ ਹੋਇਆ ਵਾ ਜੀ? ਦਿੱਲੀ ਦੇ ਵਿੱਚ ਹੋਇਆ। ਮੋਸਟ ਇੰਪੋਰਟੈਂਟ ਬਣਦੇ ਨੇ। ਠੀਕ ਹੈ, ਇਹ ਵਾਲੇ ਕੁਐਸਚਨ। ਨੈਕਸਟ ਆ ਗਏ ਜੀ ਹੁਣ ਆਪਾਂ ਆ ਲਓ ਜੀ। ਹੁਣ ਆਹ ਕੁਐਸਚਨ ਇਹਨੂੰ ਜ਼ਰੂਰ ਤੁਸੀਂ ਕਰਨਾ। ਇਹਦੇ ਵਿੱਚ ਤੁਹਾਡੇ ਮੈਂ 2-3 ਪੁਆਇੰਟ ਹੋਰ ਕਵਰ ਕਰਾਉਣ ਦੀ ਕੋਸ਼ਿਸ਼ ਕਰਦਾ। ਪਿੰਗਾਲੀ ਵੈਂਕਈਆ ਵਾ ਜਿਹੜਾ, ਇਹਦੀ ਕਿੰਨਵੀਂ ਵਰ੍ਹੇਗੰਢ ਆ? ਜਨਮ ਵਰ੍ਹੇਗੰਢ। ਠੀਕ ਆ, ਬਰਥ ਐਨੀਵਰਸਰੀ ਤੇ ਭਾਰਤ ਸਰਕਾਰ ਨੇ ਇਹ ਤਿਰੰਗੇ ਦੇ ਆਪਣੇ ਦੇ ਡਿਜ਼ਾਈਨਰ ਸੀ P ਵੈਂਕਈਆ ਦੇ ਸਨਮਾਨ ਦੇ ਵਿੱਚ ਇੱਕ ਯਾਦਗਾਰੀ, ਠੀਕ ਆ, ਡਾਕ ਟਿਕਟ ਜਿਹਨੂੰ ਕਿ ਪੋਸਟੇਜ ਸਟੈਂਪ ਕਹਿੰਦੇ ਆ, ਉਹ ਜਾਰੀ ਕੀਤੀ ਆ ਜੀ। 144ਵੀਂ, 145, 146 ਜਾਂ 147ਵੀਂ ਵਰ੍ਹੇਗੰਢ ਹੋਈ ਇਹਨਾਂ ਦੀ। ਬਹੁਤ ਇੰਪੋਰਟੈਂਟ ਕੁਐਸਚਨ ਬਣ ਰਿਹਾ ਜੀ। ਸੋ ਜੀ ਪਹਿਲੀ ਗੱਲ ਤਾਂ ਜੀ ਇਹਨਾਂ ਦੀ 146ਵੀਂ ਵਰ੍ਹੇਗੰਢ ਹੋਈ ਆ। ਹੁਣ ਸਭ ਤੋਂ ਜ਼ਰੂਰੀ ਤੁਹਾਨੂੰ ਜਿਹੜੇ ਪਿੰਗਾਲੀ ਵੈਂਕਈਆ, ਇਹ ਕੌਣ ਸੀ ਜੀ? ਇਹ ਸੀਗੇ ਜੀ ਆਪਣੇ ਫਰੀडम ਫਾਈਟਰ ਸੀਗੇ। ਪਿੰਗਾਲੀ ਵੈਂਕਈਆ ਫਰੀडम ਫਾਈਟਰ ਸੀਗੇ। ਸੋ ਇਹ ਕਿੱਥੋਂ ਸੀ? ਆਂਧਰਾ ਪ੍ਰਦੇਸ਼ ਤੋਂ ਇਹ ਬਿਲੋਂਗ ਕਰਦੇ ਸੀ। ਠੀਕ ਹੈ, ਆਂਧਰਾ ਪ੍ਰਦੇਸ਼ ਤੋਂ ਫਰੀडम ਫਾਈਟਰ ਸੀ। ਹੁਣ ਜੇ ਆਪਾਂ ਨੂੰ ਪੁੱਛਿਆ ਕਿ ਦੱਸੋ ਜੀ ਕੌਂਸਟੀਟਿਊਸ਼ਨ ਅਸੈਂਬਲੀ ਨੇ ਜਿਹੜੀ ਨੇ ਆਪਣੀ ਨੇ ਮਤਲਬ ਤਿਰੰਗੇ ਦਾ ਡਿਜ਼ਾਈਨ ਜਿਹਦੇ ਵਿੱਚ ਕਿ ਆਪਣਾ ਟਰਾਈ ਕਲਰ ਆ। ਠੀਕ ਆ ਜੀ, ਟਰਾਈ ਕਲਰ ਦੇ ਵਿੱਚ ਇੱਕ ਆਪਣਾ ਅਸ਼ੋਕ ਚੱਕਰ ਬਣਿਆ ਹੋਇਆ ਵਾ। ਠੀਕ ਆ, ਅਸ਼ੋਕ ਚੱਕਰ। ਸੋ ਇਹ ਜਿਹੜਾ ਡਿਜ਼ਾਈਨ ਆ ਇਹ ਉਹਨਾਂ ਨੇ ਪੁੱਛਣਗੇ ਪੇਪਰ ਦੇ ਵਿੱਚ ਬਹੁਤ ਵਾਰ ਬਣਿਆ ਹੈ ਕਿ ਇਹ ਕਦੋਂ ਅਡੋਪਟ ਕੀਤਾ ਸੀ ਇਹਨਾਂ ਨੇ। ਠੀਕ ਆ ਜੀ, ਇਹਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਾ ਹੋਇਓ। 22 ਜੁਲਾਈ 1947 ਨੂੰ ਇਹ ਅਡੋਪਟ ਕੀਤਾ ਸੀ। ਠੀਕ ਆ, ਬਸ ਇਸ ਤਰ੍ਹਾਂ ਯਾਦ ਕਰ ਲਓ ਕਿ ਜਦੋਂ ਆਪਣਾ ਭਾਰਤ ਆਜ਼ਾਦ ਹੋਇਆ ਸੀ, ਮਤਲਬ ਅਗਸਤ ਦੇ ਵਿੱਚ ਆਜ਼ਾਦ ਹੋਇਆ ਸੀ, ਲਗਭਗ 1 ਮਹੀਨਾ ਪਹਿਲਾਂ ਇਹ ਡਿਜ਼ਾਈਨ ਯਾਦ ਹੋਣਾ ਚਾਹੀਦਾ। ਠੀਕ ਆ, ਸੋ ਇਹਨੂੰ ਪ੍ਰੈਂਬਲ ਦੇ ਨਾਲ ਕਨਫਿਊਜ਼ ਨਾ ਹੋਇਓ। ਠੀਕ ਆ, ਨਾ ਹੀ ਜਨਗਣ ਮਨ ਦੇ ਨਾਲ ਹੋਇਓ। ਇਹ ਅਲੱਗ ਫੈਕਟ ਆ, ਬਾਰ-ਬਾਰ ਇਹਦੇ ਕਿਉਂਕਿ ਜ਼ਿਆਦਾਤਰ ਜਿਹੜੇ ਥੋੜਾ ਜਿਹਾ ਅਲੱਗ ਫੈਕਟ ਬਣਦਾ ਨਾ ਪੇਪਰ ਦੇ ਵਿੱਚ ਉਹ ਪੁੱਛਿਆ ਜਾਂਦਾ ਵਾ। ਠੀਕ ਆ, 22 ਜੁਲਾਈ 1947 ਮੈਂ ਤੁਹਾਨੂੰ ਕਰਵਾਇਆ ਹੋਇਆ ਵਾ ਆਪਣੀ ਪੋਲਿਟੀ ਦੀ ਕਲਾਸ ਦੇ ਵਿੱਚ ਵੀ ਕਰਵਾਇਆ ਹੋਇਆ, ਵੈਸੇ ਵੀ ਤੁਹਾਨੂੰ ਮੈਂ ਬਹੁਤ ਵਾਰ ਕਰਵਾਇਆ ਹੋਇਆ ਵਾ ਇਹ। ਠੀਕ ਆ, ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਇਹਦੀ ਕਈ ਵਾਰ ਨਾ ਇਹ ਰੇਸ਼ੀਓ ਪੁੱਛ ਲੈਂਦੇ ਹੁੰਦੇ ਨੇ ਆਪਣੇ ਤਿਰੰਗੇ ਦਾ ਰੇਸ਼ੀਓ ਪੁੱਛ ਲੈਂਦੇ ਹੁੰਦੇ ਨੇ। ਠੀਕ ਆ ਜੀ, ਲੈਂਥ ਤੋਂ ਵਿਥ। ਠੀਕ ਆ ਜੀ, ਲੈਂਥ ਟੂ ਵਿਥ ਕਿੰਨਾ ਵਾ ਜੀ? ਇਹਦਾ ਆਪਣਾ ਤਿਰੰਗੇ ਦਾ ਲੈਂਥ 3 ਆ, ਵਿਥ ਹੈਗੀ ਆ 2। ਕਈ ਵਾਰ ਉਹ ਵਿਥ ਟੂ ਲੈਂਥ ਪੁੱਛ ਲੈਣਗੇ। ਠੀਕ ਆ, ਤੁਹਾਨੂੰ ਕਨਫਿਊਜ਼ ਕਰਨ ਦੇ ਮਾਰੇ ਉਹ ਪੁੱਛ ਲੈਣਗੇ ਵਿਥ ਟੂ ਲੈਂਥ ਪੁੱਛ ਲੈਣਗੇ, ਤਾਂ ਉਤੋਂ ਇੱਥੇ 2 ਆ ਜਾਊਗਾ, ਇੱਥੇ 3 ਆ ਜਾਊਗਾ। ਠੀਕ ਆ, ਲੈਂਥ ਤੁਹਾਨੂੰ 3 ਯਾਦ ਹੋਣੀ ਚਾਹੀਦੀ ਆ, ਵਿਥ ਤੁਹਾਨੂੰ ਕਿੰਨੀ ਯਾਦ ਹੋਣੀ ਚਾਹੀਦੀ ਆ? 2। ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ, ਇਹ ਪੇਪਰ 'ਚ ਬਾਰ-ਬਾਰ ਪੁੱਛੇ ਜਾਂਦੇ ਨੇ ਜੀ।
ਹੁਣ ਜੀ ਪੈਰਿਸ ਦੇ ਵਿੱਚ 2024 ਦੀਆਂ 올림픽 ਤੇ ਪੈਰਾਲੰਪਿਕ ਖੇਡਾਂ ਹੋਣੀਆਂ। ਆਪਾਂ ਨੂੰ ਪਤਾ ਹੀ ਹੈ ਕਿ 2024 ਦੀਆਂ ਜਿਹੜੀਆਂ ਗੇਮਸ ਹੋਣੀਆਂ ਨੇ 올림픽 ਤੇ ਪੈਰਾਲੰਪਿਕ ਕਿੱਥੇ ਹੋਣੀਆਂ? ਪੈਰਿਸ 'ਚ। ਇੱਕ ਕੁਐਸਚਨ ਦਾ ਇਹ ਕਵਰ ਹੋ ਗਿਆ। ਉਹਦੇ 'ਚ ਸਲੋਗਨ ਕੀ ਆ? ਮੋਸਟ ਇੰਪੋਰਟੈਂਟ ਬਣ ਰਿਹਾ ਜੀ, ਹੈਲਡ ਯੂਅਰ ਹੋਪਸ ਹਾਈ, ਗੇਮਸ ਵਾਈਡ ਓਪਨ, ਫਾਸਟਰ ਹਾਇਰ ਸਟਰੋਂਗਰ ਟੁਗੈਦਰ ਫॉर ਏ ਸ਼ੇਅਰਡ ਫਿਊਚਰ। ਦੱਸੋ ਜੀ 35 ਨੰਬਰ ਦਾ ਕੀ ਕੋਈ ਆਨਸਰ ਬਣ ਸਕਦਾ ਵਾ ਇਹ? ਸੋ 35 ਨੰਬਰ ਦਾ ਬਿਲਕੁਲ ਸਹੀ ਆਨਸਰ ਬਣਦਾ ਪਿਆ ਜੀ, ਗੇਮਸ ਵਾਈਡ ਓਪਨ। ਇਹ ਆਪਣਾ ਸਲੋਗਨ ਆ, ਠੀਕ ਹੈ। 2024 ਦੀਆਂ ਜਿਹੜੀਆਂ ਹੁਣ ਅਗਲੀਆਂ 올림픽 ਤੇ ਪੈਰਾਲੰਪਿਕ ਗੇਮਸ ਹੋਣੀਆਂ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ, ਐਕਸਪੈਕਟਡ ਕੁਐਸਚਨ ਆ ਜੀ ਇਹ, ਇਹਨੂੰ ਸਕਿਪ ਨਾ ਕਰਕੇ ਜਾਇਓ, ਯਾਦ ਕਰ ਲਓ ਜੀ। ਹਾਂਜੀ, ਫਾਰਚੂਨ ਗਲੋਬਲ, ਠੀਕ ਹੈ ਜੀ, ਹੁਣੇ ਫਾਰਚੂਨ ਗਲੋਬਲ 5000 ਦੀ ਸੂਚੀ ਜਾਰੀ ਹੋਈ ਆ, ਜਿਹਦੇ ਵਿੱਚ ਕਿ ਕਿਹੜੀ ਕੰਪਨੀ ਨੂੰ 98ਵਾਂ ਸਥਾਨ ਮਿਲਿਆ? ਰਿਲਾਇੰਸ ਇੰਡਸਟਰੀ, ਇੰਡੀਅਨ ਆਇਲ ਕਾਰਪੋਰੇਸ਼ਨ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਜਾਂ ਟਾਟਾ ਮੋਟਰ? ਦੱਸੋ ਜੀ। 98 ਸਥਾਨ ਪੁੱਛ ਲਿਆ ਜੀ ਉਹਨਾਂ ਨੇ। 98 ਸਥਾਨ ਕਿਹਨੂੰ ਮਿਲਿਆ ਜੀ? ਪਹਿਲੀ ਗੱਲ ਦਾ ਜੀ 98 ਸਥਾਨ ਮਿਲਿਆ ਜੀ ਆਪਣਾ LIC ਨੂੰ, ਠੀਕ ਆ। LIC ਨੂੰ 98 ਸਥਾਨ ਬਣਿਆ। ਜੇਕਰ ਰਿਲਾਇੰਸ ਇੰਡਸਟਰੀ ਦਾ ਆਪਾਂ ਨੂੰ ਉਹਨਾਂ ਨੇ ਪੁੱਛ ਲਿਆ ਤਾਂ 104 ਨੰਬਰ ਸਥਾਨ ਮਿਲਿਆ ਵਾ ਰਿਲਾਇੰਸ ਇੰਡਸਟਰੀ ਨੂੰ। ਜੇਕਰ ਆਪਾਂ ਨੂੰ 1 ਨੰਬਰ ਤੇ ਪੁੱਛ ਲੈਣ, 1 ਨੰਬਰ ਤੇ ਜੀ ਵਾਲਮਾਰਟ 1 ਨੰਬਰ ਤੇ ਰਿਹਾ। 2 ਨੰਬਰ ਤੇ ਕੌਣ ਰਿਹਾ ਜੀ? 2 ਨੰਬਰ ਤੇ ਐਮਾਜ਼ੋਨ ਰਿਹਾ ਵਾ। ਸੋ ਇਹ ਫੈਕਟ ਤੁਹਾਨੂੰ ਯਾਦ ਹੋਣੇ ਚਾਹੀਦੇ, ਇੰਪੋਰਟੈਂਟ ਫੈਕਟ ਬਣਦੇ ਨੇ ਇਹ, ਠੀਕ ਹੈ ਜੀ। ਚਲੋ ਐਡ ਕਰਤੇ ਹੋਏ, ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਪਏਗੀ ਜੀ, ਠੀਕ ਹੈ ਜੀ। 1 ਨੰਬਰ ਰੈਂਕ ਵਾਲਮਾਰਟ, 2 ਨੰਬਰ ਐਮਾਜ਼ੋਨ, 98 ਨੰਬਰ LIC, 104 ਨੰਬਰ ਰਿਲਾਇੰਸ। ਇਹ ਟੌਪ ਨੇ, ਠੀਕ ਹੈ ਜੀ, ਫੋਰਚੂਨ ਗਲੋਬਲ 500। ਖੇਤੀ ਇਨਫਰਾ ਫੰਡਾਂ ਦੀ ਵਰਤੋਂ ਵਿੱਚ ਕਿਹੜਾ ਰਾਜ ਸਭ ਤੋਂ ਵਧੀਆ ਰਾਜ ਬਣ ਗਿਆ? ਠੀਕ ਹੈ, ਸਭ ਤੋਂ ਵਧੀਆ ਇਹਨਾਂ ਨੇ ਯੂਟੀਲਾਈਜੇਸ਼ਨ ਕਿਹਨੇ ਕੀਤੀ ਹੈ ਐਗਰੀ ਇਨਫਰਾ ਫੰਡ ਲਈ? ਸੋ ਇਹ ਕੇਰਲਾ, ਆਂਧਰਾ ਪ੍ਰਦੇਸ਼ ਆ, ਉੱਤਰ ਪ੍ਰਦੇਸ਼ ਆ, ਜਾਂ ਚੌਥਾ ਰਾਜ ਆ ਗਿਆ ਜੀ ਆਪਣਾ ਗੁਜਰਾਤ। ਦੱਸੋ ਜੀ ਇਹਦਾ ਕਿਹੜਾ ਆਨਸਰ ਬਿਲਕੁਲ ਸਹੀ ਬਣਦਾ ਵਾ ਜੀ? ਸੋ ਜੀ ਆਂਧਰਾ ਪ੍ਰਦੇਸ਼ ਆ ਜੀ, ਜਿਹਨੇ ਆਪਣਾ ਆਂਧਰਾ ਪ੍ਰਦੇਸ਼ ਰਾਜ ਆ। B ਆਪਸ਼ਨ ਆਪਣੀ ਸਹੀ ਬਣੂਗੀ, ਜਿਹਨੇ ਕਿ ਯੂਟੀਲਾਈਜ਼ ਕੀਤਾ ਵਾ ਐਗਰੀ ਇਨਫਰਾ ਫੰਡ। ਸੋ ਜੀ ਇਸਰੋ ਤੇ ITCA ਦੀ ਭਾਈਵਾਲੀ ਵਾਲੀ ਮਾਰਵਾੜੀ ਯੂਨੀਵਰਸਿਟੀ ਦੁਆਰਾ ਹੁਣੇ ਰੀਸੈਂਟਲੀ ਕਿਸ ਰਾਜ ਦਾ ਪਹਿਲਾ ਵਿਦਿਆਰਥੀ ਉਪਗ੍ਰਹਿ ਲਾਂਚ ਹੋਇਆ? ਠੀਕ ਆ, ਫਸਟ ਐਵਰ ਸਟੂਡੈਂਟ ਸੈਟੇਲਾਈਟ ਲਾਂਚ ਹੋਇਆ। ਮੋਸਟ ਇੰਪੋਰਟੈਂਟ ਸਾਇੰਸ ਐਂਡ ਟੈਕ ਦਾ ਕੁਐਸਚਨ ਆ ਜੀ, ਬਿਲਕੁਲ ਵੀ ਨਹੀਂ ਛੱਡਣਾ ਤੁਸੀਂ, ਠੀਕ ਹੈ ਜੀ। ਸੋ ਕੇਰਲਾ, ਗੁਜਰਾਤ ਆ, ਆਂਧਰਾ ਪ੍ਰਦੇਸ਼ ਆ, ਉੜੀਸਾ, ਇਸਰੋ ਤੇ ITCA ਦਾ। ਸੋ ਕਿੱਥੇ ਹੋਇਆ ਵਾ ਜੀ ਇਹ ਹੋਏਗਾ ਜੀ, ਕੀਤਾ ਜਾਏਗਾ ਗੁਜਰਾਤ ਦੇ ਵਿੱਚ ਕੀਤਾ ਜਾਏਗਾ, ਠੀਕ ਆ। ਬਹੁਤ ਇੰਪੋਰਟੈਂਟ ਬਣਦਾ। 39 ਨੰਬਰ ਕੁਐਸਚਨ ਤੇ ਆ ਗਏ ਜੀ, 21 ਕੁਐਸਚਨ ਰਹਿ ਗਿਆ ਜੀ ਆਪਣੇ। ਇਸਰੋ ਜਿਹੜੇ ਨੇਗੇ 7 ਅਗਸਤ ਨੂੰ ਆਪਣੀ ਪਹਿਲੀ SSLV ਉਡਾਣ ਦੇ ਵਿੱਚ ਸਾਰੀਆਂ ਵਿਦਿਆਰਥਣਾਂ ਦੁਆਰਾ ਬਣਾਏ ਗਏ ਸੈਟੇਲਾਈਟ ਨੂੰ ਲੈ ਕੇ ਜਾਏਗਾ ਜੀ। ਦੱਸੋ ਜੀ ਇਹਦੇ ਵਿੱਚ ਕਿਹੜਾ? ਇਹ ਵੀ ਸਾਇੰਸ ਐਂਡ ਟੈਕ ਦਾ। ਇਹਦਾ ਸੈਟੇਲਾਈਟ ਦਾ ਨਾਮ ਪੁੱਛ ਲਿਆ ਕਿ ਕਿਹੜਾ ਹਵਾ, ਠੀਕ ਆ। ਆਜ਼ਾਦੀ ਸੈਟ ਆ, ਅੰਮ੍ਰਿਤ ਸੈਟ ਆ, ਅੰਕ੍ਰਿਤੀ ਸੈਟ ਆ, ਜਾਂ ਆਜ਼ਾਦ ਸੈਟ ਆ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਬਣਦਾ ਵਾ ਇਹ ਕੁਐਸਚਨ ਸਾਇੰਸ ਐਂਡ ਟੈਕ ਤੋਂ। ਇਹ ਕਿਹੜਾ ਵਾ ਜੀ? ਇਹ ਆਜ਼ਾਦੀ ਸੈਟ ਆ ਜੀ। ਸੋ 750 ਸਕੂਲ ਗਰਲਸ ਨੇ ਇਹਦੇ ਵਿੱਚ, ਠੀਕ ਹੈ। 75 ਸਕੂਲ ਗਰਲਸ ਸਮਾਲ ਸੈਟੇਲਾਈਟ, ਜਿਹੜਾ ਮੈਂ ਤੁਹਾਨੂੰ ਕਹਦਾ ਆਜ਼ਾਦੀ ਸੈਟ, ਖਾਸ ਕਰ ਆਜ਼ਾਦੀ ਸੈਟ ਤੇ ਯਾਦ ਕਰਿਓ, ਠੀਕ ਆ। ਹੁਣੇ ਰੀਸੈਂਟਲੀ 2022 ਦੇ ਵਿੱਚ ਜੀ ਕਾਮਨਵੈਲਥ ਗੇਮਾਂ ਹੋਈਆਂ ਨੇ। ਇਹਦੇ ਉੱਤੇ ਆਪਾਂ ਪੂਰੀ ਫੁੱਲ ਡਿਟੇਲ ਵੀਡੀਓ ਤੁਹਾਨੂੰ ਪੇਸ਼ ਕਰਤੀ ਹੋਈ ਆ, ਤੁਸੀਂ ਜਾ ਕੇ ਦੇਖ ਲਓ। ਮੈਂ ਬਾਰ-ਬਾਰ ਕਹਿ ਰਿਹਾ ਇਹ 'ਚੋਂ ਬਹੁਤ ਕੁਐਸਚਨ ਬਣ ਗਏ। ਔਰਤਾਂ ਦੇ 4 ਮੁਕਾਬਲੇ ਦੇ ਫਾਈਨਲ ਦੇ ਵਿੱਚ ਲੌਨ ਬਾਊਲਸ ਦੇ ਵਿੱਚ ਕਿਹੜਾ ਤਗਮਾ ਜਿੱਤਿਆ ਵਾ ਜੀ? ਸਿਲਵਰ, ਬ੍ਰੌਂਜ਼, 골ਡ ਜਾਂ ਨਨ ਆਫ ਦਿਸ? 골ਡ ਜਿੱਤਿਆ ਜੀ, ਠੀਕ ਹੈ ਜੀ। 골ਡ ਜਿੱਤਿਆ ਲੌਨ ਬਾਲਸ ਦੇ ਵਿੱਚ, ਪਹਿਲਾ ਮੈਡਲ ਆ ਇੰਡੀਆ ਦਾ ਜੀ, ਠੀਕ ਹੈ, ਲੌਨ ਬਾਲਸ ਦੇ ਵਿੱਚ। ਹੁਣ ਜੀ ਹੁਣੇ ਉਹਨਾਂ ਨੇ ਪੁੱਛਿਆ ਕਿਹਨੇ ਅਪਾਇੰਟਮੈਂਟ ਹੋਈ ਹੈ ਇਹਨਾਂ ਦੇ ਵਿੱਚੋਂ, ਕਿਹਦੀ ਅਪਾਇੰਟਮੈਂਟ ਹੋਈ ਆ ਡਾਇਰੈਕਟਰ ਇਨ ਦਾ PMO ਆਫਿਸ ਦੇ ਵਿੱਚ? ਸ਼ਵੇਤਾ ਸਿੰਘ, ਰਵੀ ਕੁਮਾਰ, ਰੁਚੀ ਮਿਸ਼ਰਾ ਜਾਂ ਮਧੂਕਰ ਭੱਟ? ਸੋ ਇਹਦਾ ਬਿਲਕੁਲ ਸਹੀ ਆਨਸਰ ਬਣ ਰਿਹਾ ਜੀ, ਸ਼ਵੇਤਾ ਸਿੰਘ ਦੀ ਹੁਣੇ ਰੀਸੈਂਟਲੀ ਅਪਾਇੰਟਮੈਂਟ ਹੋਈ ਆ। ਨੈਕਸਟ ਕੁਐਸਚਨ ਤੇ ਆ ਗਏ ਜੀ ਆਪਣੇ। ਹੁਣ ਜੀ PMO ਦੇ ਡਾਇਰੈਕਟਰ ਕੌਣ ਨੇ ਜੀ? ਸ਼ਵੇਤਾ ਸਿੰਘ ਆਪਾਂ ਕਰ ਲਿਆ। PM ਦੇ ਮੋਦੀ ਦੇ ਐਡਵਾਈਜ਼ਰ ਦੱਸੋ ਕੌਣ ਨੇ? ਤਰੁਣ ਕਪੂਰ, ਇਹ ਵੀ ਯਾਦ ਹੋਣਾ ਚਾਹੀਦਾ। ਹੁਣੇ ਸੰਸਥਾ TV ਹੈ ਇੱਕ, ਸੰਸਥਾ TV ਦੇ ਵਿੱਚ ਦੇ ਇਹਦੇ ਕੌਣ ਨੇ ਜੀ? ਇਹਦੇ ਹੈਗੇ ਜੀ ਰਵੀ ਕਪੂਰ। ਨੈਕਸਟ ਆ ਗਿਆ ਜੀ ਸਾਡਾ ਜੰਗਲੀ ਜੀਵ ਸੁਰੱਖਿਆ ਸੋਧ ਬਿੱਲ ਜੀ 2021 ਦੇ ਵਿੱਚ ਨਾ, ਜੰਗਲੀ ਜੀਵ ਸੁਰੱਖਿਆ ਵੇਦ ਆ, ਇਹਦੇ 'ਚ ਨਾ ਜੁਰਮਾਨੇ ਦੀ ਰਕਮ ਸੀਗੀ ਉਹ ਵਧਾ ਕੇ ਦੱਸੋ ਜੀ ਹੁਣ ਇਸ ਟਾਈਮ ਦੇ ਉੱਤੇ ਕਿੰਨੀ ਕਰ ਦਿੱਤੀ ਆ? ਬਹੁਤ ਇੰਪੋਰਟੈਂਟ ਕੁਐਸਚਨ ਰਹੂਗਾ ਫੋਰੈਸਟ ਗਾਰਡ ਲਈ। 10,000 ਰੁਪਇਆ, 15,000 ਰੁਪਇਆ, 20,000 ਰੁਪਇਆ ਜਾਂ 25,000 ਰੁਪਇਆ? ਸੋ ਇਹ ਆਏਗਾ ਜੀ ਸਾਡਾ 25,000 ਰੁਪਇਆ ਇਸ ਟਾਈਮ ਕਰ ਦਿੱਤੀ ਗਈ ਆ। ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ, ਪੇਪਰ ਦੇ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਜਿਹੜਾ ਐਕਟ ਆ, ਠੀਕ ਆ, ਕਿਹੜੇ ਸਾਲ ਦੇ ਵਿੱਚ ਇਨੈਕਟ ਹੋਇਆ ਸੀ? ਠੀਕ ਆ, ਇੰਟਰੋਡਿਊਸ ਕਿਹੜੇ ਸਾਲ ਦੇ ਵਿੱਚ ਹੋਇਆ ਸੀ? 1972 ਦੇ ਵਿੱਚ। ਬਹੁਤ ਵਾਰ ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਗਈ ਆ, ਠੀਕ ਆ, ਸਾਲ ਪੁੱਛ ਲੈਂਦੇ ਆ ਉਹ ਸਿੱਧਾ ਡਾਇਰੈਕਟ ਸਟੈਟਿਕ ਜੀਕੇ ਦੇ ਵਿੱਚ। ਸੋ ਐਡ ਕਰਤਾ ਹੋਇਆ ਆਪਾਂ, ਠੀਕ ਆ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਵਿੱਚ ਐਕਟ ਇਨੈਕਟ ਕੀਤਾ ਸੀ ਪਾਰਲੀਮੈਂਟ ਆਫ ਇੰਡੀਆ ਨੇ, ਪ੍ਰੋਟੈਕਸ਼ਨ ਕਰਨੀ ਪਲਾਂਟਸ ਦਾ ਐਨੀਮਲ ਸਪੀਸੀਜ਼ ਨੂੰ। ਨੈਕਸਟ ਆ ਗਿਆ ਜੀ ਦੁਨੀਆ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪਾਵਰ ਪਲਾਂਟ ਮੱਧ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ 'ਚ ਬਣੇਗਾ ਜੀ? ਖੰਡਵਾ 'ਚ ਬਣੇਗਾ, ਇੰਦੌਰ 'ਚ ਬਣੇਗਾ, ਰੈਸਨ 'ਚ ਬਣੇਗਾ, ਜਬੂਆ 'ਚ ਬਣੂਗਾ, ਠੀਕ ਆ ਜੀ ਇਹ।
ਸੋ ਖੰਡਵਾ 'ਚ ਬਣ ਰਿਹਾ ਜੀ, ਠੀਕ ਹੈ ਜੀ, ਮੱਧ ਪ੍ਰਦੇਸ਼ ਦਾ। ਜੇ ਸਟੇਟ ਪੁੱਛਣ ਤਾਂ MP ਯਾਦ ਰੱਖੋ, ਜੇ ਉਹਨਾਂ ਨੇ ਸ਼ਹਿਰ ਹੀ ਪੁੱਛ ਲਿਆ ਜਾਂ ਜ਼ਿਲ੍ਹਾ ਪੁੱਛ ਲਿਆ ਤਾਂ ਖੰਡਵਾ। 44 ਨੰਬਰ MCQ ਤੇ ਆ ਗਏ ਜੀ ਅਸੀਂ। ਕਿਹੜਾ ਦੇਸ਼ ਆ ਜੀ ਅਕਤੂਬਰ 2022 ਚ ਅੱਤਵਾਦ ਵਿਰੋਧੀ UNSC, ਠੀਕ ਹੈ, UNSC ਦਾ ਮਤਲਬ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਪਰਿਸ਼ਦ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ ਅਕਤੂਬਰ 2022 ਦੇ ਵਿੱਚ? ਇੰਡੀਆ, ਅਮਰੀਕਾ, ਚਾਈਨਾ ਜਾਂ ਰਸ਼ੀਆ? ਦੱਸੋ ਜੀ ਕੌਣ ਕਰ ਰਿਹਾ ਜੀ? ਇਹ ਆਪਣਾ ਹੀ ਭਾਰਤ ਦੇਸ਼ ਕਰ ਰਿਹਾ ਵਾ। ਬਹੁਤ ਇੰਪੋਰਟੈਂਟ ਕੁਐਸਚਨ ਮੰਨ ਰਿਹਾ, ਸਟਾਰ ਮਾਰਕ ਕਰ ਲਓ ਜੀ। ਜਿਹੜਾ ਸਟਾਰ ਕਹਤਾ ਇਹ ਤਾਂ ਤੁਹਾਨੂੰ ਭੁੱਲਣਾ ਹੀ ਨਹੀਂ ਚਾਹੀਦੇ, ਠੀਕ ਹੈ ਜੀ। ਸੋ ਇਹ ਵੈਸੇ ਹੀ ਆਪਾਂ ਇੰਪੋਰਟੈਂਟ ਕੁਐਸਚਨ ਲੈ ਕੇ ਆਏ ਹਾਂ। ਇਹਦੇ ਵਿੱਚ ਤਾਂ ਸਾਰੇ ਦੇ ਸਾਰੇ, ਜਿੱਦਾਂ ਕਿ ਅੱਜ 60 ਲੈ ਕੇ ਆਏ ਹਾਂ, 60 ਕੁਐਸਚਨ ਤੁਹਾਨੂੰ ਹੁਣ 31 ਅਗਸਤ ਨੂੰ ਆਪਾਂ ਲੈ ਕੇ ਆਵਾਂਗੇ, ਜਿਹੜੇ 16 ਅਗਸਤ ਤੋਂ 31 ਅਗਸਤ ਤੱਕ ਹੋਣਗੇ, ਠੀਕ ਆ। ਇਹ ਤਾਂ ਤੁਹਾਨੂੰ ਯਾਦ ਹੋਣੇ ਹੀ ਚਾਹੀਦਾ, ਚਾਹੇ ਤੁਸੀਂ ਅਲੱਗ ਤੋਂ ਕਿਤੋਂ ਵੀ ਪੜ੍ਹ ਰਹੇ ਹੋ, ਇਹ ਤੁਸੀਂ ਜ਼ਰੂਰ ਯਾਦ ਕਰਨੇ ਆ ਕੁਐਸਚਨ। ਲਾਰਸਨ ਤੇ ਟਰਬੋ ਨੇ IT ਤੇ ITES ਟੈਕਨੋਲੋਜੀਕਲ ਪਾਰਕ ਸਥਾਪਿਤ ਕਰਨ ਲਈ ਕਿਹੜੇ ਰਾਜ ਦੇ ਨਾਲ MOU ਸਾਈਨ ਕੀਤਾ ਜੀ? ਦੱਸੋ ਜੀ ਕਿਹਨੇ ਕੀਤਾ MOU ਸਾਈਨ ਕੀਤਾ? ਤਾਮਿਲਨਾਡੂ, ਗੁਜਰਾਤ, ਕਰਨਾਟਕਾ ਜਾਂ ਆਂਧਰਾ ਪ੍ਰਦੇਸ਼? ਸੋ ਇਹਦਾ ਬਿਲਕੁਲ ਸਹੀ ਤੇ ਪਰਫੈਕਟ ਆਨਸਰ ਬਣ ਰਿਹਾ ਜੀ, ਗੁਜਰਾਤ ਦੇ ਵਿੱਚ ਕੀਤਾ ਜੀ, ਲਾਰਸਨ ਐਂਡ ਟੂਬਰੋ ਨੇ। ਨੈਕਸਟ ਆ ਗਿਆ ਜੀ 46 ਨੰਬਰ ਕੁਐਸਚਨ। ਕਿਹੜੇ ਰਾਜ ਦੀ ਖਗੋਲ ਵਿਗਿਆਨਕ ਆਰਬੋਰੇਸਟਰੀ ਨੇ ਯੂਨੈਸਕੋ ਦੀ ਮਹੱਤਵਪੂਰਨ ਲੁਪਤ ਹੈਰੀਟੇਜ ਅਬਜ਼ਰਵ ਵਿੱਚ ਸ਼ਾਮਲ ਕੀਤਾ ਵਾ ਜੀ? ਦੱਸੋ ਜੀ ਆਂਧਰਾ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਜਾਂ ਉੜੀਸਾ? ਦੱਸੋ ਜੀ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ ਬਿਹਾਰ, ਠੀਕ ਹੈ ਜੀ, ਬਿਹਾਰ ਬਣਦਾ ਪਿਆ। ਹੁਣ ਜੇਕਰ ਆਪਾਂ ਨੂੰ ਇਹਦੇ ਵਿੱਚ ਨਾ ਇੱਕ ਥੋੜਾ ਜਿਹਾ ਮਤਲਬ ਇੱਕ ਮੈਂ ਤੁਹਾਨੂੰ ਐਡ ਕਰ ਦਿੰਦਾ ਮੈਂ, ਠੀਕ ਹੈ, ਪੁਆਇੰਟ। ਸੋ ਇਹਦੇ ਵਿੱਚ ਨਾ ਜੇਕਰ ਆਪਾਂ ਨੂੰ ਐਂ ਪੁੱਛਿਆ ਜਾਵੇ ਕਿ ਹਾਂਜੀ ਦੱਸੋ ਜਿਹੜੀਆਂ ਵਰਲਡ ਹੈਰੀਟੇਜ ਸਾਈਟ ਆ, ਠੀਕ ਆ ਜੀ, ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਉਹ ਪੁੱਛਿਆ ਜਾਊਗਾ ਕਦੋਂ ਇਹ ਇੰਟਰੋਡਿਊਸ ਹੋਈਆਂ ਸੀ? ਇਹ ਹੋਈਆਂ ਸੀ 1972 ਸ਼ਾਇਦ 73 ਦੇ ਵਿੱਚ ਹੋਈਆਂ ਸੀ, 72 73 ਦੇ ਵਿੱਚ ਹੋਈਆਂ ਸੀ। ਸੋ ਇੰਡੀਆ ਦੀਆਂ ਜਿਹੜੀਆਂ ਪਹਿਲੀਆਂ ਸਾਈਟਸ ਸੀਗੀਆਂ ਕਿਹੜੀਆਂ ਸੀ, ਠੀਕ ਆ, 1983 ਦੇ ਵਿੱਚ ਸ਼ਾਮਲ ਕੀਤੀਆਂ ਸੀ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ। ਕਿਹੜੀਆਂ ਸੀਗੀਆਂ ਜੀ? ਇੱਕ ਸੀਗੀ ਜੀ ਅਜੰਤਾ ਕੇਵਸ, ਜਦੋਂ 1983 ਦੇ ਵਿੱਚ ਹੋਈ ਸੀ, ਅਜੰਤਾ ਕੇਵਸ ਸੀਗੀ, ਐਲੋਰਾ ਕੇਵਸ ਸੀਗੀਆਂ, ਠੀਕ ਆ। ਦੂਜੀ ਸੀ, ਇਹਦੇ ਉੱਤੇ ਮੈਂ ਨਾ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ, ਠੀਕ ਹੈ ਜੀ। ਆਗਰਾ ਦਾ ਫੋਰਟ ਹੋ ਗਿਆ ਤੇ ਤਾਜ ਮਹਿਲ, ਇਹ ਚਾਰੇ 1983 ਦੇ ਵਿੱਚ ਸ਼ਾਮਲ ਹੋਈਆਂ ਸੀ, ਠੀਕ ਹੈ ਜੀ। ਸੋ ਅਜੰਤਾ ਕੇਵਸ, ਅਲੋਰਾ ਹੋ ਗਈਆਂ, ਆਗਰਾ ਫੋਰਟ ਹੋ ਗਿਆ ਤੇ ਤਾਜ ਮਹਿਲ ਹੋ ਗਿਆ, ਠੀਕ ਹੈ। ਇਹਦੇ ਉੱਤੇ ਆਪਾਂ ਇੱਕ ਅਲੱਗ ਤੋਂ ਬਣਾਉਂਦਾ। ਹੁਣੇ ਰੀਸੈਂਟਲੀ ਪੀਟਰ ਪ੍ਰੈਸਬੀ ਨੇ ਇੱਕ ਕੁਐਸਚਨ ਪੁੱਛਿਆ ਵੀ ਹੋਇਆ ਸੀ, ਚਲੋ ਮੈਂ ਐਡ ਕੀਤਾ ਹੋਇਆ ਤੁਹਾਡੇ ਨਾਲ, ਤੁਹਾਨੂੰ ਥੋੜੀ ਹੈਲਪ ਮਿਲੇਗੀ। ਪਹਿਲੀ ਤਾਂ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਆ ਕਿ ਫਿਲਹਾਲ ਯੂਨੈਸਕੋ ਵਰਲਡ ਹੈਰੀਟੇਜ ਕਨਵੈਨਸ਼ਨ ਜਿਹੜੀ ਸੀਗੀ ਇਹ 1972 ਚ ਐਸਟੈਬਲਿਸ਼ ਹੋਈ ਸੀ, ਠੀਕ ਹੈ। 73 ਮੈਂ ਕਹਿੰਦਾ ਸੀ, 72 73 ਸੋ 72 ਦੇ ਵਿੱਚ ਹੋਈ ਸੀ। ਰਿਕੋਗਨਾਈਜ਼ ਕਰਦੀ ਸੀ ਜਿਹੜੀ ਵੇਰੀਅਸ ਸਟੇਟਸ ਦੀ ਕਲਚਰ ਤੇ ਨੈਚੁਰਲ ਇੰਪੋਰਟੈਂਸ ਦੀ ਅਰਾਊਂਡ ਦੀ ਵਰਲਡ। ਭਾਰਤ ਦੇ ਵਿੱਚ ਹੁਣ ਜੀ ਟੋਟਲ 4 ਹੀ ਯੂਨੈਸਕੋ ਦੀਆਂ ਵਰਲਡ ਹੈਰੀਟੇਜ ਸਾਈਟਾਂ, ਅੱਗੇ ਵੱਧ ਵੀ ਸਕਦੀਆਂ ਨੇ, ਇਹ ਚੀਜ਼ ਯਾਦ ਰੱਖਣੀ ਆ, ਠੀਕ ਆ। 32 ਕਲਚਰਲ ਨੇ, 7 ਨੈਚੁਰਲ ਨੇ, 1 ਮਿਕਸ ਆ, ਠੀਕ ਆ। ਸੋ ਹੁਣੇ ਰੀਸੈਂਟਲੀ ਆਹ ਵਾਲਾ ਕੁਐਸਚਨ ਆਇਆ ਹੋਇਆ ਸੀ ਢੋਲਾ ਵੀਰਾ ਵਾਲਾ, ਠੀਕ ਆ ਜੀ। ਇਹਨਾਂ ਦੇ ਵਿੱਚੋਂ ਕਿਹੜੀ ਰੀਸੈਂਟਲੀ ਹੋਈ ਆ? ਇੱਕ ਢੋਲਾ ਵੀਰਾ ਹੋਈ ਆ ਤੇ ਇੱਕ ਰਾਮਪਾ ਟੈਂਪਲ ਵੀ ਸ਼ਾਮਲ ਹੋਏ ਨੇ। ਇਹ ਦੋ ਚੀਜ਼ਾਂ ਰੀਸੈਂਟਲੀ 2021 ਦੇ ਵਿੱਚ ਸ਼ਾਮਲ ਹੋਈਆਂ ਸੀ, ਠੀਕ ਆ। ਇਸ ਤੋਂ ਬਾਅਦ ਜੇਕਰ ਹੋਏਗੀ ਤਾਂ ਆਪਾਂ ਤੁਹਾਨੂੰ ਦੱਸ ਦੇਵਾਂਗੇ, ਠੀਕ ਹੈ। ਇਹ ਕਲਚਰਲ ਕੈਟਾਗਰੀ ਦੇ ਵਿੱਚ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ। ਕਿਸ ਭਾਰਤੀ ਤਕਨਾਲੋਜੀ ਨੂੰ IIT ਨੇ ਰੱਖਿਆ ਤਕਨਾਲੋਜੀ ਵਿਕਸਿਤ ਕਰਨ ਦਾ DRDO ਨਾਲ ਸਹਿਯੋਗ ਕੀਤਾ ਵਾ? ਦੱਸੋ ਜੀ ਇਹਦਾ ਕਿਹੜਾ ਆਨਸਰ ਬਣੇਗਾ? IIT ਖਰਗਪੁਰ ਹੋ ਗਈ ਜਾਂ IIT ਧੰਨਬਾਦ ਹੋ ਗਈ ਜਾਂ IIT ਰੁੜਕੀ ਹੋ ਗਈ ਜਾਂ ਆਪਣੀ IIT ਬੰਬੇ ਹੋ ਗਈ? ਸੋ IIT ਰੁੜਕੀ ਆ ਜੀ, ਜਿਹਦੇ ਨਾਲ DRDO ਨੇ ਇਹ ਵਿਕਸਿਤ ਕਰਨ ਲਈ ਸਹਿਯੋਗ ਕੀਤਾ ਵਾ, ਠੀਕ ਹੈ ਜੀ। ਸੋ DRDO ਦਾ ਜੇਕਰ ਆਪਾਂ ਨੂੰ ਆਵੇ ਕਿ ਹਾਂਜੀ DRDO ਦੀ ਸਥਾਪਨਾ ਕਦੋਂ ਹੋਈ ਸੀ? 1958 ਚ ਹੋਈ ਸੀ। ਵੈਸੇ ਪਿਛਲੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਕਰਵਾ ਚੁੱਕਿਆ, ਠੀਕ ਹੈ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ 48 ਨੰਬਰ ਕੁਐਸਚਨ ਦਾ, ਬਸ 12 ਕੁਐਸਚਨ ਰਹਿ ਗਏ ਆਪਣੇ। ਸੋ ਯੁੱਧ ਅਭਿਆਸ ਦਾ ਨਾਮ ਦਾ ਇੱਕ ਨਾ ਮਿਲਟਰੀ ਐਕਸਰਸਾਈਜ਼ ਹੋਈ ਆ। ਦੱਸੋ ਜੀ ਕਿਹੜੇ ਦੇਸ਼ ਦੇ? ਇੰਡੀਆ ਤਾਂ ਹੈਗੀ ਹੋਈ ਆ, ਇੰਡੀਆ ਨੇ ਕਿਹਦੇ ਨਾਲ ਕੀਤੀ ਆ? ਜਾਪਾਨ ਨਾਲ, ਅਮਰੀਕਾ ਨਾਲ, ਆਸਟ੍ਰੇਲੀਆ ਨਾਲ ਜਾਂ ਫਰਾਂਸ ਦੇ ਨਾਲ? ਸੋ 48 ਦਾ ਬਿਲਕੁਲ ਸਹੀ ਆਨਸਰ ਬਣਦਾ ਜੀ ਅਮਰੀਕਾ ਦੇ ਨਾਲ ਹੋਈ ਆ ਜੀ। ਯੁੱਧ ਅਭਿਆਸ ਨਾਮ ਦੀ ਇੱਕ ਐਕਸਰਸਾਈਜ਼ ਹੋਈ ਆ, ਮਿਲਟਰੀ ਐਕਸਰਸਾਈਜ਼ ਭਾਰਤ ਦੀ ਅਮਰੀਕਾ ਦੇ ਨਾਲ। 49 ਨੰਬਰ ਕੁਐਸਚਨ ਤੇ ਆ ਗਿਆ ਜੀ। ਹਾਲ ਹੀ ਦੇ ਵਿੱਚ ਕਿਹੜੀ ਸੰਸਥਾ ਨੂੰ ਜਿਹੜੀ ਕਿ ਸਵਦੇਸ਼ੀ ਤੌਰ ਤੇ ਵਿਕਸਿਤ ਲੇਜ਼ਰ ਗਾਈਡੈਂਸ ATGM ਦਾ ਟੈਸਟ ਕੀਤਾ ਵਾ? ਹਾਲ, ISRO, DRDO ਜਾਂ BHEL ਨੇ ਕੀਤਾ ਜੀ? ਦੱਸੋ ਜੀ। ਸੋ ਇਹ ਜੀ DRDO ਨੇ ਕੀਤਾ, ਇਹਦਾ ਵੀ DRDO ਆਨਸਰ ਬਣ ਰਿਹਾ। ਸੋ ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਇਹ ਭਾਰਤ ਦੀ ਪਹਿਲੀ ਅੰਤ ਤੋਂ ਅੰਤ ਮਤਲਬ ਐਂਡ ਟੂ ਐਂਡ ਨਾ, ਹੁਣੇ ਰੀਸੈਂਟਲੀ ਐਂਡ ਟੂ ਐਂਡ ਯਾਦ ਕਰ ਲਓ, ਇੰਗਲਿਸ਼ ਯਾਦ ਕਰ ਲਿਓ। ਫਸਟ ਐਵਰ ਐਂਡ ਟੂ ਐਂਡ ਡਿਜੀਟਲ ਲੋਕ ਅਦਾਲਤ ਐਸਟੈਬਲਿਸ਼ ਹੈਲਡ ਕੀਤੀ ਆ। ਕਿੱਥੇ ਹੋਈ ਆ? ਕਿਹੜੀ ਸਟੇਟ 'ਚ? ਗੁਜਰਾਤ 'ਚ, ਰਾਜਸਥਾਨ 'ਚ, ਮਹਾਰਾਸ਼ਟਰ ਜਾਂ BC ਦੇ ਵਿੱਚ? ਦੋਨੇ ਦੇ ਵਿੱਚ, ਯਾਨੀ ਰਾਜਸਥਾਨ ਤੇ ਮਹਾਰਾਸ਼ਟਰ ਦੋਨਾਂ ਦੇ ਵਿੱਚ। ਸੋ B and C ਜੀ, B and C, ਠੀਕ ਹੈ ਜੀ। ਰਾਜਸਥਾਨ 'ਚ ਵੀ ਹੋਈ ਆ, ਮਹਾਰਾਸ਼ਟਰ 'ਚ ਵੀ ਹੋਇਆ, ਕਿਉਂਕਿ ਕਈ ਵਾਰ ਨਾ ਇੱਦਾਂ ਹੁੰਦਾ ਕਿ ਜੇਕਰ ਇਸ ਤਰ੍ਹਾਂ ਦਾ ਕੁਐਸਚਨ ਦਿੱਤਾ ਹੋਵੇ ਜਾਂ ਬੋਥ A and B ਜਾਂ B and C, ਕਈ ਵਾਰ ਉਹੀ ਕੁਐਸਚਨ ਹੁੰਦਾ ਵਾ, ਠੀਕ ਆ। ਸੋ 60-70% ਤੁਸੀਂ
ਤੁੱਕਾ ਲਗਾ ਸਕਦੇ ਹੋ ਇਹਦੇ ਵਿੱਚ ਕਈ ਵਾਰ, ਜੇਕਰ ਤੁਹਾਨੂੰ ਥੋੜ੍ਹਾ ਬਹੁਤ ਮਤਲਬ ਤੁੱਕਾ ਲਗਾਉਣਾ ਚਾਹੋ ਕਿ ਤੁੱਕਾ ਲਾਉਣਾ ਵਾ 60-70% ਵਿੱਚ ਤੁਸੀਂ ਜੇਕਰ ਇਹੋ ਜਿਹੀ ਆਪਸ਼ਨ ਦਿੱਤੀ ਹੋਵੇ ਤੁਹਾਨੂੰ ਆਨਸਰ ਨਹੀਂ ਹੁੰਦਾ ਤਾਂ ਜ਼ਿਆਦਾਤਰ ਇਹੋ ਜਿਹੀ ਆਨਸਰ ਹੁੰਦਾ ਵਾ ਉਹ, ਠੀਕ ਆ। ਸੋ ਜ਼ਿਆਦਾਤਰ ਜੇਕਰ ਤੁਹਾਨੂੰ ਪਤਾ ਹੋਵੇ ਤਾਂ ਹੀ, ਠੀਕ ਆ, ਰਿਸਕ ਲੈਣਾ ਵਾ ਜੇਕਰ ਤੁਸੀਂ, ਅਦਰਵਾਈਜ਼ ਬਾਹਲਾ ਜ਼ਿਆਦਾ ਨੈਗੇਟਿਵ ਮਾਰਕਿੰਗ ਦਾ ਤਾਂ ਰਿਸਕ ਲੈਣਾ ਨਹੀਂ ਚਾਹੀਦਾ। ਨੈਗੇਟਿਵ ਮਾਰਕਿੰਗ ਦਾ ਇੱਦਾਂ ਹੁੰਦਾ ਕਿ ਜੇਕਰ ਤੁਹਾਨੂੰ 50-50 ਵੀ ਚਾਂਸ ਹੈਗਾ, ਜੇਕਰ ਤੁਹਾਨੂੰ 50-50 ਚਾਂਸ ਹੈਗਾ ਨਾ ਵੀ ਹਾਂ ਯਾਰ ਇਹਦਾ ਦੋਵਾਂ ਦੇ ਵਿੱਚ ਤੁਸੀਂ ਕਨਫਿਊਜ਼ ਹੋ, ਫਿਰ ਜ਼ਰੂਰ ਰਿਸਕ ਲਿਆ ਕਰੋ। ਜੇਕਰ ਤੁਹਾਨੂੰ ਜਮਾ ਹੀ ਨਹੀਂ ਪਤਾਗਾ ਵੀ ਮੈਨੂੰ ਜਮਾ ਹੀ ਨਹੀਂ ਯਾਦਗਾ ਵੀ ਹਾਂ ਇਹ ਆ ਹੀ ਨਹੀਂ ਰਿਹਾ, ਫਿਰ ਪੇਪਰ ਦੇ ਵਿੱਚ ਕਦੇ ਵੀ ਰਿਸਕ ਨਹੀਂ ਲੈਣਾ, ਕਿਉਂਕਿ ਉਹ ਨੈਗੇਟਿਵ ਦੇ ਵਿੱਚ ਤੁਸੀਂ 0.25 ਕਟਾ ਲੈਣੇ ਆ, ਠੀਕ ਆ। ਸੋ ਉਹ ਅੱਗੇ ਜਾ ਕੇ ਬਹੁਤ ਮੈਟਰ ਕਰਦੇ ਨੇ। ਪਰ ਜੇਕਰ ਤੁਸੀਂ 50-50 ਆ ਤਾਂ ਲੋਸ ਤੁਹਾਡਾ ਸਿਰਫ 0.25 ਦਾ ਹੋਏਗਾ। ਜੇ ਉਹ 50-50 ਦੇ ਅਕੋਰਡਿੰਗ ਤੁਸੀਂ ਸਹੀ ਚੱਲੇਗਾ ਤਾਂ 1 ਨੰਬਰ ਤੁਹਾਡਾ ਪੱਕਾ ਹੋ ਜਾਏਗਾ, ਠੀਕ ਆ। ਜੇਕਰ 2 ਆਪਸ਼ਨ 'ਚ ਤੁਸੀਂ ਕਨਫਿਊਜ਼ ਹੋ, ਮਤਲਬ ਵੈਸੇ ਜੇ ਤੁਸੀਂ 2 'ਚੋਂ ਕਨਫਿਊਜ਼ ਹੋ ਇਹਦਾ ਮਤਲਬ ਤੁਸੀਂ ਪੜ੍ਹਿਆ ਹੋਇਆ ਵਾ ਪਹਿਲਾਂ, ਠੀਕ ਆ। ਸੋ ਤੁਸੀਂ ਲਗਾਉਣਾ ਚਾਹੀਦਾ ਮੇਰੇ ਅਕੋਰਡਿੰਗ ਤੁਹਾਨੂੰ ਆਨਸਰ। ਹਾਂਜੀ, ਇੰਡੀਆ ਦਾ ਜਿਹੜਾ 14th ਵਾਈਸ ਪ੍ਰੈਜ਼ੀਡੈਂਟ ਆ ਉਹ ਕੌਣ ਬਣਿਆ? 14ਵਾਂ ਜਿਹੜਾ ਮੈਂ ਪਹਿਲਾਂ ਹੀ ਕਹਿਤਾ ਕਿ ਵਾਈਸ ਪ੍ਰੈਜ਼ੀਡੈਂਟ ਕੌਣ ਆ? ਜਗਦੀਪ ਧਨਕਰ ਬਣਿਆ ਵਾ। ਨਾਲਿਨ ਨੇਗੀ, ਚਲੋ ਇਹ ਕਾਹਨੂੰ ਦੱਸਣਾ, ਉੱਪਰ ਦੱਸਤਾ ਤੁਹਾਨੂੰ, ਜਗਦੀਪ ਧਨਕਰ 14ਵਾਂ ਬਣਿਆ ਵਾ, ਠੀਕ ਆ। ਸੋ ਨੈਕਸਟ ਚੱਲਦੇ ਹਾਂ। ਕਿਹੜੀ ਪੁਲਾੜ ਏਜੰਸੀ ਨੇ ਜੀ, ਦੱਸੋ ਜੀ, ਕਿਹੜੀ ਹੁਣੇ ਸਪੇਸ ਏਜੰਸੀ ਨੇ ਮੰਗਲ ਦੀ ਸਤ੍ਹਾ ਤੇ ਪਹਿਲੇ ਮਲਟੀਪਲੈਕਸ ਨਕਸ਼ੇ ਜਨਤਕ ਕੀਤੇ ਨੇ, ਠੀਕ ਆ। ਮਲਟੀਪਲੈਕਸ ਮੈਪਸ ਵੀ ਇਹਨਾਂ ਨੇ ਪਬਲਿਕ ਕਰਤੇ ਹੋਏ ਨੇ, ਠੀਕ ਆ। ਸੋ ਕਿਹੜੀ ਪੁਲਾੜ ਏਜੰਸੀ ਆ ਜੀ? ਇਹਦੇ ਵਿੱਚ ਵੀ ਤੁਸੀਂ ਆਨਸਰ ਲਗਾਉਣਾ ਵਾ ਕਿ ਕਿਹੜੀ ਇਹ ਲੱਗਾ। ਸੋ ਇਹਦੇ ਵਿੱਚ ਤਾਂ ਤੁਸੀਂ ਕਨਫਿਊਜ਼ ਹੋਵੋਗੇ ਹੀ ਨਹੀਂ, ਠੀਕ ਆ। ਨਾਸਾ ਵਾ, ਸਾਇੰਸ ਐਂਡ ਟੈਕ ਦਾ ਕੁਐਸਚਨ ਆ, ਇੰਪੋਰਟੈਂਟ ਬਣਦਾ ਵਾ, ਜ਼ਰੂਰ ਕਰ ਲਿਓ ਜੀ। ਅਗਸਤ ਦਿਨ ਜਾਣੀ ਕਿ ਅਗਸਤ ਕ੍ਰਾਂਤੀ ਦਿਨ ਵੀ ਆਪਾਂ ਕਹਿੰਨੂੰ ਕਹਿੰਦੇ ਆ, ਜਾਂ ਭਾਰਤ ਛੱਡੋ ਅੰਦੋਲਨ ਦੀ 42ਵੀਂ ਵਰ੍ਹੇਗੰਢ ਮਨਾਈ ਗਈ, ਕਿਹੜੇ ਦਿਨ ਮਨਾਈ ਗਈ ਆ? 6 ਅਗਸਤ, 7 ਅਗਸਤ, 8 ਅਗਸਤ ਜਾਂ 9 ਅਗਸਤ? ਕੁਆਇਟ ਇੰਡੀਆ ਮੂਵਮੈਂਟ ਦੀ ਗੱਲ ਹੋ ਰਹੀ ਆ ਜੀ। ਪਹਿਲੀ ਗੱਲ ਤਾਂ 8 ਅਗਸਤ ਕਦੋਂ? 8 ਅਗਸਤ 1942 ਨੂੰ ਮਹਾਤਮਾ ਗਾਂਧੀ ਤੇ ਨਾਲ ਉਹਦੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਸ਼ੁਰੂ ਕੀਤਾ ਸੀ, ਠੀਕ ਆ। ਮਹਾਤਮਾ, ਇਹ ਬਹੁਤ ਚੰਗੀ ਤਰ੍ਹਾਂ ਮੇਰਾ ਤੁਹਾਨੂੰ ਮਾਡਰਨ ਹਿਸਟਰੀ 'ਚ ਕਰਵਾਇਆ ਹੋਇਆ, ਜਾ ਕੇ ਕਲਾਸ ਦੇਖ ਲਓ, ਇਹ 'ਚ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਜੀ। 75ਵਾਂ ਗ੍ਰੈਂਡ ਮਾਸਟਰ ਕੌਣ ਬਣਿਆ ਵਾ ਜੀ ਭਾਰਤ ਦਾ? ਦੱਸੋ। 94ਵੇਂ ਦਾ ਬੀ ਪ੍ਰਣਵ ਬਣਿਆ ਵਾ, ਡੀ ਗੁਕੇਸ਼ ਬਣਿਆ ਵਾ, ਐਰ ਪ੍ਰਗਨਾ ਦਾ ਬਣਿਆ ਜਾਂ ਮਿਤਰਾਗਾ ਗੁਹਾ ਬਣਿਆ ਵਾ ਜੀ। ਸੋ 54 ਦਾ ਸਰ ਬੀ ਪ੍ਰਣਵ ਬਣਿਆ ਵਾ ਜੀ, ਬਹੁਤ ਇੰਪੋਰਟੈਂਟ। ਨਿਊ ਜਰਸੀ ਦੇ ਵਿੱਚ ਹੁਣੇ ਨਾ ਰੀਸੈਂਟਲੀ ਨਿਊ ਜਰਸੀ 2022 ਚ ਮਿਸ ਇੰਡੀਆ USA ਦਾ ਤਾਜ ਕਿਹਨੇ ਜਿੱਤਿਆ, ਠੀਕ ਹੈ। ਇਹ ਅਲੱਗ-ਅਲੱਗ ਹੈ, ਇੱਕ ਨਿਊ ਜਰਸੀ ਮਿਸ ਇੰਡੀਆ USA, ਠੀਕ ਹੈ। ਸੰਜਨਾ ਕੋਕੇਰੀ, ਨੈਕਸਟ ਆ ਗਿਆ ਆਕਸੀਜਨ, ਆਰਿਆ ਵਲਵੇਕਰ ਜਾਂ ਤਨਵੀ ਗਰੋਵਰ, ਬਹੁਤ ਇੰਪੋਰਟੈਂਟ ਬਣਦਾ ਵਾ ਜੀ ਇਹ ਵੀ। ਸੋ ਆਰਿਆ ਵਲਵੇਕਰ ਨੂੰ ਮਿਲਿਆ। ਇਹਦੇ ਮੈਂ ਸਾਰੇ ਮਿਸ ਇੰਡੀਆ ਮਿਸ USA ਦੇ ਤੁਹਾਡੇ ਜੂਨ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਇੱਕ ਕਲਾਸ ਦੇ ਵਿੱਚ ਮੈਂ ਤੁਹਾਨੂੰ PDF ਦੇ ਵਿੱਚ ਸੈਂਡ ਕੀਤੇ ਹੋਏ ਨੇ, ਕਰੰਟ ਅਫੇਅਰ ਦੀ ਕਲਾਸ, ਉਹਦੇ ਵਿੱਚ ਤੁਸੀਂ ਚੱਕ ਕੇ ਸਾਰਿਆਂ ਦਾ ਨਾਮ ਯਾਦ ਕਰ ਲੈਣਾ, ਠੀਕ ਹੈ। ਸੋ ਨੈਕਸਟ ਕੁਐਸਚਨ ਆ ਗਿਆ ਜੀ, ਸੰਸਕ੍ਰਿਤ ਮੰਤਰਾਲਾ ਜਿਵੇਂ ਮਿਨਿਸਟਰੀ ਆਫ ਕਲਚਰ ਨੇ ਹੁਣੇ ਨਾ ਇੱਕ ਰੀਸੈਂਟਲੀ ਭਾਰਤ ਕੀ ਉਡਾਨ ਦੀ ਪਹਿਲ ਕੀਤੀ ਆ। ਕਿਹਨੇ ਕੀਤੀ ਆ? ਬਹੁਤ ਜ਼ਿਆਦਾ ਨਿਊਜ਼ 'ਚ ਸੀ ਜਿਹੜੀ ਆਪਣੀ 75ਵੀਂ ਵਰ੍ਹੇਗੰਢ ਹੋਈ ਸੀ, ਠੀਕ ਹੈ ਜੀ। 75ਵੇਂ ਸਾਲ ਜਿਹੜੇ ਸੈਲੀਬ੍ਰੇਟ ਕਰ ਰਹੇ ਸੀ ਕਹਿੰਦੇ, ਠੀਕ ਆ। ਸੋ ਉਹਦੇ ਲਈ ਕਹਿ ਰਹੇ ਨੇ ਕਿ ਇੰਡੀਆ ਕੀ ਉਡਾਨ ਨਾਮਕ ਕਿਹਨੇ ਸ਼ੁਰੂ ਕੀਤੀ ਆ, ਕਿਹਦੇ ਸਹਿਯੋਗ ਦੇ ਨਾਲ ਹੋਈ ਆ? ਮੈਟਾ, ਗੂਗਲ, ਵਿਪਰੋ ਜਾਂ ਫਲਿੱਪਕਾਰਟ? ਸੋ ਇਹ ਗੂਗਲ ਦੇ ਨਾਲ ਹੋਈ ਆ। ਇੱਕ ਨਾ ਵੀਡੀਓ ਬਣੀ ਹੋਈ ਆ ਗੂਗਲ ਦੇ ਸਹਿਯੋਗ ਦੇ ਨਾਲ, ਇੱਕ 2 ਮਿੰਟ ਦੀ ਵੀਡੀਓ ਬਣੀ ਹੋਈ ਆ ਜਿਹਦੇ ਵਿੱਚ ਕਿ ਭਾਰਤ ਦੇ 1947 ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ। ਤੇ ਵੈਸੇ ਹੀ ਮਹਾਤਮਾ ਗਾਂਧੀ ਜਾਂ ਜਿਹੜੇ ਇੰਪੋਰਟੈਂਟ ਲੀਡਰ ਸੀ, ਰਜਿੰਦਰ ਪ੍ਰਸਾਦ ਹੋ ਗਏ ਜਾਂ ਉਹਨਾਂ ਬਾਰੇ ਵੀ ਥੋੜ੍ਹੀਆਂ ਝਲਕੀਆਂ ਪੇਸ਼ ਕੀਤੀਆਂ ਹੋਈਆਂ ਨੇ, ਠੀਕ ਹੈ। ਗੂਗਲ ਦੇ ਸਹਿਯੋਗ ਨਾਲ ਹੋਇਆ, ਠੀਕ ਹੈ। 2 ਮਿੰਟ ਦੀ ਵੀਡੀਓ ਹੈ। 57 ਨੰਬਰ ਕੁਐਸਚਨ ਤੇ ਆ ਗਏ ਜੀ। ਵਨ ਨੇਸ਼ਨ ਵਨ ਰਾਸ਼ਨ ਕਾਰਡ ਨਾਮਕ ਯੋਜਨਾ ਸ਼ੁਰੂ ਕੀਤੀ ਆ 9 ਅਗਸਤ 2022 ਨੂੰ। ਇਹਨੇ ਜੀ ਕਿਹੜੀ ਵੀ ਵਰ੍ਹੇਗੰਢ ਬਣਾਈ ਆ? ਦੂਜੀ, ਤੀਜੀ, ਚੌਥੀ ਜਾਂ 5ਵੀਂ? ਇਹ ਤੀਜੀ ਬਣੀ ਆ ਜੀ, ਠੀਕ ਆ ਜੀ। ਸੋ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਜੀ। 9 ਅਗਸਤ 2019 ਨੂੰ ਇਹ ਲਾਂਚ ਹੋਈ ਸੀ, ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਨੇ ਇਹ ਲਾਂਚ ਕੀਤੀ, ਵਨ ਨੇਸ਼ਨ ਵਨ ਰਾਸ਼ਨ ਕਾਰਡ। ਹਾਂਜੀ, ਰਾਸ਼ਟਰਮੰਡਲ ਖੇਡਾਂ ਜੀ। ਰਾਸ਼ਟਰਮੰਡਲ ਖੇਡਾਂ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਈ ਹੋਈ ਆ। 61 ਮੈਡਲ ਜਿੱਤੇ ਆ ਜੀ ਭਾਰਤ ਨੇ, ਵਧੀਆ ਪਰਫਾਰਮੈਂਸ ਰਹੀ ਆ। 22 ਗੋਲਡ ਜਿੱਤੇ ਆ, 16 ਸਿਲਵਰ ਜਿੱਤੇ ਆ, 23 ਬ੍ਰੋਂਜ ਜਿੱਤੇ ਆ। ਕਿਹਵਾਂ ਸਥਾਨ ਰਿਹਾ, ਠੀਕ ਆ? ਫਸਟ, ਸੈਕਿੰਡ, ਥਰਡ ਜਾਂ ਫੋਰਥ? ਦੱਸੋ ਜੀ। ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ ਪਿਆ ਜੀ ਸਾਡਾ 4 ਨੰਬਰ ਆਨਸਰ, ਚੌਥਾ ਸਥਾਨ ਰਿਹਾ ਜੀ ਭਾਰਤ ਦਾ, ਠੀਕ ਆ। ਬਹੁਤ ਇੰਪੋਰਟੈਂਟ ਬਣਦਾ। 59 ਕੁਐਸਚਨ ਤੇ ਆ ਗਏ ਜੀ, 2 ਕੁਐਸਚਨ ਰਹਿ ਗਏ ਆਪਣੇ। ਸੋ ਹੁਣੇ ਲੋਕ ਸਭਾ ਨੇ ਨਵੀਂ ਦਿੱਲੀ 'ਚ ਇੰਟਰਨੈਸ਼ਨਲ ਆਰਬੀਟ੍ਰੇਸ਼ਨ ਸੈਂਟਰ ਦਾ ਨਾਮ ਬਦਲ ਕੇ ਬਿੱਲ ਪਾਸ ਕੀਤਾ ਇਹਨਾਂ ਨੇ ਕਿ ਨਵੀਂ ਦਿੱਲੀ ਇੰਟਰਨੈਸ਼ਨਲ ਆਰਬੀਟ੍ਰੇਸ਼ਨ ਸੈਂਟਰ ਬਣੂਗਾ, ਠੀਕ ਆ। ਪਹਿਲਾਂ ਸੀਗਾ ਦਾ ਨਵਾਂ ਨਾਮ ਕੀ ਹੋਏਗਾ, ਠੀਕ ਆ। ਪਹਿਲਾ ਨਾਮ ਸੀਗਾ ਨਵੀਂ ਦਿੱਲੀ ਇੰਟਰਨੈਸ਼ਨਲ ਆਰਬੀਟ੍ਰੇਸ਼ਨ ਸੈਂਟਰ, ਹੁਣ ਪੁੱਛਿਆ ਉਹਨਾਂ ਨੇ ਕਿ ਨਵਾਂ ਨਾਮ ਕੀ ਹੋਏਗਾ। ਸੋ ਇਹਦਾ ਨਵਾਂ ਨਾਮ ਹੋਏਗਾ ਜੀ ਦਾ ਇੰਡੀਆ ਇੰਟਰਨੈਸ਼ਨਲ ਆਰਬੀਟ੍ਰੇਸ਼ਨ ਸੈਂਟਰ, ਠੀਕ ਆ। ਯਾਦ ਕਰ ਲਿਓ, ਠੀਕ ਆ। ਥੋੜਾ ਚੇਂਜ ਕੀਤਾ, ਜ਼ਿਆਦਾ ਨਹੀਂ ਕੀਤਾ ਇਹਨਾਂ ਨੇ। ਸੋ ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ ਅਗਲੇ ਕੁਐਸਚਨ 60 ਨੰਬਰ ਕੁਐਸਚਨ ਤੇ ਆ ਗਏ ਹੋਏ ਆ ਜੀ। ਲਾਸਟ ਕੁਐਸਚਨ ਕਰਨ ਜਾ ਰਹੇ ਹਾਂ ਜੀ। ਆਕਾਸ਼ਾ ਏਅਰ ਦੀ ਪਹਿਲੀ ਉਡਾਨ ਭਾਰਤ ਦੇ ਹੇਠ ਲਿਖੇ 2 ਸ਼ਹਿਰਾਂ ਦੇ ਵਿੱਚ ਕਿਹਦੇ ਵਿਚਕਾਰ ਹੋਈ ਹੈ? ਅਹਿਮਦਾਬਾਦ ਤੋਂ ਲਖਨਊ, ਜਬਲਪੁਰ ਤੋਂ ਦਿੱਲੀ, ਚੇਨਈ ਤੋਂ ਮੁੰਬਈ ਜਾਂ ਮੁੰਬਈ ਤੋਂ ਅਹਿਮਦਾਬਾਦ? ਸੋ ਇਹ ਜਿਹੜੀ ਆਕਾਸ਼ਾ ਏਅਰ ਆ ਨਾ, ਇਹਨੇ ਇਨੈਗੂਰੇਟ ਕੀਤੀ ਹੈ ਜੀ 2 ਸਿਟੀਜ਼ ਦੇ ਵਿਚਕਾਰ ਜਿਹੜੀ ਪਹਿਲੀ ਉਡਾਨ ਕਿਹੜੀ ਆ ਜੀ? ਆਕਾਸ਼ਾ ਏਅਰ
ਇਹ ਆ ਗਈ ਹੈ ਜੀ ਆਪਣੀ ਮੁੰਬਈ ਟੂ ਅਹਿਮਦਨਗਰ। ਇਹਦਾ ਥੋੜਾ ਜਿਹਾ ਪੁਆਇੰਟ ਮੈਂ ਐਡ ਕੀਤਾ, ਆਕਾਸ਼ਾ 에ਅਰ ਦੇ ਫਾਊਂਡ ਕੀਤੀ ਹੈ ਜੀ 2021 ਚ। ਫਾਊਂਡਰ ਹੈਗੇ ਨੇ ਰਾਕੇਸ਼ ਜੁੰਝੁਨਵਾਲਾ। MD ਤੇ CEO ਕੌਣ ਨੇ ਇਹਦੇ? ਆਕਾਸ਼ਾ 에ਅਰ ਦੇ ਵਿਨੇ ਦੁਬੇ। ਠੀਕ ਹੈ ਜੀ। ਬਾਕੀ ਹੁਣ ਆਪਾਂ 61 ਨੰਬਰ ਤੋਂ ਲੈ ਕੇ 120 ਹੋ ਜਾਣ, 130 ਹੋ ਜਾਣ, 140 ਹੋ ਜਾਣ, ਚਾਹੇ 100 ਰਹਿ ਜਾਣ, ਇਹ ਸਾਰੇ MCQ ਆਪਾਂ 13-14 ਅਗਸਤ ਤੱਕ ਦੇ ਕਵਰ ਹੋ ਚੁੱਕੇ ਨੇ ਤੁਹਾਡੇ, ਸ਼ਾਇਦ 13 ਅਗਸਤ ਤੱਕ ਦੇ ਕਵਰ ਹੋ ਗਏ ਨੇ। ਬਾਕੀ ਦੇ ਜਿਹੜੇ ਹੁਣ 17 ਦਿਨਾਂ ਦੇ ਰਹਿ ਗਏ, ਚਾਹੇ 16 ਦਿਨਾਂ ਦੇ, 18 ਦਿਨਾਂ ਦੇ MCQ ਰਹਿ ਜਾਣਗੇ ਜਿਹੜੇ, ਠੀਕ ਹੈ, 31 ਅਗਸਤ ਤੱਕ, ਉਹਦੇ ਆਪਾਂ 60-70 MCQ ਦੀ ਤੁਹਾਨੂੰ ਇੱਕ ਹੋਰ ਕਲਾਸ ਜਿਵੇਂ ਹੀ ਇਹ ਮਹੀਨਾ ਖਤਮ ਹੋਏਗਾ ਉਹ ਹੋ ਜਾਏਗੀ। ਠੀਕ ਆ। ਸੋ ਬਾਕੀ ਜਿੰਨੇ ਵੀ ਕੈਂਡੀਡੇਟ ਆਪਣੇ ਨਾਲ ਜੁੜੇ ਹੋਏ ਨੇ ਜੀ, ਪਲੀਜ਼ ਆਪਣਾ ਚੈਨਲ ਨੂੰ ਜੀ ਸਬਸਕ੍ਰਾਈਬ ਸਪੋਰਟ ਜ਼ਰੂਰ ਕਰੋ ਜੀ। ਠੀਕ ਆ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ। ਠੀਕ ਹੈ ਜੀ। ਜੀਕੇ ਦੀ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਰਹੇ ਹਾਂ। ਤੁਹਾਨੂੰ ਮੈਂ ਟੈਲੀਗ੍ਰਾਮ ਤੇ ਉਹ ਮਿਲਾ ਕੇ 1500 ਪਲੱਸ MCQ, ਘੱਟ ਤੋਂ ਘੱਟ ਮੈਂ ਕਹਿ ਰਿਹਾ 1500 2000 MCQ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਉੱਤੇ ਤੇ YouTube ਦੇ ਉੱਤੇ ਕਰਵਾ ਚੁੱਕਿਆ, ਚਾਹੇ ਉਹ PYQ ਹੋਵੇ, ਚਾਹੇ ਆਪਣੇ ਜੋ ਸਿਲੇਬਸ ਆਪਾਂ ਕਲਾਸਾਂ ਦੀ ਥਿਊਰੀ ਕਰਦੇ ਹਾਂ ਉਹਨੂੰ ਮਿਲਾ ਕੇ। ਠੀਕ ਹੈ ਜੀ। ਸੋ ਥੋੜ੍ਹੀਆਂ ਜਿਹੀਆਂ ਕਲਾਸਾਂ ਆਪਣੀਆਂ ਰਹਿ ਗਈਆਂ। ਹਿਸਟਰੀ ਆਪਾਂ ਪੂਰੀ ਕੰਪਲੀਟ ਕਰ ਲਈ ਹੋਈ ਆ। ਹਿਸਟਰੀ ਤੁਸੀਂ ਆਰਾਮ ਦੇ ਨਾਲ ਦੇਖ ਸਕਦੇ ਹੋ। ਠੀਕ ਹੈ। ਹਿਸਟਰੀ ਦੇ ਵਿੱਚੋਂ ਹੁਣੇ ਰੀਸੈਂਟਲੀ ਮਾਸਟਰ ਕੈਡਰ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਆਪਣੇ 40 ਦੇ ਨੀਅਰ ਕੁਐਸਚਨ ਬਣ ਰਹੇ ਸੀ। ਠੀਕ ਹੈ। 75 ਦੇ ਵਿੱਚੋਂ 40 ਦੇ ਨੀਅਰ ਕੁਐਸਚਨ ਆਪਣੇ ਬਣ ਰਹੇ ਸੀ। ਹਾਲਾਂਕਿ ਆਪਾਂ ਸਿਰਫ ਹਿਸਟਰੀ, PSSB ਤੇ ਆਪਣੀ ਨਾਲ PPSC ਜਾਂ ਪੰਜਾਬ ਪੁਲਿਸ ਲਈ ਹੀ ਫੋਲੋ ਕਰ ਰਹੇ ਹਾਂ। ਖਾਸ ਕਰਕੇ ਆਪਾਂ ਮਾਡਰਨ ਹਿਸਟਰੀ ਕੀਤੀ ਸੀ। ਠੀਕ ਆ। ਸੋ ਮੈਡੀਵਲ ਹਿਸਟਰੀ ਦੀਆਂ ਆਪਾਂ ਤੁਹਾਨੂੰ 4 ਕਲਾਸਾਂ ਪੇਸ਼ ਕਰਤੀਆਂ ਹੋਈਆਂ ਨੇ, 2 ਕਲਾਸਾਂ ਆਪਾਂ ਤੁਹਾਨੂੰ ਐਂਸ਼ੀਅੰਟ ਦੀਆਂ ਵੀ ਕਰਾਤੀਆਂ ਹੋਈਆਂ, 15 ਕਲਾਸਾਂ ਤੁਹਾਡੀਆਂ ਮਾਡਰਨ ਹਿਸਟਰੀ ਦੀਆਂ ਹੋ ਗਈਆਂ ਨੇ। ਕੰਪਲੀਟ ਹਿਸਟਰੀ ਇਹਨੂੰ ਚੰਗੀ ਤਰ੍ਹਾਂ ਬਾਰ-ਬਾਰ ਪੜ੍ਹੋ। ਠੀਕ ਆ ਜੀ। ਸੋ ਇਹਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ। ਨੈਕਸਟ ਚੀਜ਼ ਆ ਗਈ ਜੀ ਆਪਣੀ, ਹੁਣ ਰਹਿ ਗਈ ਹੋਈ ਆ ਪੰਜਾਬ ਜੀਕੇ। ਮੈਂ ਤੁਹਾਨੂੰ ਖਤਮ ਕਰਤੀ ਹੋਈ ਆ, 22 ਕਲਾਸਾਂ ਹੋ ਚੁੱਕੀਆਂ ਨੇ। 20 ਨੰਬਰ ਦਾ ਤੁਹਾਡਾ ਕਵਰ ਹੋ ਜਾਏਗਾ ਪੰਜਾਬ ਜੀਕੇ ਦੀਆਂ 22 ਕਲਾਸਾਂ 'ਚ। ਹਿਸਟਰੀ ਖਤਮ, ਪੰਜਾਬ ਜੀਕੇ ਖਤਮ, ਪੋਲਿਟੀ ਦੀਆਂ 23 ਕਲਾਸਾਂ ਹੋ ਚੁੱਕੀਆਂ ਨੇ, 7 ਰਹਿ ਗਈਆਂ ਨੇ, ਉਹ ਆਪਾਂ 28 ਤਰੀਕ ਤੋਂ ਜਲਦੀ ਸ਼ੁਰੂ ਕਰਾਂਗੇ। ਰਹੀ ਗੱਲ ਜੀ ਸਟੈਟਿਕ ਜੀਕੇ ਦੀਆਂ 10 ਕਲਾਸਾਂ ਆਪਾਂ ਕਰ ਚੁੱਕੇ ਹਾਂ, 5 ਕਲਾਸਾਂ ਰਹਿ ਗਈਆਂ ਹੋਈਆਂ ਨੇ, ਉਹ ਵੀ ਆਪਾਂ ਸਤੰਬਰ ਤੱਕ ਆਪਾਂ ਕੰਪਲੀਟ ਕਰ ਲਾਂਗੇ। 14-15 ਸਤੰਬਰ ਤੱਕ ਮੇਰੇ ਅਕੋਰਡਿੰਗ ਆਪਣਾ ਸਾਰਾ ਇਹ ਸਿਲੇਬਸ ਕੰਪਲੀਟ ਹੋ ਜਾਏਗਾ। ਫਿਰ ਉਸ ਤੋਂ ਬਾਅਦ ਤੁਹਾਨੂੰ ਆਪਾਂ 500 MCQ, ਇੱਕ 500 MCQ ਦੀ ਸੀਰੀਜ਼ ਲੈ ਕੇ ਆਵਾਂਗੇ, ਜਿਹਦੇ ਵਿੱਚ ਇਹਦੇ ਵਿੱਚ ਜ਼ਿਆਦਾ ਕੁਐਸਚਨ ਆਪਾਂ ਉਹ ਐਡ ਕਰਾਂਗੇ ਜਿਹੜੇ ਕਿ ਜ਼ਿਆਦਾਤਰ ਪੇਪਰਾਂ ਦੇ ਵਿੱਚ ਕਵਰ ਨਹੀਂ, ਜਿਹੜੇ ਕਿ ਆਪਣੇ ਥਿਊਰੀ ਦੇ ਵਿੱਚ ਕਵਰ ਨਹੀਂ ਹੁੰਦੇ। ਮਤਲਬ ਸਿੱਧੇ ਸਟੈਟਿਕ ਕੁਐਸਚਨ ਬਣ ਜਾਂਦੇ ਨੇ ਵੀ ਹਾਂਜੀ ਇਹ ਚੀਜ਼ ਦਾ ਨਾਮ ਦੱਸੋ ਜਾਂ ਉਹ ਕਿਵੇਂ, ਉਹ ਕੁਐਸਚਨ ਤੁਹਾਨੂੰ ਮੈਂ 500 MCQ ਤੁਹਾਨੂੰ ਸਪੈਸ਼ਲ 500 MCQ ਤਿਆਰ ਕਰਕੇ ਆਪਾਂ ਲੈ ਕੇ ਆਵਾਂਗੇ, ਜਿਹੜੇ ਕਿ ਪੇਪਰਾਂ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਨੇ। ਬਾਕੀ ਤੁਸੀਂ ਥਿਊਰੀ ਚੰਗੀ ਤਰ੍ਹਾਂ ਪੜ੍ਹੋ। ਮੈਂ ਤੁਹਾਨੂੰ ਬਾਰ-ਬਾਰ ਕਹਾਂ, ਜੇਕਰ ਤੁਸੀਂ ਥਿਊਰੀ ਚੰਗੀ ਤਰ੍ਹਾਂ ਕਰ ਰਹੀ ਤਾਂ 70% ਤੁਹਾਡਾ ਕੰਮ ਬਣ ਜਾ, 70% ਜੀਕੇ ਤੁਹਾਡੀ ਉਹ 'ਚੋਂ ਕਵਰ ਹੋ ਜਾਏਗੀ। ਬਾਕੀ ਜਦੋਂ ਤੁਸੀਂ MCQ ਲਾਉਂਦੇ ਹੋ ਤਾਂ ਉਹ 30% ਵੀ ਕਵਰ ਹੋ ਜਾਂਦਾ ਹੁੰਦਾ। ਠੀਕ ਆ। ਸੋ ਚੰਗੀ ਤਰ੍ਹਾਂ ਥਿਊਰੀ ਕਰੋ। ਬਾਕੀ ਦੇ ਸਬਜੈਕਟ ਜਿਹੜੇ ਨੇ, ਇਹ ਵਾਲੇ ਸਬਜੈਕਟ ਮੈਂ ਤੁਹਾਨੂੰ ਕਹਿਤਾ ਹੋਇਆ ਕਿ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਹੁੰਦੇ ਨੇ ਉਹ ਆਪਾਂ ਫੋਲੋ ਕਰਾ ਰਹੇ ਹਾਂ ਤੁਹਾਨੂੰ। ਠੀਕ ਹੈ। ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਾਂ। ਜਿਹੜੇ ਸਬਜੈਕਟ ਰਹਿ ਗਏ ਹੋਏ ਨੇ ਉਹਦੇ ਤੇ ਤੁਸੀਂ ਥੋੜਾ ਜਿਹਾ ਘੱਟ ਕੁਐਸਚਨ ਪੁੱਛੇ ਜਾਂਦੇ ਨੇ। ਜੀਓਗ੍ਰਾਫੀ ਹੋ ਗਿਆ, ਇਕਨੋਮਿਕਸ ਹੋ ਗਿਆ, এনवायरमेंट ਹੋ ਗਿਆ ਤੇ ਸਾਇੰਸ ਹੋ ਗਿਆ। ਇਹ ਤੁਸੀਂ ਆਪ ਕਰਨੇ ਨੇ। ਠੀਕ ਆ। ਆਪ ਥੋੜਾ ਜਿਹਾ ਕਰੋ, ਕਿਉਂਕਿ ਅਜੇ ਆਪਣਾ ਸਤੰਬਰ ਮਹੀਨੇ ਦੇ ਵਿੱਚ ਆਪਾਂ ਇਹੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਕਰਵਾਉਣੇ ਨੇ। ਠੀਕ ਆ। ਕਿਉਂਕਿ ਅਜੇ ਤੁਸੀਂ ਇਹਦੇ ਹੀ ਕੁਐਸਚਨ ਗਲਤ ਕਰ ਰਹੇ ਹੋ। ਮੈਂ ਜਦੋਂ ਬਾਰ-ਬਾਰ MCQ ਪਾਉਣਾ ਉਹਦੇ ਵਿੱਚ ਤੁਸੀਂ ਬਹੁਤ ਬੇਸਿਕ ਕੁਐਸਚਨ ਗਲਤ ਕਰ ਰਹੇ ਹੋ। ਠੀਕ ਆ। ਸੋ ਜਿੰਨਾ ਟਾਈਮ ਤੁਹਾਡੀ ਇਹ 70% ਦੀ ਪੂਰੀ ਤਿਆਰੀ ਨਹੀਂ ਹੋਏਗੀ, ਜਿਹੜਾ ਸਿਲੇਬਸ ਕੇ ਪੇਪਰ ਦੇ ਵਿੱਚ ਜ਼ਿਆਦਾ ਪੁੱਛਿਆ ਜਾਂਦਾ, ਮੈਂ ਤੁਹਾਨੂੰ ਅਗਲਾ 30% ਨਹੀਂ ਕਰਾਵਾਂਗਾ। ਇਹ ਤੁਸੀਂ ਆਪ ਕਰ ਲਓ। ਜੇ ਤੁਹਾਨੂੰ ਲੱਗਦਾ ਕਿ 70% ਦੀ ਤਿਆਰੀ ਤੁਹਾਡੀ ਹੋ ਚੁੱਕੀ ਹੈ, ਜਿਹੜੇ ਮੈਂ ਤੁਹਾਨੂੰ ਕਰਵਾਤੇ ਹੋਇਆ, ਤੁਸੀਂ ਅਗਲਾ ਆਪ ਕਰ ਲਓ। ਠੀਕ ਆ। ਪਰ ਫਿਲਹਾਲ ਜਿਹੜਾ ਉਹ 70% ਆ ਮੈਂ ਤੁਹਾਨੂੰ ਉਹ ਪੱਕਾ ਕਰਵਾਉਣਾ, ਚਾਹੇ ਉਹ MCQ ਨਾ ਕਰਵਾਵਾਂ, ਚਾਹੇ ਜਿਹੜੀਆਂ ਕਲਾਸਾਂ ਰਹਿੰਦੀਆਂ ਨੇ ਉਹਦੇ ਵਿੱਚ ਕਰਵਾਵਾਂ। ਠੀਕ ਹੈ ਜੀ। ਸੋ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਧੰਨਵਾਦ ਜੀ।